ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। G20 ਸਮਿਟ ਖਤਮ ਹੋ ਗਈ, ਭਾਰਤ ਦੇ ਵਿੱਚ ਹੋਈ ਹੈ। ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਉਚੇਚੇ ਤੌਰ ਤੇ ਪਧਾਰੇ ਨੇ। तमाम ਦੇਸ਼ ਇਸ ਦੀ ਚਰਚਾ ਕਰ ਰਹੇ ਨੇ ਕਿ ਜੋ ਬਾਈਡਨ ਸਾਹਿਬ ਕਿੰਨੇ ਸਫਲ ਹੋਏ ਇਸ ਸੰਮੇਲਨ ਨੂੰ ਆਪਣੇ ਵੱਲ ਮੋੜਨ ਦੇ ਵਿੱਚ। तमाम ਮੁੱਦਿਆਂ ਦੇ ਉੱਤੇ ਗੱਲਬਾਤ ਹੁੰਦੀ ਹੈ, ਦੁਨੀਆ ਭਰ ਦੀਆਂ ਚਰਚਾਵਾਂ ਹੁੰਦੀਆਂ ਨੇ, ਪਰ ਸਵਾਲ ਇਹ ਹੈ ਜੋ ਗੱਲਾਂ ਬਾਤਾਂ ਹੋਈਆਂ, ਜੋ ਅਨਾਉਂਸਮੈਂਟਸ ਹੋਈਆਂ, ਉਹ ਪ੍ਰੈਕਟੀਕਲ ਨੇ ਜਾਂ ਸਿਰਫ ਗੱਲਾਂ ਬਾਤਾਂ ਹੀ ਨੇ, ਸਿਰਫ ਅਨਾਉਂਸਮੈਂਟਸ ਹੀ ਨੇ। ਅਮਰੀਕਾ ਨੇ ਗੱਲ ਕੀਤੀ ਕਿ ਇੰਡੀਆ ਤੋਂ ਗਲਫ ਕੰਟਰੀਜ਼ ਤੋਂ ਯੂਰਪ ਤੱਕ ਇੱਕ ਕੋਰੀਡੋਰ ਬਣਾਇਆ ਜਾਏਗਾ ਜੋ ਟੋਟਲ ਟ੍ਰੇਡ ਦੇ ਵਾਸਤੇ ਡੀਲਿੰਗ ਹੋਏਗੀ। ਨਾਲ ਗੱਲ ਹੋਈ ਗਲੋਬਲ ਸਾਊਥ ਦੀ। ਇੰਡੀਆ ਨੂੰ ਗਲੋਬਲ ਸਾਊਥ ਦਾ ਲੀਡਰ ਬਣਾ ਦਿੱਤਾ ਹੈ ਅਮਰੀਕਾ ਨੇ ਆਪਣੇ ਸਮਰਥਨ ਦੇ ਨਾਲ। ਗਰੀਬ ਮੁਲਕਾਂ ਨੂੰ ਕਿੱਦਾਂ ਤੁਸੀਂ ਉੱਚੇ ਚੁੱਕਣਾ, ਗਰੀਬੀ ਕਿਵੇਂ ਦੂਰ ਕਰਨੀ ਹੈ। ਪੂਰੀ ਦੁਨੀਆ ਦੇ ਵਿੱਚ ਗਰੀਬੀ ਦਾ ਇੰਡੈਕਸ ਬਹੁਤ ਵੱਡਾ ਹੋ ਚੁੱਕਾ ਹੈ, ਭੁੱਖਮਰੀ ਦਾ ਇੰਡੈਕਸ ਬਹੁਤ ਵੱਡਾ ਹੋ ਚੁੱਕਾ ਹੈ, ਇੱਥੋਂ ਤੱਕ ਕਿ ਅਮਰੀਕਾ ਦੇ ਵਿੱਚ ਵੀ ਗਰੀਬੀ ਹੈ। ਨਾਲ ਗੱਲ ਹੋਈ ਕਿ ਜੋ ਤਾਕਤਾਂ ਵਰਲਡ ਪੀਸ ਨੂੰ ਖਤਰਾ ਪੈਦਾ ਕਰਦੀਆਂ ਨੇ ਉਹਨਾਂ ਨੂੰ ਠੱਲ ਕਿਵੇਂ ਪਾਉਣੀ ਹੈ, ਉਹਨਾਂ ਨੂੰ ਨਕੇਲ ਕਿਵੇਂ ਪਾਉਣੀ ਹੈ, ਇਹ ਸਾਰੀਆਂ ਗੱਲਾਂ ਵੀ ਹੋਈਆਂ। ਜੋ ਬਾਈਡਨ ਸਾਹਿਬ ਦਾ ਕਹਿਣਾ ਕਿ ਹਰ ਦੇਸ਼ ਤਰੱਕੀ ਕਰੇ, ਸਾਨੂੰ ਖੁਸ਼ੀ ਹੁੰਦੀ ਹੈ, ਪਰ ਮਰਿਆਦਾ ਦੇ ਵਿੱਚ ਰਹਿ ਕੇ। ਦੂਜੇ ਦੇਸ਼ ਦੇ ਹੱਕ ਮਾਰਨਾ, ਦੂਜੇ ਦੇਸ਼ ਦੇ ਨਾਗਰਿਕਾਂ ਦੇ ਹੱਕ ਮਾਰਨਾ ਇਹ ਸ਼ੋਭਾ ਨਹੀਂ ਦਿੰਦਾ। ਹੁਣ ਇਹ ਸਾਰੀਆਂ ਗੱਲਾਂ तमाम ਚਰਚਾਵਾਂ ਦਾ ਵਿਸ਼ਾ ਬਣੀਆਂ ਹੋਈਆਂ ਨੇ। ਸਾਰੀ ਦੁਨੀਆ ਦੇ ਇੰਟੈਲੈਕਚੁਅਲਸ ਇਸ ਨੂੰ ਵੱਖ-ਵੱਖ ਨਜ਼ਰੀਏ ਤੋਂ, ਵੱਖ-ਵੱਖ ਐਂਗਲਸ ਤੋਂ ਦੇਖਦੇ ਪਏ ਨੇ ਔਰ ਵਿਸ਼ਲੇਸ਼ਣ ਕਰਦੇ ਪਏ ਨੇ ਨਤੀਜਾ ਕੀ ਨਿਕਲਣਾ ਹੈ। ਸੋ ਇਤਿਹਾਸ ਇਹ ਰਿਹਾ ਹੈ ਕਿ ਗੱਲਾਂ ਬਹੁਤ ਵਧੀਆ ਹੋਈਆਂ ਨੇ ਇਤਿਹਾਸ ਦੇ ਵਿੱਚ ਵੀ ਵੱਖ-ਵੱਖ ਪਲੇਟਫਾਰਮਸ ਦੇ ਉੱਤੇ, ਪਰ ਕੰਮ ਉਹਨੇ ਵਧੀਆ ਨਹੀਂ ਹੋਏ। ਐਨਵਾਇਰਨਮੈਂਟ ਦਾ ਹਾਲ ਅਸੀਂ ਦੇਖਦੇ ਹੀ ਪਏ ਹਾਂ। ਕੋਈ ਵੀ ਅਮੀਰ ਮੁਲਕ ਆਪਣੀ ਤਰੱਕੀ ਵਾਸਤੇ ਐਨਵਾਇਰਨਮੈਂਟ ਦਾ ਜੋ ਐਕਸਪਲੋਇਟੇਸ਼ਨ ਕਰਦਾ ਉਹ ਮਰਿਆਦਾ ਤੋਂ ਬਾਹਰ ਜਾ ਕੇ ਵੀ ਕਰਦਾ ਹੈ, ਕਿਉਂਕਿ ਪੈਸਾ, ਪ੍ਰੋਫਿਟ ਇਜ਼ ਦ ਬੋਟਮ ਲਾਈਨ। ਸੋ ਟ੍ਰੇਡ ਨੂੰ, ਬਿਜ਼ਨਸ ਨੂੰ ਜੀਵਨ ਦੇ ਉੱਤੇ ਹਾਵੀ ਕੀਤਾ ਜਾ ਰਿਹਾ ਹੈ। ਇਸ ਕਰਕੇ ਜੀਵਨ ਸਾਹ ਨਹੀਂ ਲੈ ਪਾ ਰਿਹਾ, ਪਰ ਜੀਵਨ ਹੈ ਆਪਣੇ ਵਾਸਤੇ ਕੋਈ ਨਾ ਕੋਈ ਰਾਹ ਲੱਭ ਹੀ ਲੈਂਦਾ। ਸੋ ਇਹ तमाम ਗੱਲਾਂ ਜੋ ਚੱਲਦੀਆਂ ਪਈਆਂ ਨੇ ਇਸ ਵਕਤ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ, ਉਹਦਾ ਨਤੀਜਾ ਕੀ ਨਿਕਲਣਾ ਹੈ ਇਸ ਦੀ ਸਭ ਲੋਕ ਇੰਤਜ਼ਾਰ ਕਰ ਰਹੇ ਨੇ। ਫਿਲਹਾਲ ਚੱਲਦੇ ਹਾਂ ਆਪਣੇ ਭਾਰਤ ਦੇ ਮਸਲਿਆਂ ਵੱਲ, ਆਪਣੇ ਪੰਜਾਬ ਦੇ ਮਸਲਿਆਂ ਵੱਲ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਸੰਜੀਵ ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਸਾਰੇ ਵਿਸ਼ਵ ਦੀ ਗੱਲ ਕੀਤੀ ਆ ਔਰ G20 ਦੀ ਗੱਲ ਕੀਤੀ ਆ, ਤੇ ਆਪਾਂ ਜੇ ਮੌਸਮ ਦੀ ਖੁਸ਼ਗਵਾਰੀ ਦੀ, ਮੌਸਮ ਦਾ ਜੋ ਸੁਹਾਵਣਾਪਨ ਹੈਗਾ ਕੱਲ੍ਹ ਤੋਂ ਆਇਆ, ਉਹ ਵੀ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰੀਏ, ਕਿਉਂਕਿ ਪੂਰਾ ਭਾਦਰੋਂ ਇਸੇ ਤਰ੍ਹਾਂ ਲੰਘ ਗਿਆ ਸੁੱਕਾ। ਔਰ ਜੇ ਮੀਂਹ ਪਿਆ ਤੇ ਐਂਡ 'ਤੇ ਆ ਕੇ ਸੰਗਰਾਂਦ ਵਾਲੇ ਦਿਨ ਪਿਆ। ਕੱਲ੍ਹ ਸੰਗਰਾਂਦ ਸੀ, ਅੱਸੂ ਦਾ ਮਹੀਨਾ ਆ ਗਿਆ ਔਰ ਇਹਦੇ ਵਿੱਚ ਜਿਹੜੀ ਇਹ ਬਾਰਿਸ਼ ਹੋਈ ਆ, ਲਗਾਤਾਰ ਸਾਰੀ ਦਿਹਾੜੀ ਬਾਰਿਸ਼ ਹੋਈ ਆ, ਫਸਲਾਂ ਲਈ ਬਹੁਤ ਵਧੀਆ ਹੈਗੀ ਆ। ਅਤੇ ਇਹਦੇ ਵਿੱਚ ਆਉਣ ਵਾਲੀਆਂ ਫਸਲਾਂ ਜਿਹੜੀਆਂ ਅੱਜ ਕੱਲ੍ਹ ਸਾਉਣੀ ਦੀਆਂ ਫਸਲਾਂ ਨੇ ਜਾਂ ਹਾੜੀ ਦੀਆਂ ਫਸਲਾਂ ਆਉਣੀਆਂ, ਉਹਨਾਂ ਨੂੰ ਬੀਜਣ ਦੇ ਵਿੱਚ ਵੀ ਜਿਹੜੀ ਆ ਜ਼ਮੀਨ ਅੱਛੀ ਔਰ ਵਧੀਆ ਬਣ ਗਈ ਆ। ਔਰ ਬਾਰਿਸ਼ ਜਿਹੜੀ ਉਹਦੇ ਨਾਲ ਏਅਰ ਕੁਆਲਿਟੀ ਵੀ ਜਿਹੜੀ ਆ 80 ਡਿਗਰੀ 'ਤੇ ਪਹੁੰਚੀ ਆ, ਉਹਦੇ ਨਾਲ ਇਹ ਵੀ ਸਾਫ਼ ਸੁਥਰੀ ਹੋ ਗਈ ਆ। ਫੁੱਲ ਬੂਟੇ ਜਿਹੜੇ ਆ ਉਹ ਵੀ ਸਾਹਮਣੇ ਹੋ ਗਏ ਆ। ਔਰ ਸੰਗਰਾਂਦ ਦੇ ਵਿੱਚ ਜਿਹੜੀ ਹੈਗੀ ਆ ਉਹਦੇ 'ਚ ਲੋਕਾਂ ਨੇ ਜਿਹੜੇ ਇਕੱਠੇ ਹੋਏ ਕਿ ਇਹ ਮਹੀਨਾ ਜਿਹੜਾ ਵਾ ਅੱਸੂ ਦਾ ਬੜਾ ਸੁਹਾਵਣਾ ਮਹੀਨਾ ਹੁੰਦਾ ਹੈ, ਗੁਰਬਾਣੀ ਵਿੱਚ ਵੀ ਲਿਖਿਆ ਗਿਆ। ਔਰ ਇਹਦੇ ਵਿੱਚ ਇਹ ਵੀ ਕਿਹਾ ਗਿਆ ਹੈਗਾ ਕਿ ਜਿੱਥੇ ਅੱਸੂ ਮਾਂ ਨਰਾਲੇ, ਦਿਨੇ ਧੁੱਪਾਂ ਤੇ ਰਾਤ ਨੂੰ ਪਾਲੇ, ਉਸੇ ਤਰ੍ਹਾਂ ਹੀ ਇਹ ਜਿਹੜਾ ਥੱਲੇ ਹੈਗਾ 10 ਡਿਗਰੀ ਜਿਹੜਾ ਥੱਲੇ ਡਾਊਨ ਹੋ ਗਿਆ ਟੈਂਪਰੇਚਰ। ਔਰ ਜੇ ਮੌਸਮ ਸੁਹਾਵਣਾ ਤਾਂ ਲੋਕਾਂ ਦੀ ਸਿਹਤ ਵੀ ਸੁਹਾਵਣੀ ਆ, ਰਿਸ਼ਟ ਪੁਸ਼ਟ ਨੇ, ਤੰਦਰੁਸਤ ਨੇ। ਔਰ ਜੇ ਤੰਦਰੁਸਤ ਨੇ ਤੇ ਜੋ ਸਿਆਸਤ ਵਿੱਚ ਵਾਪਰਿਆ ਜਾਂ ਗੁਜ਼ਰਿਆ ਹੈਗਾ ਉਹਦੀ ਆਪਾਂ ਗੱਲ ਕਰੀਏ ਤੇ ਆਪਣੇ ਦਰਸ਼ਕਾਂ ਨਾਲ ਸਾਂਝਾ ਕਰੀਏ ਕਿ ਪੰਜਾਬ ਵਿੱਚ, ਭਾਰਤ ਵਿੱਚ ਤੇ ਬਾਹਰਲੇ ਦੇਸ਼ਾਂ ਵਿੱਚ ਕੀ ਵਾਪਰ ਰਿਹਾ ਔਰ ਉਹਦੇ ਵਿੱਚ ਅਸੀਂ ਕੀ ਸਰਾਈਆਂ ਕਰ ਰਹੇ। ਬਿਲਕੁਲ ਜੀ, ਜਿੱਦਾਂ ਆਪਾਂ ਗਰੀਬੀ ਦੀ ਗੱਲ ਕੀਤੀ ਹੈ, ਭੁੱਖਮਰੀ ਦੀ ਗੱਲ ਕੀਤੀ ਹੈ, ਲੋਕ ਸੜਕਾਂ 'ਤੇ ਆ ਚੁੱਕੇ ਨੇ, ਸੜਕਾਂ 'ਤੇ ਸੌਂਦੇ ਨੇ, ਅਸੀਂ ਆਪ ਦੇਖਦੇ ਹਾਂ। ਸੋ ਮੌਸਮ ਦੀ ਗੱਲ ਹੋਈ ਹੈ। ਹੁਣ ਬਾਰਿਸ਼ ਦਾ ਮੌਸਮ ਸੁਹਾਵਣਾ ਹੈ, ਸਭ ਦੇ ਵਾਸਤੇ ਸੁਹਾਵਣਾ ਹੈ, ਪਰ ਜਿਹੜੇ ਸੜਕਾਂ 'ਤੇ ਸੁੱਤੇ ਪਏ ਨੇ ਉਹਨਾਂ ਵਾਸਤੇ ਮੁਸ਼ਕਲ ਹੋ ਗਈ, ਕਿਉਂਕਿ ਜਦੋਂ ਮੀਂਹ ਪਊਗਾ, ਹਨੇਰੀਆਂ ਚੱਲਣਗੀਆਂ ਤਾਂ ਉਹ ਕਿੱਥੇ ਜਾ ਕੇ ਲੁਕਣਗੇ, ਕਿੱਥੇ ਜਾ ਕੇ ਛੁਪਣਗੇ, ਰੋਟੀ ਪਾਣੀ ਦਾ ਕੀ ਹੋਏਗਾ। ਬਹੁਤ ਵੱਡੀਆਂ ਸਮੱਸਿਆਵਾਂ ਨੇ। ਦੇਖੋ ਜੇ ਓਪਨਲੀ ਗੱਲ ਕਰੀਏ ਤਾਂ ਸਭ ਨੇ ਫਰੈਸ਼ ਵੀ ਹੋਣਾ, ਟਾਇਲਟ ਬਾਥਰੂਮ ਵੀ ਜਾਣਾ ਹੈ, ਉਹ ਕਿੱਥੇ ਜਾਂਦੇ ਹੋਣਗੇ, ਕਿੱਦਾਂ ਆਪਣੇ ਆਪ ਨੂੰ ਫਰੈਸ਼ ਕਰਦੇ ਹੋਣਗੇ, ਇਹ ਸਾਰੀਆਂ ਸਮੱਸਿਆਵਾਂ ਨੇ। ਕਿੱਥੇ ਨਹਾਉਂਦੇ ਹੋਣਗੇ। ਸੋ ਜੋ ਦੁਨੀਆ ਇਸ ਵਕਤ ਪੂਰੀ ਤਰ੍ਹਾਂ ਅਸੰਤੁਲਨ ਵਿੱਚ ਆਈ ਹੋਈ ਹੈ,
ਬੈਲੈਂਸ ਖਤਮ ਹੋ ਚੁੱਕਾ ਹੈ। ਉਸ ਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਬੈਲੈਂਸ ਕਾਇਮ ਕਿੱਦਾਂ ਕੀਤਾ ਜਾਵੇ। ਗੱਲਾਂ ਤੇ ਬਹੁਤ ਵੱਡੀਆਂ ਕਰਦੇ ਹਾਂ ਅਸੀਂ, ਪੋਲੀਟੀਕਲੀ ਵੀ, ਇਕਨੋਮਿਕਲੀ ਵੀ, ਬਟ ਪ੍ਰੈਕਟੀਕਲ ਉਹਦਾ ਰਿਜ਼ਲਟ ਕੀ ਹੈ, ਇਹਦੇ ਬਾਰੇ ਗੱਲਬਾਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਕੈਲੀਫੋਰਨੀਆ ਦੇ ਵਿੱਚ ਹੁਣ ਸਿੱਖ ਲੋਕ ਦਸਤਾਰ ਪਾ ਕੇ ਬਾਈਕ ਚਲਾ ਸਕਣਗੇ ਹੈਲਮਟ ਤੋਂ ਬਿਨਾਂ ਵੀ, ਕਿਉਂਕਿ ਅਸੀਂ ਪੰਜਾਬ ਦੇ ਵਿੱਚ ਵੀ ਦੇਖਦੇ ਹਾਂ ਦਸਤਾਰ ਦੇ ਨਾਲ ਤੁਸੀਂ ਚਲਾਉਂਦੇ ਹੋ ਮੋਟਰਸਾਈਕਲਸ, ਮੈਂ ਖੁਦ ਵੀ ਚਲਾਉਣਾ। ਸੋ ਹੁਣ ਅਮਰੀਕਾ ਦੇ ਵਿੱਚ ਵੀ, ਕੈਲੀਫੋਰਨੀਆ ਦੇ ਵਿੱਚ ਇਸ ਚੀਜ਼ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਕਾਨੂੰਨਨ ਤੌਰ ਤੇ। ਹਾਂ, ਇਹ ਕੈਲੀਫੋਰਨੀਆ ਦੇ ਵਿੱਚ ਇਹ ਜਿਹੜਾ ਹੈਗਾ ਬਿੱਲ ਪਾਸ ਹੋਇਆ ਔਰ ਇਹਦੇ ਵਿੱਚ ਜਿਹੜਾ ਪਹਿਲਾਂ ਤੋਂ ਰੁਕਿਆ ਪਿਆ ਸੀਗਾ ਔਰ ਉਹਦੇ ਵਿੱਚ ਪਗੜੀ ਬੰਨ੍ਹ ਕੇ ਜਿਹੜੇ ਸਰਦਾਰ ਨੇ ਸਿੱਖ ਨੇ ਉੱਧਰ, ਉਹ ਬੜੀ ਵੱਡੀ ਤਾਦਾਦ 'ਚ ਹੈ ਉੱਥੇ, ਉਹ ਮੋਟਰਸਾਈਕਲ 'ਤੇ ਨਹੀਂ ਸੀ ਬੈਠ ਸਕਦੇ। ਦਸਤਾਰ ਬੰਨ੍ਹ ਕੇ ਔਰ ਪਗੜੀ ਦੇ ਨਾਲ ਜਿਹੜਾ ਪਟਕਾ ਬੰਨ੍ਹ ਕੇ ਉਹ ਨਹੀਂ ਸੀ ਅਲਾਉਡ, ਉਹ ਕੱਲ੍ਹ ਉਹ ਅਲਾਉਡ ਹੋ ਗਿਆ ਔਰ ਉਹਦੇ 'ਚ ਪਰਮਿਸ਼ਨ ਮਿਲ ਗਈ ਹੈ। ਔਰ ਇਹਦੇ ਕਈਆਂ 3-4 ਪੜਾਵਾਂ ਦੇ ਵਿੱਚੋਂ, ਸਟੇਜਿਸ ਵਿੱਚੋਂ ਗੁਜ਼ਰ ਕੇ ਇਹ ਉੱਥੇ ਪਹੁੰਚਿਆ ਔਰ ਲੋਕਾਂ ਦੇ ਵਿੱਚ ਇੰਨੀ ਖੁਸ਼ੀ ਔਰ ਇੰਨਾ ਉਹਨਾਂ ਦੇ ਵਿੱਚ ਮੁਬਾਰਕਾਂ ਦਿੱਤੀਆਂ ਇੱਕ ਦੂਜੇ ਨੂੰ ਕਿ ਅਸੀਂ ਠੀਕ ਹੈ, ਕਿਉਂਕਿ ਬਾਈਕ ਬਹੁਤ ਅੱਛੇ ਲੋਕਾਂ ਕੋਲ, ਔਰ ਉਹਦੇ ਵਿੱਚ ਜਿਹੜੇ ਯੰਗ ਮੁੰਡੇ ਆ ਤਾਂ ਤਕਰੀਬਨ ਬਾਈਕ 'ਤੇ ਜਾਂਦੇ ਆ ਉਹਦੇ ਵਿੱਚ, ਔਰ ਉੱਥੇ ਭੀੜ ਭੜੱਕਾ ਇੰਨਾ ਜ਼ਿਆਦਾ ਨਹੀਂ ਜੋ ਇੰਡੀਆ ਵਿੱਚ ਜਿੰਨਾ ਹੈਗਾ। ਔਰ ਉਸ ਹਿਸਾਬ ਨਾਲ ਹੁਣ ਜਿਹੜੀ ਹੈਗੀ ਆ ਉਹਦੇ ਨਾਲ ਆਇਡੈਂਟੀਟੀ ਵੀ ਬਣ ਗਈ ਆ ਕਿ ਉਹ ਪੰਜਾਬ ਦੇ ਲੋਕ ਆ, ਸਿੱਖ ਜਾ ਰਹੇ ਹੈਗੇ ਆ। ਔਰ ਜਿਹੜਾ ਪਗੜੀ ਦਾ ਕੰਮ ਹੈਗਾ ਪ੍ਰੋਟੈਕਸ਼ਨ 'ਤੇ ਹੀ ਹੈਗਾ ਨਾਲ, ਕਿਉਂਕਿ ਜਿਹੜਾ ਅਸੀਂ ਹੈਲਮਟ ਪਾਉਂਦੇ ਆ ਉਹ ਵੀ ਬਚਾਉਂਦਾ ਸਿਰ ਨੂੰ, ਪਗੜੀ ਵੀ ਬਚਾਉਂਦੀ ਹੈ ਔਰ ਉਹਦੇ ਨਾਲ ਇਹਨਾਂ ਨੇ ਅਲਾਉ ਕਰ ਦਿੱਤਾ। ਔਰ ਪੰਜਾਬ ਵਿੱਚ ਵੀ ਹੈਗਾ, ਪੂਰੀ ਇੰਡੀਆ ਵਿੱਚ ਵੀ ਤਾਂ ਹੈ ਹੀ ਹੈ ਕਿ ਪਗੜੀ ਜਦੋਂ ਅਸੀਂ ਬੰਨੀ ਤੁਹਾਨੂੰ ਹੈਲਮਟ ਪਾਉਣ ਦੀ ਲੋੜ ਨਹੀਂ। ਔਰ ਲੇਡੀ ਦੀਆਂ ਜਿਹੜੀਆਂ ਸੀ ਉਹ ਜਾਂ ਤਾਂ ਜਿਹੜੀਆਂ ਦਸਤਾਰ ਬੰਨ੍ਹਦੀਆਂ ਜਾਂ ਉੱਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ, ਪਰ ਉਹ ਦੂਜੀਆਂ ਲੇਡੀ ਨੂੰ ਜਿਹੜਾ ਹੈਲਮਟ ਪਾਉਣਾ ਪੈਂਦਾ। ਇਹ ਆਪਣੇ ਬਚਾਓ ਲਈ ਹੈਗਾ, ਲੋਕ ਇਹਦੇ ਵਿੱਚ ਟ੍ਰੈਫਿਕ ਨਿਯਮ ਨੇ ਔਰ ਸਾਰੇ ਕੰਟਰੀਆਂ 'ਚ ਹੈਗਾ। ਔਰ ਇਹ ਅਮਰੀਕਾ ਦੀ ਕੈਲੀਫੋਰਨੀਆ 'ਚ ਹੁਣੇ ਹੋਇਆ ਔਰ ਉਹਦੇ 'ਚ ਬਹੁਤ ਲੋਕ ਖੁਸ਼ ਨੇ। ਔਰ ਕੁਝ ਯੂਨੀਵਰਸਿਟੀਆਂ ਦੇ ਵਿੱਚ, ਯੂਨੀਵਰਸਿਟੀਆਂ 'ਚ ਵੀ ਸੀਗਾ ਜਿਹੜਾ ਉਹਨਾਂ ਨੇ ਆਪਣਾ 5 ਕਕਾਰ ਦਾ ਗਾਤਰਾ ਪਾਉਣ ਦਾ ਅਲਾਉਡ ਨਹੀਂ ਸੀਗਾ, ਉਹ ਵੀ ਅਲਾਉ ਕਰ ਦਿੱਤਾ ਸੀਗਾ, ਉਹ ਵੀ ਪਾ ਕੇ ਉਹ ਘੁੰਮ ਸਕਦੇ ਸੀਗੇ, ਅੱਗੇ ਨਹੀਂ ਸੀ ਹੈਗਾ। ਇਹ ਬੜੀ ਵੱਡੀ ਗੱਲ ਹੈ, ਬੜੀ ਧਿਆਨਦਾਰੀ ਹੈ ਕਿ ਇੱਕ ਧਰਮ ਨੂੰ ਤੁਸੀਂ ਪੂਰੇ ਵਿਸ਼ਵ ਵਿੱਚ ਉਸ ਤਰ੍ਹਾਂ ਦੇਖਦੇ ਜੇ ਕਿ ਇਹ ਵਾਕਿਆ ਧਰਮ ਦਾ ਜਿਹੜਾ ਹੈਗਾ ਇਹ ਭਰਾਤਰੀ ਭਾਵ ਵਾਲਾ ਧਰਮ ਹੈ, ਲੋਕਾਂ ਨੂੰ ਬਚਾਉਣ ਵਾਲਾ ਧਰਮ ਹੈ ਔਰ ਇਹਦੇ ਵਿੱਚ ਇਹਨਾਂ ਨੂੰ ਇਹ ਕੋਈ ਇਸ ਤਰ੍ਹਾਂ ਦਾ ਗਲਤ ਪ੍ਰਕਿਰਿਆ ਨਹੀਂ ਹੈ। ਔਰ ਉਹਨਾਂ ਨੇ ਕਿਹਾ ਕਿ ਪਗੜੀ ਧਾਰਨ ਜਿਹੜੀ ਬੰਨਣੀ ਹੈ ਉਹਦੇ 'ਚ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈਗੀ ਕਿ ਉਹ ਜੇ ਬੰਨ੍ਹ ਕੇ ਗੱਡੀ ਮੋਟਰ ਚਲਾਉਂਦੇ ਆ ਜਾਂ ਉਹਦੇ ਵਿੱਚ ਆਪਣੀ ਬਾਈਕ 'ਤੇ ਬੈਠਦੇ ਆ ਤਾਂ ਕੋਈ ਨਹੀਂ। ਔਰ ਇਹਦੇ ਵਿੱਚ ਜਿੰਨੀ ਉੱਥੇ ਜਥੇਬੰਦੀਆਂ ਨੇ, ਸਿੱਖ ਜਥੇਬੰਦੀਆਂ, ਉਹਨਾਂ ਨੇ ਇਹ ਉਹਨਾਂ ਦੇ ਜਿਹੜੇ MP ਨੇ ਉਹਨਾਂ ਨਾਲ ਗੱਲ ਕੀਤੀ, ਸਲਾਹ ਕੀਤੀ, ਫਿਰ ਇਹ ਬਿੱਲ ਪੇਸ਼ ਹੋਇਆ। ਬਿੱਲ ਪੇਸ਼ ਹੋਣ ਤੋਂ ਬਾਅਦ ਇਹਦੇ ਵਿੱਚ ਉਹਨਾਂ ਨੇ ਸਾਰਾ ਉਹਨੂੰ ਪਾਸ ਕਰ ਦਿੱਤਾ। ਹੁਣ ਇਹਦੇ ਵਿੱਚ ਜੇ ਗਵਰਨਰ ਸਾਈਨ ਕਰ ਦੂਗਾ ਤਾਂ ਇਹ ਬਿਲਕੁਲ ਓਕੇ ਹੋ ਗਿਆ, ਕਿਉਂਕਿ ਉਹਦੇ ਵਿੱਚੋਂ ਵਿਧਾਨ ਸਭਾ 'ਚੋਂ ਨਿਕਲ ਕੇ ਆ ਗਿਆ, ਪਾਸ ਹੋ ਗਿਆ। ਔਰ ਇਹਦੇ ਵਿੱਚ ਅਮਰੀਕਨ ਜਿੰਨੇ ਵੀ ਜਿੱਥੇ ਲੋਕ ਨੇ ਬੜੇ ਖੁਸ਼ ਨੇ। ਹੁਣ ਬਾਕੀ ਸਟੇਟਾਂ ਵਿੱਚ ਵੀ ਇਸੇ ਹੀ ਕਾਨੂੰਨ ਦੀ ਜਿਹੜੀ ਪ੍ਰਕਿਰਿਆ ਲਾਗੂ ਹੋ ਸਕਦੀ ਹੈ ਔਰ ਮੇਰਾ ਖਿਆਲ ਹੈ ਪੂਰੇ ਅਮਰੀਕਾ 'ਚ ਹੀ ਹੋ ਜਾਊਗਾ। ਔਰ ਸਾਡੇ ਜਿੰਨੇ ਵੀ ਅਮਰੀਕਨ ਦਰਸ਼ਕ ਦੇਖ ਰਹੇ ਨੇ ਪ੍ਰੋਗਰਾਮ ਨੂੰ ਔਰ ਉਹ ਸੁਣ ਰਹੇ ਨੇ, ਉਹਨਾਂ ਨੂੰ ਪਤਾ ਹੈ, ਉਹਦੇ ਕੋਲ ਉੱਥੇ ਬੈਠੇ ਆ। ਅਸੀਂ ਮੀਡੀਆ ਰਾਹੀਂ ਇਹ ਨਿਊਜ਼ ਪ੍ਰਾਪਤ ਕੀਤੀ ਹੈ, ਪਰ ਉਹਨਾਂ ਨੂੰ ਇਹ ਵੀ ਪਤਾ ਹੋਏਗਾ ਕਿ ਬਾਹਰਲੇ ਬਾਕੀ ਸੂਬਿਆਂ ਵਿੱਚ ਵੀ ਜਿਹੜੇ 50 ਸੂਬੇ ਆ ਉਹਨਾਂ ਵਿੱਚ ਹੌਲੀ ਇਹ ਪ੍ਰਕਿਰਿਆ ਲਾਗੂ ਹੋ ਜੂਗੀ ਔਰ ਸਾਰੇ ਲੋਕ ਖੁਸ਼ ਹੋ ਜਾਣਗੇ। ਔਰ ਇਹ ਜੋ ਪੰਜਾਬ ਵਿੱਚ ਹੈ, ਜੋ ਹਿੰਦੁਸਤਾਨ ਵਿੱਚ ਹੈ, ਉਹੀ ਉਸੇ ਤਰ੍ਹਾਂ ਉੱਥੇ ਲਾਗੂ ਹੋ ਜੂਗਾ, ਕਿਉਂਕਿ ਸਾਡੇ ਬੜੀ ਵੱਡੀ ਤਾਦਾਦ 'ਚ ਲੋਕ ਰਹਿ ਰਹੇ ਉੱਥੇ, ਬੱਚੇ ਵੀ ਪੜ੍ਹਦੇ ਆ, ਔਰਤਾਂ ਵੀ ਆ ਉੱਥੇ, ਮਰਦ ਵੀ ਆ, ਬਜ਼ੁਰਗ ਵੀ ਆ, ਸਾਰੇ ਪਗੜੀ ਧਾਰੀ ਹੈਗੇ ਆ। ਔਰ ਖਾਸ ਕਰਕੇ ਇੱਕ ਬਹੁਤ ਵਿਲੱਖਣ ਗੱਲ ਹੈਗੀ ਕਿ ਜਿੰਨੇ ਉੱਥੇ ਪਹੁੰਚਦੇ ਨੇ ਲੋਕ ਆਪਣੀ ਪਗੜੀ ਨੂੰ ਨਹੀਂ ਭੁੱਲਦੇ। ਪਗੜੀ ਸਗੋਂ ਜਿਹੜੇ ਨਹੀਂ ਵੀ ਬੰਨ੍ਹਦੇ ਉਹ ਵੀ ਉੱਥੇ ਬੰਨ੍ਹਦੇ ਹੈਗੇ ਆ। ਇਹ ਸਿਰਫ ਜਿਹੜੀ ਲਾਪਰਵਾਹੀ ਜਾਂ ਜਿਹੜੀ ਮੰਨ ਲਓ ਗਲਤੀ ਹੈਗੀ ਇਹ ਪੰਜਾਬ ਵਿੱਚ ਜਾਂ ਬਾਹਰਲੇ ਸੂਬਿਆਂ ਵਿੱਚ ਮੰਨੀ ਜਾਂਦੀ ਹੈ। ਔਰ ਇੱਥੇ ਮੁੰਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਇਹ ਪਗੜੀਆਂ ਤੋਂ ਥੋੜ੍ਹਾ ਜਿਹਾ ਦੂਰ ਜਾ ਰਹੇ ਸੀਗੇ, ਪਰ ਹੁਣ ਹੌਲੀ ਇਸ ਪ੍ਰਕਿਰਿਆ ਨੂੰ ਉਹਨਾਂ ਨੇ ਆਪਣੇ ਨੇੜੇ ਲਾ ਲਿਆ। ਔਰ ਬਾਹਰਲੇ ਦੇਸ਼ਾਂ ਵਿੱਚ ਤਾਂ ਬਹੁਤ ਜ਼ਰੂਰੀ ਹੈ ਔਰ ਪਤਾ ਲੱਗ ਜਾਂਦਾ ਕਿ ਲੱਖਾਂ ਵਿੱਚ ਖਲੋਤਾ ਹੀ ਬੰਦਾ ਲੱਗਦਾ ਵੀ ਪੰਜਾਬੀ ਹੈ, ਸਰਦਾਰ ਹੈ, ਗੁਰੂ ਦਾ ਸਿੱਖ ਹੈਗਾ। ਔਰ ਬਾਕੀਆਂ ਦਾ ਤਾਂ ਚਲੋ ਹੈ ਹੀ ਆ, ਹਿਊਮਨਿਟੀ ਹੈ, ਸਾਰੇ ਹੀ ਹਿਊਮਨ ਰਾਈਟਸ ਨੂੰ ਮੰਨਦੇ ਆ, ਪਰ ਆਇਡੈਂਟੀਟੀ ਇਹਦੇ ਨਾਲ ਬਣ ਜਾਂਦੀ। ਤੁਹਾਡੀ ਪਛਾਣ ਚਿੰਨ੍ਹ, ਤੁਸੀਂ ਗੱਡੀ 'ਚ ਜਾਂ ਕਾਰ 'ਚ ਜਾਂ ਕਿਤੇ ਜਾ ਰਹੇ ਜੇ ਬੈਠੇ ਜੇ ਤਾਂ ਪਤਾ ਲੱਗਦਾ ਕਿ ਜਾ ਰਿਹਾ ਸਰਦਾਰ ਜਾ ਰਿਹਾ ਹੈਗਾ, ਇਹ ਤੁਹਾਡੀ ਪਛਾਣ ਚਿੰਨ੍ਹ ਹੈਗੀ ਆ, ਤਾਂ ਕਿ ਉਹਨਾਂ ਨੂੰ ਪਤਾ ਕਿ ਭਲਾ ਕਰ ਦੂਗਾ ਕਿਸੇ ਦਾ। ਇਹ ਕਿਸੇ ਲਈ ਵਿਰੋਧਤਾ ਨਹੀਂ ਮੁੱਲ ਲਊਗਾ, ਕਿਸੇ ਨਾਲ ਲੜੂਗਾ ਨਹੀਂ, ਉਹ ਨਹੀਂ ਹੈਗਾ। ਕਿਉਂਕਿ ਇੱਕ ਸਿਧਾਂਤ ਆ, ਪ੍ਰਿੰਸੀਪਲ ਆ, ਜਿਹਦੇ 'ਤੇ ਚੱਲ ਕੇ ਵਿਧੀ ਵਿਧਾਨ ਜਿਹਦੇ 'ਤੇ ਚੱਲ ਕੇ ਸਾਰਿਆਂ ਲੋਕਾਂ ਦਾ ਭਲਾ ਮੰਗਦੇ ਆ। ਇਹ ਪ੍ਰਕਿਰਿਆ ਹੁਣ ਅਮਰੀਕਾ ਵਿੱਚ ਪ੍ਰਚਲਿਤ। ਆਪਣੇ ਮਾਤਾ ਜੀ ਦੀ ਇੱਕ ਗੱਲ ਦੇ ਨਾਲ ਫਿਰ ਅਗਲੇ ਵਿਸ਼ੇ ਤੇ ਜਾਣਾ। ਮੇਰੇ ਮਾਤਾ ਜੀ ਇਹ ਮੈਨੂੰ ਕਹਿੰਦੇ ਹੁੰਦੇ ਨੇ ਕਿ ਜਦੋਂ ਆਪਾਂ ਆਪਣੇ ਸਿਰ ਦੇ ਉੱਤੇ ਦਸਤਾਰ ਸਜਾ ਲੈਂਦੇ ਆ ਤਾਂ ਉਹਦਾ ਮਤਲਬ ਇਹ ਹੈ ਕਿ ਆਪਾਂ ਆਪਣੇ ਮਨ ਦੇ ਵਿੱਚ ਕੋਈ ਖੋਟ ਨਹੀਂ ਰੱਖਣੀ। ਜੀ ਬਸ ਇੰਨੀ ਗੱਲ ਯਾਦ ਰੱਖੋ, ਸਹੀ ਗੱਲ, ਬਾਕੀ ਸਭ ਠੀਕ ਹੈ। ਆਪਣੇ ਮਨ ਦੇ ਵਿੱਚ ਕੋਈ ਖੋਟ ਨਹੀਂ ਰੱਖਣੀ ਕਿਉਂਕਿ ਤੁਸੀਂ ਦਸਤਾਰ ਸਜਾਈ ਹੋਈ ਹੈ।
ਆਂਦੇ ਨੇ ਰਫਤਾਰ, ਗਫਤਾਰ ਤੇ ਦਸਤਾਰ, ਇਹ ਤਿੰਨੇ ਜਦੋਂ ਮਿਲ ਜਾਂਦੀਆਂ ਤਾਂ ਤੁਹਾਡੀ ਆਇਡੈਂਟੀਟੀ, ਤੁਹਾਡੀ ਪਰਸਨੈਲਿਟੀ, ਤੁਹਾਡਾ ਜਿਹੜੀ ਸ਼ਖਸੀਅਤ ਹੈ ਵੱਖਰੀ ਤਰ੍ਹਾਂ ਦੀ ਉੱਭਰ ਆਉਂਦੀ ਹੈ। ਗੱਲਬਾਤ ਕਰਨ ਦਾ ਤਰੀਕਾ, ਗੁਫਤਾਰ ਜਿਹੜੀ ਗੁਫ਼ਤਗੂ ਕਰਨੀ ਹੈ, ਔਰ ਰਫਤਾਰ ਚੱਲਣ ਦੀ ਜਿਹੜੀ ਹੈਗੀ ਹੈ, ਤੁਸੀਂ ਸਿੱਧੇ ਚੱਲਦੇ ਜੇ, ਸਿਰ ਝੁਕਾ ਕੇ ਨਹੀਂ ਚੱਲਦੇ, ਛਾਤੀ ਤਾਣ ਕੇ ਚੱਲਦੇ ਜੇ, ਔਰ ਪਤਾ ਹੈਗਾ ਕਿ ਇਹ ਬੰਦਾ ਨਰੋਆ ਹੈਗਾ, ਰਿਸ਼ਟ ਪੁਸ਼ਟ ਹੈਗਾ, ਸੱਚਾ ਸੁੱਚਾ ਬੰਦਾ ਹੈਗਾ। ਔਰ ਦਸਤਾਰ ਗੁਰੂ ਮਹਾਰਾਜ ਨੇ ਬਖਸ਼ਿਸ਼ ਜਿਹੜੀ ਕੀਤੀ ਹੈ, ਇਹਦੇ ਨਾਲ ਵੀ ਤੁਹਾਡੀ ਇੱਕ ਤਰ੍ਹਾਂ ਦੀ ਆਇਡੈਂਟੀਟੀ ਹੈਗੀ ਆ। ਚਾਹੇ ਮੁਸਲਮ ਵੀ ਬੰਦੇ ਆ, ਚਾਹੇ ਪਠਾਨ ਵੀ ਆ, ਮੁਗਲ ਵੀ ਆ, ਔਰ ਉਹਦੇ ਨਾਲ ਜੋ 10ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਇਹ ਵੀ ਇਲਾਹੀ ਚੀਜ਼ ਹੈ। ਬਰਤਾਨੀਆ ਨੇ ਜੋ ਟੂਰਿਸਟ ਵੀਜ਼ਾ, ਸਟੂਡੈਂਟ ਵੀਜ਼ਾ, ਉਹਦੀ ਫੀਸ ਵਧਾ ਦਿੱਤੀ ਹੈ। ਰਿਸ਼ੀ ਸੁਨਕ ਸਾਹਿਬ ਨੇ ਪਹਿਲਾਂ ਹੀ ਗੱਲ ਕੀਤੀ ਸੀ ਸਰਚਾਰਜ ਦੀ, ਜਦੋਂ ਉਹ ਪਾਵਰ ਦੇ ਵਿੱਚ ਆਏ ਨੇ। ਹੁਣ ਕਿਤੇ ਨਾ ਕਿਤੇ ਉਹ ਚੀਜ਼ ਇੰਪਲੀਮੈਂਟ ਹੋ ਰਹੀ ਹੈ, ਔਰ 4 ਅਕਤੂਬਰ ਤੋਂ ਇਹ ਦੋਵੇਂ ਫੀਸਾਂ ਵਧੀਆਂ ਪਈਆਂ ਨੇ। ਟੂਰਿਸਟ ਵੀਜ਼ਾ ਔਰ ਸਟੂਡੈਂਟ ਵੀਜ਼ਾ, ਜਦੋਂ ਤੁਸੀਂ ਇੰਗਲੈਂਡ ਜਾਣਾ, ਯੂਨਾਈਟਿਡ ਕਿੰਗਡਮ ਜਾਣਾ, ਤਾਂ ਇਸ ਚੀਜ਼ ਦਾ ਹੁਣ ਧਿਆਨ ਰੱਖਣਾ ਹੈ। ਮਹਿੰਗਾ ਪੈ ਗਿਆ ਜੀ, ਹੁਣ ਮਹਿੰਗਾ ਪੈ ਗਿਆ, ਵਲਾਇਤ ਜਾਣਾ, ਪੜ੍ਹਾਈ ਮਹਿੰਗੀ ਪੈ ਗਈ, ਮਾਪਿਆਂ ਨੂੰ ਪੜ੍ਹਾਈ ਮਹਿੰਗੀ ਪੈ ਗਈ ਆ। ਖਾਸ ਕਰਕੇ ਜਿਹੜਾ ਤੁਸੀਂ ਇਹ ਖਬਰ ਦੱਸੀ 4 ਅਕਤੂਬਰ ਨੂੰ ਸ਼ੁਰੂ ਹੋ ਰਹੀ ਆ, ਔਰ ਇਹਦੇ ਵਿੱਚ ਰਿਸ਼ੀ ਸੁਨਕ ਸਾਹਿਬ ਨੇ ਤਾਂ ਕਿਹਾ ਸੀ ਕਿ ਇਹਦੇ ਵਿੱਚ ਹੈਲਥ ਡਿਪਾਰਟਮੈਂਟ ਹੈ, ਔਰ ਨਾਲ ਲੱਗਦੇ ਕਰਮਚਾਰੀ ਨੇ ਜਿਹੜੇ ਉਹਨਾਂ ਦੀਆਂ ਤਨਖਾਹਾਂ ਵਧਾਉਣ ਲਈ, ਔਰ ਟੈਕਸਿਸ ਜਿਹੜੇ ਆ ਉਹ ਜਿਹੜੇ ਭਰ ਰਹੇ ਸੀ ਉਹ ਪੂਰਾ ਕਰਨ ਲਈ 1 ਅਰਬ ਕਰੋੜ ਜਿਹੜਾ ਇਹਦੇ 'ਤੇ ਪੈਸਾ ਵਸੂਲ ਕਰ ਲੈਣਾ। ਔਰ ਇਹਦੇ ਵਿੱਚ 15% ਸੈਲਾਨੀ ਟੂਰਿਸਟ ਨੇ ਜਿਹੜੇ, ਔਰ ਉਹਦੇ 'ਚ 115 ਜਿਹੜੇ ਆ ਉਹ ਪਾਉਂਡ ਜਿਹੜੇ ਵਧੇ ਆ, ਜਿਹੜੇ ਵਿਦਿਆਰਥੀ ਆ ਜਿਹੜੇ ਵੀਜ਼ਾ ਲੈਣਗੇ, ਸਟੱਡੀ ਵੀਜ਼ਾ, ਉਹਨਾਂ ਦੇ, ਔਰ ਪਾ ਲਾ ਕੇ ਜ਼ਿਆਦਾ ਬੋਝ ਸਟੂਡੈਂਟਸ ਦੇ ਆ। ਔਰ ਅੱਗੇ ਵੀ ਲੋਕ ਜਿਹੜੇ ਬੱਚੇ ਨੇ ਪੰਜਾਬ ਤੋਂ ਜਾ ਰਹੇ ਆ, ਹੁਣ ਉੱਧਰ ਘੱਟ ਜਾ ਰਹੇ ਆ, ਜੋ ਤਾਦਾਦ ਜ਼ਿਆਦਾ ਕੈਨੇਡਾ, ਅਮਰੀਕਾ ਵਾਲੇ ਪਾਸੇ ਆ, ਨਿਊਜ਼ੀਲੈਂਡ ਵਾਲੇ ਪਾਸੇ ਆ। ਪਹਿਲਾ ਜ਼ਮਾਨਾ ਸੀ ਜਦੋਂ ਬਰਤਾਨੀਆ 'ਚ, ਲੰਡਨ 'ਚ ਪੜ੍ਹਨ ਜਾਂਦੇ ਸੀਗੇ। ਹਾਲਾਂਕਿ ਐਜੂਕੇਸ਼ਨ ਦਾ ਸਟੈਂਡਰਡ ਬਹੁਤ ਅੱਛਾ, ਪਰ ਪੜ੍ਹਾਈ ਮਹਿੰਗੀ ਆ, ਰੈਜ਼ੀਡੈਂਸ ਜਿਹੜਾ ਰਹਿਣਾ ਉਹ ਵੀ ਬਹੁਤ ਮਹਿੰਗਾ ਹੈਗਾ, ਵਹੀਕਲ ਵੀ ਬਹੁਤ ਮਹਿੰਗੀ ਹੈ ਉੱਥੇ ਆਉਣ ਜਾਣ ਲਈ ਹੈਗੀ ਹੈ। ਇਸ ਕਰਕੇ ਬੱਚੇ ਜਿਹੜੇ ਘੱਟ ਮਾਈਕ ਪੈਸਾ ਖਰਚ ਕਰ ਸਕਦੇ ਆ, ਉਹ ਨਹੀਂ ਜਾ ਰਹੇ। ਔਰ ਜਿਹੜੇ VVIP ਨੇ, ਜਿਹੜੇ IPS ਆ, IS ਅਧਿਕਾਰੀ ਆ, ਉਹਨਾਂ ਦੇ ਬੱਚੇ ਤਾਂ ਜਾਂਦੇ ਆ, ਕਿਉਂਕਿ ਯੂਨੀਵਰਸਿਟੀਆਂ ਬਹੁਤ ਅੱਛੀਆਂ, ਜਿਹੜਾ ਸਟੈਂਡਰਡ ਐਜੂਕੇਸ਼ਨ ਦਾ ਬਹੁਤ ਹੈਗਾ, ਕੋਈ ਰਲ ਗੋਬਾ ਨਹੀਂ ਗਾ ਇੱਧਰ ਉੱਧਰ ਦੀਆਂ ਹੈਗੀਆਂ ਆਫਰ ਲੈਟਰ ਜਿਹੜੀਆਂ ਆਉਂਦੀਆਂ, ਪਰ ਐਜੂਕੇਸ਼ਨ ਮਹਿੰਗੀ ਆ, ਹੁਣ ਹੋਰ ਮਹਿੰਗੀ ਹੋ ਗਈ। ਔਰ ਇਹਦੇ 'ਚ ਰਿਸ਼ੀ ਸੁਨਕ ਜਦੋਂ ਆ ਗਿਆ, ਉਹਨਾਂ ਨੇ ਇਹਦੇ ਬਾਰੇ ਕੋਈ ਉਹ ਨਹੀਂ ਕੀਤਾ ਕਿ ਇਹਨਾਂ ਦੀ ਘਟਾ ਰਹੀ, ਸਟੂਡੈਂਟਸ ਦਾ ਸਭ ਤੋਂ ਵੱਧ ਹੋ ਗਿਆ। ਔਰ ਉਹਦੇ ਵਿੱਚ ਜਿਹੜਾ ਪੈਸਾ ਇਕੱਠਾ ਕਰਕੇ ਇਹਨਾਂ ਨੇ ਜਿਹੜਾ ਐਮਬੈਸੀ 'ਚ, ਐਕਚੁਅਲੀ ਇਹ ਉਹਦੇ ਵਿੱਚ ਪਾਰਲੀਮੈਂਟ 'ਚ ਡਿਸਕਸ ਹੋਇਆ, ਉਹ ਤੋਂ ਬਾਅਦ ਇਹ ਬਿੱਲ ਬਣ ਗਿਆ। ਬਿੱਲ ਬਣਨ ਤੋਂ ਬਾਅਦ ਉਹਦੀ ਪ੍ਰਧਾਨਗੀ ਰਿਸ਼ੀ ਸੁਨਕ ਸਾਹਿਬ ਨੇ ਕੀਤੀ ਔਰ ਇਹਨੂੰ ਓਕੇ ਕਰਕੇ ਇਹਨਾਂ ਨੇ ਐਮਬੈਸੀ ਨੂੰ ਉਹ ਭੇਜ ਦਿੱਤਾ, ਔਰ ਐਮਬੈਸੀ ਨੇ ਹੁਣ ਉਹ ਲਾਗੂ ਕਰ ਦੇਣਾ। ਔਰ ਇਹਦੇ ਵਿੱਚ ਨਾ ਕੇਵਲ ਇੰਡੀਆ ਨੂੰ, ਨਾ ਬਾਕੀ ਜਿਹੜੇ ਗਰੀਬ ਦੇਸ਼ ਨੇ ਹੋਰ, ਉਹਨਾਂ ਨੂੰ ਵੀ ਇਹ ਸਾਰਾ ਬਰਡਨ ਚੁੱਕਣਾ ਪਊਗਾ, ਬੋਝ ਪੈ ਗਿਆ। ਬਾਹਰਲੇ ਦੇਸ਼ ਹੋਰ ਵੀ ਆ ਰਹੇ ਆ, ਕੇਵਲ ਸਿਰਫ ਇੰਡੀਆ ਨਹੀਂ ਜਾ ਰਿਹਾ, ਬਾਹਰਲੇ ਦੇਸ਼ ਹੋਰ ਵੀ ਆ ਰਹੇ ਸਟੱਡੀ ਲਈ, ਕਿਉਂਕਿ ਉਹਦੇ ਨਾਲ ਜਿਹੜੇ ਵੀ ਸਟੂਡੈਂਟਸ ਨੇ ਉੱਥੇ ਯੂਨੀਵਰਸਿਟੀਆਂ ਬਹੁਤ ਅੱਛੀਆਂ, ਔਰ ਉਹ ਹੁਣ ਨਾਲ ਬੱਚੇ ਨੇ ਕਿਤਾਬਾਂ ਵੀ ਖਰੀਦਣੀਆਂ, ਕੱਪੜੇ ਵੀ ਲੈ ਕੇ ਜਾਣੇ ਆ, ਰਿਹਾਇਸ਼ ਵੀ ਹੈ। ਲੰਡਨ ਰਹਿਣ ਲਈ ਬਹੁਤ ਮਹਿੰਗਾ, ਫਿਰ ਬੱਚੇ ਬਰਮਿੰਗਮ ਤੱਕ ਜਾਂਦੇ ਆ, ਉੱਥੋਂ ਆਵਾਜਾਈ, ਆਉਣ ਜਾਣ, ਗੱਡੀਆਂ ਦਾ ਤੇਲ ਥੋੜ੍ਹਾ ਉਹ ਸਸਤਾ ਹੈਗਾ। ਲੰਡਨ ਕੰਜਸਟਡ ਵੀ ਆ, ਤੁਹਾਨੂੰ ਗੱਡੀ ਚਲਾਉਣੀ, ਕਾਰ ਚਲਾਉਣੀ ਵੀ ਬਹੁਤ ਔਖੀ ਹੋ ਜਾਂਦੀ ਹੈ। ਬੇਸਿਕਲੀ ਕੰਟਰੀ ਛੋਟਾ ਹੈਗਾ, ਇਹਦੀ ਆਬਾਦੀ ਵੀ ਆਪਣੇ ਪੰਜਾਬ ਜਿੰਨੀ ਤਾਂ ਆਬਾਦੀ ਸਾਰੀ 3 ਕਰੋੜ ਦੇ ਲਗਭਗ ਜਿੰਨੀ ਹੈ। ਔਰ ਉਹਦੇ ਤੋਂ ਬਾਅਦ ਜਿਹੜੇ ਬਾਕੀ ਮਾਈਗ੍ਰੇਟਰੀ ਲੋਕ ਜਾਂਦੇ ਆ, ਜਿੰਨੇ ਸਾਡੇ ਮੁੰਡੇ ਜਾਂਦੇ ਉਹਨਾਂ ਨੂੰ ਕੰਮ ਵੀ ਘੱਟ ਮਿਲਦਾ। ਬਾਹਰਲੇ ਹੋਰ ਵੀ ਜਿਹੜੇ ਲੋਕ ਉੱਥੇ ਵਿਜ਼ਿਟਰ ਆ ਕੇ ਬਹਿ ਜਾਂਦੇ, ਉਹ ਵੀ ਕੰਮ ਕਰਦੇ ਆ। ਜਿੰਨਾ ਕੰਮ ਅਮਰੀਕਾ 'ਚ, ਕੈਨੇਡਾ 'ਚ ਮਿਲਦਾ, ਉਹਨਾਂ ਇੱਥੇ ਨਹੀਂ ਮਿਲਦਾ, ਕਿਉਂਕਿ ਇੱਥੇ ਲੇਬਰ ਜ਼ਿਆਦਾ ਚੱਲ ਜਾਂਦੀ ਆ। ਉਹੀ ਹੈ ਜਿਸ ਤਰ੍ਹਾਂ ਪੰਜਾਬ ਵਿੱਚ ਬਾਹਰਲੇ ਸੂਬਿਆਂ 'ਚੋਂ ਆ ਜਾਂਦੇ ਆ, ਅਤੇ ਜਿਹੜੇ ਸਾਡੇ ਲੋਕਲ ਲੋਕ ਨੇ ਇੱਥੇ ਵਿਚਾਰੇ ਵਾਂਝੇ ਰਹਿ ਜਾਂਦੇ ਕੰਮ ਤੋਂ, ਉਹਨਾਂ ਨੂੰ ਦਿਹਾੜੀ ਨਹੀਂ ਮਿਲਦੀ, ਕੰਮ ਨਹੀਂ ਮਿਲਦਾ, ਕਿਉਂਕਿ ਇਹ ਸਸਤੇ ਆ। ਇਸੇ ਤਰ੍ਹਾਂ ਸਾਡੇ ਲੋਕ ਜਿਹੜੇ ਜਾਂਦੇ ਮਾਈਗ੍ਰੇਟਰੀ ਤੌਰ 'ਤੇ ਕੰਮ ਕਰਦੇ ਉੱਥੇ, ਪ੍ਰਵਾਸੀ ਜਾਂ ਮਾਈਗ੍ਰੇਟਰੀ, ਉਹ ਕੰਮ ਕਰਦੇ ਆ, ਉਹ ਸਸਤੇ ਤੌਰ 'ਤੇ ਮਿਲ ਜਾਂਦੇ ਆ। ਜਿਹੜੇ ਉੱਥੋਂ ਦੇ ਆ ਉਹ ਵਿਚਾਰੇ ਕੰਮ ਨਹੀਂ ਕਰ ਸਕਦੇ, ਔਰ ਬੇਸਿਕਲੀ ਉਹਨਾਂ ਨੂੰ ਤਾਂ ਵੈਸੇ ਸਟੱਡੀ ਵੀ ਫਰੀ ਆ, ਮੈਡੀਕਲ ਫਰੀ ਆ, ਐਜੂਕੇਸ਼ਨ ਫਰੀ ਆ, ਹੈ ਨਾ, ਸਾਰਾ ਕੁਝ ਫਰੀ ਆ। ਔਰ ਸਾਡੇ ਲੋਕ ਉੱਥੇ ਕੰਮ ਕਰਕੇ ਉਹ ਦਿਖਾ ਦਿੰਦੇ ਕੰਮ ਕੀਤਾ, ਮਾਈਕ ਔਕੜਾਂ ਨੂੰ ਦੂਰ ਕਰ ਦਿੰਦੇ ਆ, ਔਰ ਸਟੇਬਿਲਟੀ ਦੇ ਦਿੰਦੇ ਆ। ਅਮਰੀਕਾ 'ਚ ਵੀ, ਕੈਨੇਡਾ 'ਚ ਵੀ ਸਾਡੇ ਜਿਹੜੇ ਪੰਜਾਬੀ ਨੇ ਖਾਸ ਤੌਰ 'ਤੇ ਉੱਭਰ ਕੇ ਸਾਹਮਣੇ ਆਏ ਆ। ਬਾਗ ਬਗੀਚੇ ਇਹਨਾਂ ਦੇ, ਜਹਾਜ਼ ਇਹਨਾਂ ਦੇ ਆਪਣੇ ਹੈਗੇ, ਪਾਰਕਾਂ ਇਹਨਾਂ ਦੀਆਂ ਆਪਣੀਆਂ ਹੈਗੀਆਂ, ਸਾਰਾ ਕੁਛ ਇਹਨਾਂ ਦਾ ਉੱਥੇ ਹੈ। ਮਿਹਨਤ ਦਾ ਸਦਕਾ ਹੈ ਸਾਰਾ ਕੁਛ, ਬਿਲਕੁਲ ਮਿਹਨਤ ਦਾ ਸਦਕਾ ਹੈ। ਔਰ ਮਿਹਨਤ ਕਿਤੇ ਵੀ ਜਾਓ, ਤੁਹਾਨੂੰ ਉਹਦਾ ਮੁੱਲ ਪੈ ਜਾਵੇ ਜੀ, ਤਾਂ ਬਹੁਤ ਵਧੀਆ ਜੀਵਨ ਬੀਤ ਜਾਂਦਾ, ਕਿਉਂਕਿ ਇਨਸਾਨ ਦੀ ਮਿਹਨਤ ਦਾ, ਇਨਸਾਨ ਦੇ ਗੁਣਾਂ ਦਾ ਮੁੱਲ ਪੈਣਾ ਚਾਹੀਦਾ। ਸਹੀ ਗੱਲ, ਤਾਂ ਹੀ ਇਨਸਾਨ ਜ਼ਿੰਦਗੀ ਦੇ ਵਿੱਚ ਤਰੱਕੀ ਕਰਦਾ ਹੈ। ਔਰ ਜਿੱਥੇ ਵੀ ਉਹਦੇ ਗੁਣਾਂ ਦਾ ਮੁੱਲ ਪੈਂਦਾ ਹੈ, ਜਿੱਥੇ ਵੀ ਉਹਦੀ ਮਿਹਨਤ ਦਾ ਮੁੱਲ ਪੈਂਦਾ ਹੈ, ਉਹਨੂੰ ਜ਼ਰੂਰ ਉੱਥੇ ਜਾਣਾ ਚਾਹੀਦਾ ਹੈ। ਇੱਕ ਵੀਡੀਓ ਹੈ, ਕਦੇ ਦੇਖਿਓ ਸੋਸ਼ਲ ਮੀਡੀਆ 'ਤੇ, ਇੱਕ ਕੁੜੀ ਆ, ਸੈਂਡੀ ਉਹਦਾ ਨਾਂ ਕੁਛ ਹੈ, ਔਰ ਉਹ ਕੁੜੀ ਬੋਲ ਰਹੀ ਹੈ, ਉਹ ਕਹਿੰਦੀ ਮੈਂ ਜਦੋਂ ਆਈ ਇੱਥੇ ਕੈਨੇਡਾ
ਸਟੱਡੀ ਲਈ। ਤੇ ਮੈਨੂੰ ਉਦੋਂ ਬਾਅਦ ਸਟੱਡੀ ਖਤਮ ਹੋ ਗਈ ਤੇ ਮੈਨੂੰ ਬਹੁਤ ਜਨਾਨੀਆਂ ਮਿਲਣੀਆਂ ਪਾਰਕਾਂ 'ਚ। ਉਹਨੇ ਕਹਿਣਾ, ਕੁੜੀਏ ਤੂੰ ਕਿੱਧਰ ਆ ਗਈ, ਤੈਨੂੰ ਪਤਾ ਨਹੀਂ ਗਾ ਇੱਥੇ ਕੰਮ ਨਹੀਂ ਗਾ, ਤੂੰ ਫਿਰ ਪੈਸਾ ਬਰਬਾਦ ਕਰੇਂਗੀ, ਤੂੰ ਆਪਣੀ ਸਿਹਤ ਖਰਾਬ ਕਰੇਂਗੀ। ਕਹਿੰਦੀ ਇੱਕਦਮ ਤਾਂ ਮੈਂ ਥਿੜਕੀ ਪਈ, ਇਹ ਕੀ ਗੱਲ ਹੈਗੀ, ਕੀ ਕਹਿ ਰਹੀ ਹਾਂ। ਫਿਰ ਮੈਨੂੰ ਕੁਛ ਹੋਰ ਸਿਆਣੇ ਲੋਕ ਸੀ, ਉਹਨਾਂ ਨੇ ਪਾਰਕਾਂ 'ਚ ਬੈਠੇ ਬਜ਼ੁਰਗਾਂ ਨੇ ਕਿਹਾ, ਬੇਟਾ ਆਈਆਂ ਤੂੰ ਕੰਮ ਕਰ, ਮਿਹਨਤ ਦਾ ਪੱਲਾ ਫੜ, 24 ਘੰਟੇ ਕੰਮ ਕਰ ਔਰ ਉਹਦੇ ਨਾਲ ਤੇਰੀ ਸਾਰੀ ਕਾਇਆ ਕਲਪ ਸੁਧਰ ਜਾਏਗੀ। ਕਹਿੰਦੀ ਮੈਂ ਉਹਨਾਂ ਦੀ ਗੱਲ ਪੱਲੇ ਬੰਨ੍ਹ ਲਈ, ਮੈਂ ਕੰਮ ਕੀਤਾ ਰਾਤ ਦਿਨ, ਮੈਂ ਆਪਣਾ ਘਰ ਬਣਾ ਲਿਆ, ਗੱਡੀਆਂ ਖਰੀਦ ਲਈਆਂ, ਮਾਂ ਪਿਓ ਨੂੰ ਬੁਲਾ ਲਿਆ। ਔਰ ਮੈਂ ਪਹਿਲਾਂ ਸੋਚਦੀ ਸੀ ਕਿ ਮੈਂ ਕੀ ਕਰ ਲਿਆ, ਮੈਂ ਮਾਂ ਪਿਓ ਦਾ ਪੈਸਾ ਬਰਬਾਦ ਕਰਤਾ। ਮੈਂ ਇੱਥੇ ਆਈ, ਜਹਾਜ਼ਾਂ ਦੀਆਂ ਟਿਕਟਾਂ ਲਈਆਂ, ਇੱਥੇ ਪੜ੍ਹਾਈ ਦਾ ਪੈਸਾ ਦਿੱਤਾ ਔਰ ਉਦੋਂ ਬਾਅਦ ਪੜ੍ਹਾਈ ਕਰਕੇ ਮੈਂ ਕਿੱਥੇ ਜਾਊਂਗੀ, ਕੀ ਕਰੂੰਗੀ। ਕਹਿੰਦੀ ਅੱਜ ਮੈਂ ਪੂਰੇ ਉੱਥੇ ਲੋਕਾਂ ਨਾਲ ਗੱਲਾਂ ਕਰਦੀ ਹਾਂ, ਲੋਕ ਮੇਰੇ ਕੋਲ ਸਲਾਹ ਲੈਂਦੇ ਆ। ਇਹ ਹੈਗੀ ਮਿਹਨਤ, ਇਹ ਹੈਗੀ ਹਾਰਡ ਵਰਕਿੰਗ। ਇਹਦੇ 'ਚ ਹੈਗਾ ਕਿ ਤੁਸੀਂ ਮੂਲ ਮੁੱਦੇ 'ਤੇ ਪਹੁੰਚਣਾ, ਮਿਹਨਤ ਕਰੋ। ਜੇ ਤੁਸੀਂ ਗੱਲਾਂ ਹੀ ਕਰਨੀਆਂ ਸਿਰਫ ਜ਼ਬਾਨ ਹੀ ਚਲਾਉਣੀ, ਫਿਰ ਕੁਝ ਨਹੀਂ, ਹੱਥ ਚਲਾਉਣੇ, ਕੰਮ ਕਰਨਾ, ਪੈਸਾ ਕਮਾਉਣਾ। ਇਹ ਹੈਗਾ ਪਸੀਨਾ ਆ ਗਏ, ਜੋ ਪਸੀਨਾ ਆ ਗਿਆ, ਪੈਸਾ ਆ ਗਿਆ ਤੁਹਾਡੇ ਕੋਲ ਤੇ ਸਾਰਾ ਕੁਝ ਆ ਗਿਆ। ਨਹੀਂ ਤਾਂ ਫਿਰ ਸੜਕਾਂ 'ਤੇ ਤੁਰੇ ਫਿਰ ਗਏ, ਜਿੱਦਾਂ ਤੁਸੀਂ ਗੱਲ ਕੀਤੀ ਹੈ, ਫੁੱਟਪਾਥਾਂ 'ਤੇ ਪੈ ਜਾਓਗੇ। ਉਹ ਵੀ ਕਈ ਗਰੀਬ ਲੋਕ ਵੀ ਇਹ ਵੀ ਕੰਮ ਨਹੀਂ ਕਰਦੇ, ਕੰਮ ਤਾਂ ਕਰਨਾ ਪਊਗਾ। ਉਹ ਮੰਗਣਾ ਜਿਹੜਾ ਹੱਥ ਅੱਡਣਾ ਵੀ ਮਾੜੀ ਗੱਲ ਹੈ। ਪੰਜਾਬੀ ਤੁਸੀਂ ਕਿਤੇ ਚੱਲ ਜਾਓ, ਕੋਈ ਤੁਹਾਨੂੰ ਮੰਗਤਾ ਬੈਗਰ ਨਹੀਂ ਲੱਭੂਗਾ, ਰਿਕਸ਼ਾ ਚਲਾਉਂਦਾ ਨਹੀਂ ਮਿਲੂਗਾ, ਕੰਮ ਕਰਦੇ ਮਿਲਣਗੇ ਤੁਹਾਨੂੰ। ਇਹ ਜਿੱਥੇ ਵੀ ਜਾਂਦੇ ਪੰਜਾਬੀ, ਇਹਨਾਂ ਦਾ ਇੱਕ ਆਪਣਾ ਕਿਰਦਾਰ ਆ ਕੰਮ ਦਾ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਜੀ। ਕਿਰਦਾਰ ਹਮੇਸ਼ਾ ਪੰਜਾਬੀ ਸਾਹਮਣੇ ਰੱਖਦੇ ਨੇ। ਬਿਲਕੁਲ। ਸੋ ਵੈਸੇ ਹਰ ਬੰਦਾ ਹੀ ਕਿਰਦਾਰ ਸਾਹਮਣੇ ਰੱਖਦਾ ਹੈ ਜ਼ਰੂਰ, ਔਰ ਕਿਰਦਾਰ ਹੀ ਇੱਜ਼ਤ ਹੈ ਔਰ ਹਰ ਚੀਜ਼ ਨੂੰ ਇੱਜ਼ਤ ਦੇ ਤੌਰ 'ਤੇ ਹੀ ਦੇਖਣਾ ਚਾਹੀਦਾ ਹੈ। ਸੋ ਆਪਾਂ ਅੱਗੇ ਵਧੀਏ। ਲੋਕਤੰਤਰ ਨੂੰ ਬਚਾਉਣਾ ਹੈ, ਕਿਉਂਕਿ ਹੁਣ ਅਸੀਂ ਭਾਰਤ ਦੀ ਗੱਲ ਕਰ ਰਹੇ ਹਾਂ ਜੀ। ਲੋਕਤੰਤਰ ਨੂੰ ਜੇ ਬਚਾਉਣਾ ਹੈ, ਇੰਡੀਆ ਵੀ ਕਹਿ ਸਕਦੇ ਜੀ, ਇੰਡੀਆ ਵੀ ਕਹਿ ਸਕਦੇ ਹਾਂ, ਇੰਡੀਆ ਭਾਰਤ, ਕਿਉਂਕਿ ਹਜੇ ਚੱਲਦਾ ਪਿਆ, ਸਪੈਸ਼ਲ ਸੈਸ਼ਨ ਚੱਲਦਾ ਪਿਆ ਜੀ ਔਰ ਸੋਮਵਾਰ ਤੋਂ ਸ਼ੁਰੂ ਹੋਣਾ, ਸੋਮਵਾਰ ਤੋਂ ਜੀ। ਤੇ ਲੋਕਤੰਤਰ ਨੂੰ ਬਚਾਉਣ ਦੇ ਲਈ ਇਹ ਜਿਹੜੀ ਤਾਨਾਸ਼ਾਹ ਸਰਕਾਰ ਹੈ ਭਾਰਤ ਦੇ ਵਿੱਚ, ਇਹਨੂੰ ਹਟਾਉਣਾ ਜ਼ਰੂਰੀ ਹੈ। ਇਹ ਖੜਕੇ ਸਾਹਿਬ ਕਹਿ ਰਹੇ ਨੇ, ਜਿਹੜੇ ਕਾਂਗਰਸ ਦੇ ਨੈਸ਼ਨਲ ਆਗੂ ਨੇ, ਉਹ ਇਹ ਗੱਲ ਕਹਿ ਰਹੇ ਨੇ। ਹੁਣੇ ਇਹਨਾਂ ਦੀ ਮੀਟਿੰਗ ਹੋਈ ਹੈ, ਸਰਵ ਪਾਰਟੀ ਮੀਟਿੰਗ ਹੋਈ ਹੈ ਇਹਨਾਂ ਦੀ, ਇਕੱਠੇ ਹੋ ਗਏ ਸਾਰੇ, ਯੂਨਾਈਟ ਹੋਏ ਆ। ਇਹਨਾਂ ਨੇ ਇਹ ਕਿਹਾ ਕਿ ਜੇ ਅਸੀਂ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ, ਇਸ ਧਰਤੀ ਨੂੰ ਫਿਰ ਜ਼ਰਖੇਜ਼ ਉਪਜਾਊ ਬਣਾਉਣਾ ਚਾਹੁੰਦੇ ਹਾਂ, ਤੇ ਉਸੇ ਤਰ੍ਹਾਂ ਫਿਰ ਕਾਂਗਰਸ ਜਾਂ ਜਿਹੜੀ ਯੂਨਾਈਟਿਡ ਪਾਰਟੀਆਂ ਨੇ, ਇਹਨਾਂ ਨੂੰ ਥੋੜ੍ਹਾ ਮੌਕਾ ਦੇ ਦਿਓ ਔਰ ਤੁਸੀਂ ਦੇਖੋ ਵੀ ਸਾਡੀ ਚਾਲ ਕੀ ਹੈਗੀ ਆ, ਅਸੀਂ ਕਿਸ ਰਫ਼ਤਾਰ ਨਾਲ ਚੱਲਦੇ ਹਾਂ ਔਰ ਇਹ ਕਿਸ ਤਰ੍ਹਾਂ ਚੱਲੇ ਆ। ਅਸੀਂ ਇਹਨਾਂ ਨੂੰ ਤਾਨਾਸ਼ਾਹੀ ਕਹਾਂਗੇ, ਇਹਨਾਂ ਨੇ ਡਿਕਟੇਟਰਸ਼ਿਪ ਕੀਤੀ ਹੈ, ਇਹਨਾਂ ਨੇ ਆਪਣੀ ਮਨਮਰਜ਼ੀ ਕੀਤੀ ਹੈ, ਆਰਬਿਟਰੀ ਤਰੀਕੇ ਨਾਲ ਕਾਨੂੰਨ ਜਿਹੜੇ ਆ ਉਹ ਸਾਡੇ 'ਤੇ ਲਾਏ ਆ। ਔਰ ਜੇ ਸਾਨੂੰ ਪਬਲਿਕ ਇਸ ਤਰੀਕੇ ਨਾਲ ਨਜਿੱਠੇ ਕਿ ਸਾਨੂੰ ਉਸੇ ਤਰ੍ਹਾਂ ਤਾਕਤ ਦੇ ਦੇ। ਅਸੀਂ ਲੋਕਤੰਤਰ ਦਾ ਮਤਲਬ ਹੁੰਦਾ ਕਿ ਲੋਕਾਂ ਦੀ ਤਾਕਤ ਹੈਗਾ, ਲੋਕਤੰਤਰ ਉਹੀ ਹੈ ਵੀ ਲੋਕਾਂ ਦੀ ਤਾਕਤ ਹੈ। ਜੇ ਸਾਨੂੰ ਸੌਂਪ ਦੇਣ, ਅਸੀਂ ਉਹਨਾਂ ਦੇ ਨੁਮਾਇੰਦੇ ਬਣ ਕੇ ਤਾਂ ਸਾਰਾ ਕੁਝ ਕਰ ਸਕਦੇ ਹੋ। ਕਹਿੰਦੇ ਅੱਗੇ 4 ਸੂਬਿਆਂ 'ਚ ਸਾਨੂੰ ਬਹੁਤ ਵਧੀਆ ਭਰਵਾਂ ਹੰਗਾਰਾ ਦਿੱਤਾ, ਕਰਨਾਟਕ, ਹਿਮਾਚਲ ਔਰ ਰਾਜਸਥਾਨ, ਔਰ ਜਿਸ ਬਾਕੀ ਵੀ ਵੋਟਾਂ ਪੈ ਰਹੀਆਂ ਉਹਨਾਂ 'ਚ ਸਾਨੂੰ ਭਰਵਾਂ ਹੰਗਾਰਾ ਮਿਲਿਆ। ਇਸੇ ਤਰ੍ਹਾਂ ਨੈਸ਼ਨਲ ਤੌਰ 'ਤੇ ਸਾਨੂੰ ਲੋਕ ਸਭਾ ਦੀ ਚੋਣਾਂ 'ਚ ਸਾਨੂੰ ਪ੍ਰਤੀਨਿਧਤਾ ਕਾਮਯਾਬ ਕਰਨ, ਅਤੇ ਅਸੀਂ ਇਹਨਾਂ ਨੂੰ ਜੇ ਪਛਾੜ ਦਈਏ ਤਾਂ ਦੇਖੋ ਕਾਇਆ ਕਲਪ ਕੀ ਕਹਿੰਦੀ ਆ, ਹਿੰਦੁਸਤਾਨ ਕੀ ਬਣ ਜਾਂਦਾ ਹੈਗਾ। ਉਹ ਕਿ ਇਹਨਾਂ ਵੀ ਕਿਹਾ ਕਿ ਅਸੀਂ ਵਾਰ-ਵਾਰ ਨਾਮ ਹੀ ਨਹੀਂ ਰੱਖਾਂਗੇ, ਕਿ ਆਹ ਟੁੱਟ ਗਿਆ ਅਤੇ ਆਹ ਸੜਕ ਦਾ ਨਾਂ ਦੂਜਾ ਰੱਖ ਦਿਓ, ਆਹ ਬੁੱਤ ਦਾ ਨਾਮ ਵੱਡਾ ਬਣਾ ਦਿਓ। ਔਰ ਅਸੀਂ ਇਸ ਬੁੱਤਪ੍ਰਸਤੀ ਤੋਂ ਦੂਰ ਰਵਾਂਗੇ ਔਰ ਇਸ ਕੰਮ ਤੋਂ ਦੂਰ ਰਵਾਂਗੇ। ਜੋ ਲੋਕ ਚਾਹੁੰਦੇ ਨੇ ਉਹੀ ਕਰਾਂਗੇ। ਹੁਣ ਵਾਅਦਾ ਤਾਂ ਉਹਨਾਂ ਦਾ ਇਹੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਜੀ ਨੇ ਜਿਹੜੀ ਭਾਰਤ ਯਾਤਰਾ ਕੀਤੀ ਆ, ਉਹਦੇ 'ਚ ਲੋਕਾਂ ਨਾਲ ਮਿਲੇ ਆ, ਘਰੋਂ ਘਰ ਗਏ ਆ, ਉਦੋਂ ਲੋਕਾਂ ਨੇ ਸਾਨੂੰ ਬਹੁਤ ਵੱਡਾ ਰਿਸਪੌਂਸ ਦਿੱਤਾ, ਪ੍ਰਤੀਕਿਰਿਆ ਦਿੱਤੀ ਹੈ। ਅਸੀਂ ਉਹਨੂੰ ਪੱਲੇ ਬੰਨ੍ਹ ਲਿਆ। ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੀ ਤਾਕਤ ਨੂੰ ਫਿਰ ਉਸੇ ਤਰ੍ਹਾਂ ਉਭਾਰਿਆ ਜਾਵੇ ਔਰ ਬਚਾ ਲਓ। ਜੇ ਬਚਣਾ ਤਾਂ ਸਾਨੂੰ ਇਹਨਾਂ ਤੋਂ ਬਚਾਓ, ਔਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪੂਰੀ ਤਾਕਤ ਦੇ ਦਿਓ ਤਾਂ ਅਸੀਂ ਲੋਕ ਸਭਾ 'ਚ ਬਹਿ ਕੇ ਤੁਹਾਡੀਆਂ ਸਾਰੀਆਂ ਸਹੂਲਤਾਂ ਨੂੰ ਉਸੇ ਤਰ੍ਹਾਂ ਪ੍ਰਵਾਨ ਕਰਾਂਗੇ। ਮੈਨੀਫੈਸਟੋ ਜਿਹੜਾ ਦਿੱਤਾ ਉਹਦੇ ਅਕੋਰਡਿੰਗ ਕੰਮ ਕਰਾਂਗੇ ਔਰ ਸਾਰਾ ਕੁਝ ਕਰਾਂਗੇ। ਔਰ ਉਹਨਾਂ ਇਹ ਵੀ ਕਿਹਾ ਕਿ ਜਿਹੜਾ ਇੱਕ ਚੋਣ ਅਤੇ ਇੱਕ ਇਲੈਕਸ਼ਨ ਦੇ ਜਿਹੜਾ ਹੈਗਾ 1 ਕੰਟਰੀ 1 ਇਲੈਕਸ਼ਨ ਨੂੰ, ਉਹ ਵੀ ਆਂਦੇ ਅਸੀਂ ਉਹਦੇ 'ਤੇ ਪੂਰੇ ਮੁਤਫਿਕ ਨਹੀਂ ਹਾਂ, ਸਹਿਮਤ ਨਹੀਂ ਹਾਂ। ਉਹਨਾਂ ਗੱਲਾਂ ਅੱਛੀਆਂ ਕੀਤੀਆਂ ਔਰ ਲੋਕਾਂ ਵੱਲੋਂ ਗੁੱਡ ਰਿਸਪੌਂਸ ਦਿੱਤਾ ਉਹਨਾਂ ਨੂੰ। ਠੀਕ ਹੈ, ਕਿਉਂਕਿ ਦੇਖੋ ਗੱਲ ਇਹ ਹੈ ਕਿ ਲੋਕਤੰਤਰ ਦੁਨੀਆ ਦੇ ਵਿੱਚ ਜਿੱਥੇ ਵੀ ਹੋਵੇ, ਔਰ ਇਹ ਵੀ ਪੂਰੀ ਦੁਨੀਆ ਦੇ ਵਿੱਚ ਇੱਕ ਚਰਚਾ ਹੈ ਕਿ ਦੁਨੀਆ ਦਾ ਕੋਈ ਵੀ ਦੇਸ਼ ਐਸਾ ਨਹੀਂ ਜਿੱਥੇ ਲੋਕਤੰਤਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸਹੀ ਗੱਲ। ਲੋਕਤੰਤਰ ਪੂਰੀ ਤਰ੍ਹਾਂ ਕਿਤੇ ਵੀ ਲਾਗੂ ਨਹੀਂ ਹੈ। ਪੂਰੀ ਦੁਨੀਆ ਦੇਖ ਲਓ, ਕਿਸੇ ਵੀ ਦੇਸ਼ ਨੂੰ ਦੇਖ ਲਓ, ਕਿਉਂਕਿ ਲੋਕਤੰਤਰ ਦੇ ਅੰਦਰ ਲੁਕੋ ਕੇ ਤਾਨਾਸ਼ਾਹੀ ਚੱਲਦੀ ਪਈ ਹੈ, ਹਰ ਮੁਲਕ ਦੇ ਵਿੱਚ ਚੱਲਦੀ ਹੈ ਔਰ ਚਲਾਉਣ ਦੇ ਤਰੀਕੇ ਵੱਖੋ ਵੱਖ ਨੇ। ਇਹ ਐਕਸਪਰਟਸ ਜੋ ਪੋਲੀਟੀਕਲ ਪੰਡਿਤਸ ਬੈਠੇ ਨੇ ਪੂਰੀ ਦੁਨੀਆ ਦੇ ਵਿੱਚ
ਬਿਯੋਂਡ ਬਾਉਂਡਰੀਜ਼ ਵੀ ਬੈਠੇ ਨੇ, ਉਹ ਸਾਰੇ ਇਹੀ ਗੱਲ ਕਰਦੇ ਨੇ ਕਿ ਜਿੱਦੀ ਚੱਲਦੀ ਹੈ ਉਹ ਚਲਾਉਂਦਾ ਹੈ। ਇੱਕ ਸਿੰਪਲ ਗੱਲ ਇਹ ਹੈ, ਲੋਕਤੰਤਰ ਪੂਰਨ ਰੂਪ ਦੇ ਵਿੱਚ ਅੱਜ ਕਿਤੇ ਵੀ ਦੇਖਣ ਨੂੰ ਨਹੀਂ ਮਿਲ ਰਿਹਾ, ਔਰ ਉਸੇ ਚੀਜ਼ ਨੂੰ ਕਾਇਮ ਕਰਨ ਵਾਸਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੁਣ ਪੋਲੀਟੀਕਲ ਲੀਡਰਸ ਇਹ ਕਿੰਨੀ ਕੋਸ਼ਿਸ਼ ਕਰ ਸਕਦੇ ਨੇ ਇਹ ਤਾਂ ਨਹੀਂ ਪਤਾ, ਪਰ ਜਨਤਾ ਪੂਰੀ ਤਰ੍ਹਾਂ ਕੋਸ਼ਿਸ਼ ਕਰ ਸਕਦੀ ਹੈ, ਕਿਉਂਕਿ ਇਹ ਮੁੱਠੀ ਭਰ ਲੋਕ ਨੇ ਜਿਹੜੇ ਸਾਡੇ ਸਿਰਾਂ ਦੇ ਉੱਤੇ ਬੈਠੇ ਸਾਡੇ ਉੱਤੇ ਰਾਜ ਕਰਦੇ ਨੇ। ਇਹ ਮੁੱਠੀ ਭਰ ਲੋਕ ਨੇ, ਪਰ ਅਸਲੀ ਤਾਕਤ ਜਨਤਾ ਦੀ ਤਾਕਤ ਹੈ। ਜਨਤਾ ਕਹਿ ਸਕਦੀ ਹੈ ਕਿ ਸਾਡੇ ਹੱਕ, ਠੀਕ ਹੈ, ਸਾਡਾ ਲੋਕਤੰਤਰ, ਸਾਡੇ ਆਪਣੇ ਵਿਚਾਰ, ਸਾਡੀ ਵਿਚਾਰਧਾਰਾ, ਸਾਨੂੰ ਸੁਤੰਤਰਤਾ ਕਿਉਂ ਨਹੀਂ ਹੈ, ਇਹ ਜਨਤਾ ਕਹਿ ਸਕਦੀ ਹੈ। ਇਸ ਕਰਕੇ ਜਨਤਾ ਦਾ ਇਕਮੁੱਠ ਹੋਣਾ ਜ਼ਰੂਰੀ ਹੈ, ਤਾਂ ਹੀ ਲੋਕਤੰਤਰ ਬਚ ਸਕਦਾ ਹੈ। ਚਾਹੇ ਉਹ ਭਾਰਤ ਦੀ ਗੱਲ ਕਰ ਲਈਏ, ਚਾਹੇ ਦੁਨੀਆ ਦੇ ਕਿਸੇ ਹੋਰ ਮੁਲਕ ਦੀ ਗੱਲ ਕਰ ਰਹੀਏ, ਸਾਰੀ ਤਾਕਤ ਲੋਕਾਂ ਦੇ ਹੱਥ ਹੈ। ਜਦੋਂ ਤੱਕ ਲੋਕ ਇਕੱਠੇ ਨਹੀਂ ਹੁੰਦੇ, ਲੋਕਤੰਤਰ ਦੀ ਸਥਾਪਨਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਨਹੀਂ ਹੋ ਸਕਦੀ। ਹਾਂ, ਬਿਲਕੁਲ ਸਹੀ ਗੱਲ। ਸੋ ਆਪਾਂ ਅੱਗੇ ਤੁਰਦੇ ਹਾਂ ਜੀ। ਹੁਣ 5 ਰੋਜ਼ਾ ਸੰਸਦ ਸਮਾਗਮ ਸੋਮਵਾਰ ਤੋਂ ਸ਼ੁਰੂ, ਤੇ ਅਹਿਮ ਮੁੱਦਿਆਂ ਦੇ ਉੱਤੇ ਚਰਚਾ। ਔਰ ਜੋ ਨਵੀਂ ਪਾਰਲੀਮੈਂਟ ਬਣੀ ਹੈ ਭਾਰਤ ਦੀ, ਜੋ ਮਈ ਦੇ ਵਿੱਚ ਉਦਘਾਟਨ ਕੀਤਾ ਸੀ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ, ਉਸ ਸੰਸਦ ਦੇ ਵਿੱਚ ਨਵੀਂ ਬਿਲਡਿੰਗ ਦੇ ਵਿੱਚ ਪਹਿਲਾ ਸਪੈਸ਼ਲ ਸੈਸ਼ਨ ਹੋਣ ਜਾ ਰਿਹਾ ਹੈ, ਜਿਹਦੇ ਵਿੱਚ 1 ਨੇਸ਼ਨ 1 ਇਲੈਕਸ਼ਨ, ਭਾਰਤ ਦਾ ਨਾਂ ਇੰਡੀਆ, ਇੰਡੀਆ ਜਾਂ ਭਾਰਤ, ਇਹ ਸਾਰੀਆਂ ਡਿਸਕਸ਼ਨਸ, ਹੋਰ ਵੀ ਕਈ ਮੁੱਦੇ ਨੇ ਜਿਹਦੇ ਉੱਤੇ ਸਾਰੀ ਗੱਲਬਾਤ ਹੋਣੀ ਹੈ। ਹਾਂ, ਪਾਰਲੀਮੈਂਟ ਦਾ ਜਿਹੜਾ ਵਿਸ਼ੇਸ਼ ਸਮਾਗਮ ਬੁਲਾਇਆ ਅੱਜ ਤੋਂ ਸ਼ੁਰੂ ਹੋ ਰਿਹਾ, ਔਰ ਉਹਦੇ ਵਿੱਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਅਹਿਮ ਮੁੱਦਿਆਂ ਦਾ, ਐਤਕੀ ਮੁੱਦੇ ਵੀ ਬਹੁਤ ਜ਼ਿਆਦਾ, ਔਰ ਦੂਜਾ ਜਿਹੜਾ ਹੈਗਾ ਪਾ ਲਾ ਕੇ ਇਲੈਕਸ਼ਨ ਦਾ ਮੁੱਦਾ ਨੇੜੇ ਹੈਗਾ। ਜਿਹੜੇ ਚੋਣ ਕਮਿਸ਼ਨ ਨੇ ਉਹਨਾਂ ਦੀ ਚੋਣ ਦਾ ਵੀ ਮੁੱਦਾ ਹੈਗਾ, ਜਿਹੜਾ ਉਹਨਾਂ ਦੀ ਇਲੈਕਸ਼ਨ ਜਿਹੜੀ ਉਹਨਾਂ ਨੂੰ ਇਸ ਵੇਲੇ ਨੋਮੀਨੇਸ਼ਨ ਵੀ ਹੋਣੀ ਆ, ਉਹਨਾਂ ਦੀ ਟਰਮਸ ਵੀ ਪੂਰੀਆਂ ਹੋਈਆਂ, ਔਰ ਉਹਦੇ ਨਾਲ ਵੀ ਹੈਗਾ। ਔਰ ਇੱਕ ਪਾਸੇ ਇਲੈਕਸ਼ਨ ਆ ਰਹੀ ਹੈ, ਇੱਕ ਪਾਸੇ ਚੋਣ ਕਮਿਸ਼ਨਰ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਦੀ ਵੀ ਮਿਆਦ ਖਤਮ ਹੋਈ ਆ, ਇਹ ਵੀ ਮੁੱਦਾ ਹੋਏਗਾ। ਦੂਜਾ ਜਿੱਦਾਂ ਤੁਸੀਂ ਦੱਸਿਆ ਕਿ ਇੰਡੀਆ ਵਾਲਾ, ਇੰਡੀਆ ਦਾ ਜਿਹੜਾ ਉਹਨਾਂ ਨੇ ਨਾਂ ਰੱਖ ਲਿਆ, ਉਹਦੇ 'ਤੇ ਵੀ ਪ੍ਰੋਬਲਮ ਆਏਗੀ ਕਿ ਇੰਡੀਆ ਨੂੰ ਚੇਂਜ ਕਰਨ ਦਾ ਨਾਂ ਜਿਹੜਾ ਹੈਗਾ ਭਾਰਤ ਹੈਗਾ, ਔਰ ਉਹ 'ਚ ਪ੍ਰੈਜ਼ੀਡੈਂਟ ਆਫ ਇੰਡੀਆ, ਪ੍ਰੈਜ਼ੀਡੈਂਟ ਆਫ ਪ੍ਰਾਈਮ ਮਿਨਿਸਟਰ ਆਫ ਭਾਰਤ ਜਿਹੜਾ ਨਾਂ ਆ ਰਿਹਾ। ਇਹ ਸਾਰਾ ਕੁਝ ਜਿਹੜਾ ਹੈਗਾ ਇਹ ਮੁੱਦਿਆਂ ਨੂੰ ਹੁਣ ਇਹਦੇ ਵਿੱਚ ਡਿਸਕਸ ਹੋਊਗਾ। ਔਰ ਜਿਹੜੀ ਆਪੋਜੀਸ਼ਨ ਆ ਉਹ ਵੀ ਤਿਆਰ ਹੋ ਕੇ ਗਈ ਹੈ, ਕਿਉਂਕਿ ਹੁਣ ਯੂਨਾਈਟ ਆ, ਉਹਨਾਂ ਦੀ ਗੱਲ ਜਿਹੜੀ ਉਹ ਰੋਕਣ ਵਾਲੇ ਨੇ ਕਿ ਖਾਸ ਤੌਰ 'ਤੇ ਸਾਡੇ 'ਤੇ ਗੱਲ ਕੋਈ ਥੋਪਣ ਨਾ। ਔਰ ਉਹ ਜਿਹੜਾ ਉਹਦਾ ਲਾਈਵ ਟੈਲੀਕਾਸਟ ਵੀ ਆਏਗਾ, ਔਰ ਜਿਹੜਾ ਚੈਨਲ ਲੋਕ ਸਭਾ ਦਾ ਉਹਦੇ 'ਤੇ ਆਊਗਾ, ਸਾਰੇ ਦਾ ਸਾਰਾ ਲੋਕ ਦੇਖ ਸਕਦੇ ਆ। ਔਰ ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਮੁੱਦਿਆਂ ਨੂੰ ਪਾ ਲਾ ਕੇ ਜਿਹੜਾ ਹੈਗਾ, ਕਿਉਂਕਿ ਇਸ ਵੇਲੇ ਸਰਕਾਰ ਸਿਰੇ 'ਤੇ ਬੈਠੀ ਆ, ਕਿਉਂਕਿ ਮਈ ਦੇ ਵਿੱਚ ਬਰਖਾਸਤ ਹੋ ਜਾਊਗੀ, ਉਦੋਂ ਬਾਅਦ ਉਹ ਨਵੀਂ ਸਰਕਾਰ ਵੀ ਆਉਣ ਦਾ ਹੈਗਾ ਕਿ ਕਿਹੜੀ ਸਰਕਾਰ ਆਉਂਦੀ ਆ। ਐਤਕੀ ਦੋ ਪਾਰਟੀਆਂ ਦੀ ਆਪਸੀ ਟੱਕਰ ਹੈਗੀ ਆ, ਬੀਜੇਪੀ ਔਰ ਇੰਡੀਆ ਪਾਰਟੀ ਜਿਹੜੀ ਆ ਉਹ ਅੱਗੇ ਆਊਗੀ। ਹੁਣ ਜਿਹੜੀ ਗਿਣੀ ਚੁਣੀ ਕੋਈ ਹੋਰ ਨਹੀਂ, ਨੈਸ਼ਨਲ ਦੋ ਪਾਰਟੀਆਂ ਬਣ ਗਈਆਂ, ਜਿਸ ਤਰ੍ਹਾਂ ਬਾਹਰਲੇ ਦੇਸ਼ਾਂ ਵਿੱਚ ਰਿਪਬਲਿਕਨ ਔਰ ਡੈਮੋਕ੍ਰੇਟਿਕ, ਇਹਦੇ ਵਿੱਚ ਵੀ ਉਹੀ ਤਾਣਾ ਬਾਣਾ ਬਣ ਗਿਆ, ਉਹੀ ਨਕਸ਼ਾ ਬਣ ਗਿਆ। ਔਰ ਅੱਗੇ ਸਾਡੇ ਮਲਟੀ ਪਾਰਟੀ ਸਿਸਟਮ ਸੀਗਾ ਇੰਡੀਆ 'ਚ, ਹੁਣ ਨਹੀਂ ਆ, ਹੁਣ ਜਿਹੜਾ ਸਿੰਗਲ ਪਾਰਟੀ ਵਾਲਾ ਹੀ ਬਣ ਗਿਆ, ਦੋ ਪਾਰਟੀਆਂ ਚੱਲ ਰਹੀਆਂ। ਔਰ ਇਹ ਜਿਹੜਾ ਸਮਾਗਮ ਹੈਗਾ ਵਿਸ਼ੇਸ਼ ਤੌਰ 'ਤੇ ਇਹਦੇ 'ਚ ਹੰਗਾਮਾ ਵੀ ਹੋਊਗਾ, ਬਹੁਤ ਰੌਲਾ ਵੀ ਪਊਗਾ, ਕਿਉਂਕਿ ਇਹਦੇ ਵਿੱਚ ਖੜਕੇ ਸਾਹਿਬ ਵੀ ਨੋਮੀਨੇਟ ਕਰਨਗੇ, ਰਾਹੁਲ ਗਾਂਧੀ ਵੀ ਬੋਲੂਗਾ, ਕਿ ਰਾਹੁਲ ਗਾਂਧੀ ਹੁਣ ਇਸ ਵੇਲੇ ਉੱਧਰੋਂ ਉਹਨਾਂ ਦੀ ਸੰਸਦ ਜਿਹੜੀ ਮੈਂਬਰਸ਼ਿਪ ਆ ਉਹ ਵੀ ਬਹਾਲ ਹੋ ਗਈ ਸੀ, ਉਹਨੇ ਵੀ ਬੋਲਣਾ। ਕਾਂਗਰਸ ਦੇ ਬਾਕੀ ਨਿਤਿਸ਼ ਕੁਮਾਰ, ਜਿਨ੍ਹਾਂ ਨੂੰ ਇਹਨਾਂ ਨੇ ਐਤਕੀ ਕਿਹਾ ਕਿ ਵੁੱਡ ਵੀ ਪ੍ਰਾਈਮ ਮਿਨਿਸਟਰ ਨੇ, ਔਰ ਉਹਦੇ ਲਈ ਉਹਦੇ 'ਤੇ ਵੀ ਗੁਣਾ ਪੈ ਰਿਹਾ, ਪਰ ਖਾਸ ਤੌਰ 'ਤੇ ਰਾਹੁਲ ਗਾਂਧੀ ਨੂੰ ਕਿਹਾ ਇਹਨਾਂ ਨੇ, ਉਹ ਡਿਸਾਈਡ ਇਹਨਾਂ ਨੇ ਆਪ ਹੀ ਕਰਨਾ। ਔਰ ਇਹਦੇ ਵਿੱਚ ਐਤਕੀ ਇਹਨਾਂ ਨੇ ਲੋਕਾਂ ਨੂੰ ਇਹ ਵੀ ਦੱਸਣਾ ਹੈਗਾ ਕਿ ਅਸੀਂ ਬਹੁਤ ਕੰਮ ਕੀਤਾ, ਜਿਹੜੀ ਰੂਲਿੰਗ ਪਾਰਟੀ ਹੈ, ਜਿਹੜੀ ਕੇਂਦਰ ਸਰਕਾਰ ਆ, ਇਹਨਾਂ ਨੇ ਆਪਣੇ ਕੰਮ ਗਣਾਉਣੇ ਆ ਕਿ ਅਸੀਂ ਆਹ ਕੰਮ ਕਰ ਦਿੱਤੇ, ਆਹ ਸਹੂਲਤਾਂ ਦਿੱਤੀਆਂ, ਮੈਨੀਫੈਸਟੋ ਦੇ ਅਕੋਰਡਿੰਗ ਦਿੱਤੀਆਂ। ਇਹ ਸਮਾਗਮ ਵਿੱਚ ਡਿਸਕਸ ਹੋਣਾ, ਤਾਂ ਉਹਨਾਂ ਨੂੰ ਰੋਕਣ ਲਈ ਉਹ ਬੈਠੇ ਨੇ ਆਪੋਜੀਸ਼ਨ ਦੇ ਵੀ ਲੀਡਰ, ਜਿਹੜੇ ਖਾਸ ਲੀਡਰ ਨੇ, ਉਹਨਾਂ ਨੇ ਵੀ ਗੱਲਬਾਤ ਕਰਨੀ ਆ। ਮੇਰਾ ਖਿਆਲ ਹੈ ਵਿਸ਼ੇਸ਼ ਸਮਾਗਮ ਦੇ ਵਿੱਚ ਕੋਈ ਐਸੀ ਗੜਬੜ ਜ਼ਿਆਦਾ ਨਾ ਹੋਵੇ। ਕਈ ਜਿਹੜੇ MP ਕਈ ਵਾਰੀ ਕੱਢੇ ਵੀ ਗਏ ਬਾਹਰ, ਉਹਦੇ ਵਿੱਚ ਆਪ ਦਾ ਵੀ ਹੈਗੇ ਆ, ਔਰ ਉਹਦੇ ਵਿੱਚ ਕਾਂਗਰਸ ਦੇ ਵੀ ਹੈਗੇ, ਕਈ ਕੱਢੇ ਵੀ ਆ ਜਿਹੜੇ ਉਸ ਅਨੁਸ਼ਾਸਨ ਨੂੰ ਭੰਗ ਕਰਦੇ ਜਾਂ ਰੌਲਾ ਪਾਉਂਦੇ ਆ, ਜਿਹੜੇ ਉੱਥੇ ਸਿਕਿਉਰਿਟੀ ਵਾਲੇ ਨੂੰ ਕੱਢ ਕੇ ਬਾਹਰ ਬਿਠਾ ਦਿੰਦੇ ਆ। ਔਰ ਜੇ ਸ਼ਾਂਤੀ ਨਾਲ ਗੱਲ ਹੋ ਜਾਏ ਜ਼ਿਆਦਾ ਬਿਹਤਰ ਹੋਊਗੀ, ਔਰ ਜੇ ਲੜਾਈ ਝਗੜਾ ਹੋਊਗਾ, ਧੱਕਾ ਮੁੱਕੀ ਹੋਊਗੀ, ਤਾਂ ਉਹ ਜ਼ਿਆਦਾ ਬੁਰੀ ਗੱਲ ਹੈਗੀ। ਇਹ ਦੇਖੋ, ਗੱਲ ਇਹ ਹੈ ਕਿ ਆਪਸ ਦੇ ਵਿੱਚ ਲੜੀ ਜਾਓ, ਤੇ ਦੇਸ਼ ਵਾਸੀ ਤਾਂ ਉਮੀਦ ਕਰਦੇ ਨੇ ਨਾ ਕਿ ਇੰਨਾ ਕਰੋੜਾਂ ਰੁਪਏ ਲਗਾ ਕੇ ਤੁਸੀਂ ਨਵੀਂ ਸੰਸਦ ਬਣਾਈ ਹੈ, ਇੰਨੇ ਖਰਚੇ ਹੁੰਦੇ ਪਏ ਨੇ, ਔਰ ਸੰਸਦ ਚੱਲਣ 'ਤੇ ਵੀ ਖਰਚੇ ਹੋਣੇ ਨੇ, ਇਹ ਸਾਡੀ ਟੈਕਸ ਮਨੀ ਹੈ, ਤੇ ਨਤੀਜਾ ਕੀ ਨਿਕਲਦਾ ਪਿਆ? ਠੀਕ ਹੈ, ਨਤੀਜਾ ਨਿਕਲਣਾ ਚਾਹੀਦਾ, ਕਿਉਂਕਿ ਜੇ ਨਵੀਂ ਸੰਸਦ ਦੀ ਬਿਲਡਿੰਗ ਦੇ ਵਿੱਚ ਬਹਿ ਕੇ ਕੰਮ ਉਹੀਓ ਪੁਰਾਣੇ ਹੀ ਕਰਨੇ ਨੇ, ਗੱਲਾਂ ਉਹੀਓ ਪੁਰਾਣੀਆਂ ਹੀ ਕਰਨੀਆਂ ਨੇ, ਤੁਹਾਡਾ ਵਤੀਰਾ ਉਹੀਓ ਪੁਰਾਣਾ ਹੀ ਹੋਣਾ, ਹੰਗਾਮੇ ਹੀ ਕਰਨੇ ਨੇ,
ਇੱਕ ਦੂਜੇ ਦੇ ਉੱਤੇ ਚਿੱਕੜ ਹੀ ਸੁੱਟਣਾ ਹੈ, ਇੱਕ ਦੂਜੇ ਨੂੰ ਬਦਨਾਮ ਹੀ ਕਰਨਾ ਹੈ, ਤਾਂ ਫਿਰ ਪੁਰਾਣੀ ਸੰਸਦ ਠੀਕ ਸੀ। ਇਹ ਕੰਮ ਉੱਥੇ ਵੀ ਹੁੰਦਾ ਪਿਆ ਸੀ। ਹੁਣ ਜੇ ਨਵੀਂ ਸੰਸਦ ਦੇ 'ਚ ਆਏ ਹੋ ਤਾਂ ਨਵੇਂ ਬੰਦੇ ਬਣ ਕੇ ਆਓ, ਨਵੀਂ ਸੋਚ ਲੈ ਕੇ ਆਓ, ਪੁਰਾਣੀਆਂ ਗੱਲਾਂ ਨਹੀਂ ਚੱਲਣਗੀਆਂ। ਇਹ ਜਨਤਾ ਦੀ ਆਵਾਜ਼ ਹੈ ਔਰ ਜਨਤਾ ਇਹ ਚਾਹੁੰਦੀ ਹੈ ਕਿ ਜਿਸ ਵੀ ਮੁੱਦੇ ਦੇ ਉੱਤੇ ਗੱਲ ਕਰੋ ਉਹ ਮੁੱਦਾ ਸਿਰੇ ਚਾੜੋ, ਉਹਦਾ ਕੋਈ ਨਤੀਜਾ ਨਿਕਲੇ। ਇਹ ਨਹੀਂ ਕਿ ਸੰਸਦ ਅਨਿਸ਼ਚਿਤ ਕਾਲ ਵਾਸਤੇ ਟਾਲ ਦਿੱਤੀ ਗਈ, ਪੋਸਟਪੋਨ ਹੋ ਗਈ, ਇਹ ਕੋਈ ਨਤੀਜੇ ਨਹੀਂ ਹੁੰਦੇ। ਲੱਖਾਂ ਕਰੋੜਾਂ ਰੁਪਏ ਸੰਸਦ ਚਲਾਉਣ 'ਤੇ ਲੱਗਦੇ ਨੇ ਔਰ ਲੱਖਾਂ ਕਰੋੜਾਂ ਤੁਹਾਡੀ ਤਨਖਾਹ ਹੈ ਔਰ ਲੱਖਾਂ ਕਰੋੜਾਂ ਬਿਲਡਿੰਗ ਬਣਾਉਣ 'ਤੇ ਲੱਗੇ ਨੇ, ਲੱਖਾਂ ਕਰੋੜਾਂ ਤੁਹਾਨੂੰ ਪੈਨਸ਼ਨ ਦੇਣ 'ਤੇ, ਤੁਹਾਨੂੰ ਫੈਸਿਲਿਟੀਜ਼ ਦੇਣ 'ਤੇ ਲੱਗਦੇ ਨੇ। ਇਹ ਸਾਰੀ ਟੈਕਸ ਪੇਅਰਸ ਦੀ ਮਨੀ ਹੈ। ਇਹ ਇੰਜੋਇਮੈਂਟ ਕਰਨ ਵਾਸਤੇ ਨਹੀਂ ਹੈ, ਇਹ ਕੰਮ ਕਰਨ ਵਾਸਤੇ। ਸੋ ਜਨਤਾ ਇਹ ਚਾਹੁੰਦੀ ਹੈ, ਇਹ ਹੈ ਜਨਤਾ ਦੀ ਆਵਾਜ਼। ਹੁਣ ਦੇਖੋ ਇਹਦੇ ਵਿੱਚੋਂ ਕੀ ਨਿਕਲਦਾ। ਜੇ ਇੱਕ ਦੂਜੇ ਦੇ ਕੱਪੜੇ ਹੀ ਫਾੜਨੇ ਨੇ ਤਾਂ ਫਿਰ ਉਹ ਪੁਰਾਣੀ ਥਾਂ ਤੇ ਬਹਿ ਕੇ ਫਾੜਦੇ ਪਏ ਸੀ, ਫਿਰ ਨਵੀਂ ਥਾਂ ਤੇ ਆਉਣ ਦੀ ਲੋੜ ਕੀ ਪਈ ਹੈ। ਨਵੀਂ ਥਾਂ ਤੇ ਆਏ ਆ, ਸਮਾਗਮ ਬੁਲਾਇਆ ਸਪੈਸ਼ਲ ਹੈਗਾ, ਵਿਸ਼ੇਸ਼ ਹੈਗਾ, ਇਹਦੇ ਤੇ ਵਿਸ਼ੇਸ਼ ਗੱਲਾਂ ਹੋਣੀ ਚਾਹੀਦੀਆਂ, ਖਾਸ ਤੌਰ ਦੀਆਂ। ਹਾਂ, ਔਰ ਕਹਿੰਦੇ ਨੇ ਕਿ 75 ਸਾਲਾਂ ਦਾ ਸਾਰਾ ਲੇਖਾ ਜੋਖਾ ਕਰਨਾ ਹੈ, ਦਸੰਬਰ 1946 ਤੋਂ ਲੈ ਕੇ। ਹਾਂ, ਇਹ ਸਾਰਾ ਲੇਖਾ ਜੋਖਾ ਕਰਨਾ ਹੈ। ਹੁਣ ਲੇਖੇ ਜੋਖੇ ਚੋਂ ਕੀ ਕੱਢਾਂਗੇ? ਟਰੈਕ ਰਿਕਾਰਡ ਦੇਖਣਾ ਚਾਹੁੰਦੇ ਨੇ ਪੂਰੀ ਸੰਸਦ ਦਾ, ਤੇ ਹਰ ਇੱਕ ਪਾਰਟੀ ਨੂੰ ਚਾਹੀਦਾ ਕਿ ਆਪਣੀ ਪਾਰਟੀ ਦਾ ਵੀ ਟਰੈਕ ਰਿਕਾਰਡ ਦੇਖਣ ਤੇ ਆਪਣਾ ਵੀ ਟਰੈਕ ਰਿਕਾਰਡ ਦੇਖਣ ਕਿ ਮੈਂ ਕੀ ਕਰਦਾ, ਮੈਂ ਕੀ ਕੁਝ ਕਰਦਾ। ਪਾਸਟ ਨੂੰ ਤਾਂ ਭੁੱਲਣਾ ਚਾਹੀਦਾ, ਜਿਹੜਾ ਇਸ ਵੇਲੇ ਪ੍ਰੈਜ਼ੈਂਟ ਆ ਉਹਦੇ ਦੀ ਗੱਲ ਕਰਨ, ਫਿਊਚਰ ਦੀ ਗੱਲ ਕਰਨ। 75 ਸਾਲਾਂ ਦਾ ਟਰੈਕ ਰਿਕਾਰਡ ਇਹਨਾਂ ਨੂੰ ਇਹ ਹੈਗਾ ਕਿ ਪਾਰਟੀ ਨਵੀਂ ਹੈ, ਬਾਅਦ 'ਚ ਆਈ ਹੈ ਔਰ ਪਹਿਲੋਂ ਕਾਂਗਰਸ ਰਹੀ ਆ, ਜਿਹਦੇ ਵਿੱਚ ਆਜ਼ਾਦ ਭਾਰਤ ਜਦੋਂ ਹੋਇਆ ਉਹਦੇ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਰਹੇ ਆ ਔਰ ਉਦੋਂ ਬਾਅਦ ਵੀ ਨਾਲ ਇਹਨਾਂ ਦੀ ਕਾਂਗਰਸ ਦੀ ਜਿਹੜੀ ਆ ਉਹ ਪੁੱਛ ਪੜਤਾਲ ਜ਼ਿਆਦਾ ਰਹੀ ਆ। ਇਸ ਕਰਕੇ ਇਹਨਾਂ ਨੇ ਉਹ ਸਾਰੇ ਪੋਤੜੇ ਫਰੋਲਣੇ ਆ, ਉਹ ਸਾਰਾ ਕੁਝ ਟਰੈਕ ਰਿਕਾਰਡ ਦੇਖਣਾ ਹੈ। ਯੈਸ, ਉਹਨੇ ਟਰੈਕ ਰਿਕਾਰਡ ਦੇਖਣ ਤੋਂ ਬਾਅਦ ਜੇ ਫਿਰ ਉਹੀ ਗੱਲ ਬੀਜੇਪੀ ਕਵੇ ਇਹ ਪਰਿਵਾਰਵਾਦ, ਕਾਂਗਰਸ ਕਵੇ ਕਾਰਪੋਰੇਟਸ ਨੂੰ, ਅਡਾਨੀ ਅੰਬਾਨੀ ਨੂੰ ਸਾਰਾ ਪੈਸਾ ਦੇਤਾ, ਸਾਰਾ ਕੁਝ ਵੇਚ ਦਿੱਤਾ, ਜੇ ਇਹੀਓ ਗੱਲਾਂ ਕਰਨੀਆਂ ਨੇ ਫਿਰ ਨਵੀਂ ਬਿਲਡਿੰਗ 'ਚ ਆ ਕੇ ਕੀ ਫਾਇਦਾ। ਸੋ ਇਹ ਫਿਰ ਫਜ਼ੂਲ ਦੇ ਖਰਚੇ ਅਸੀਂ ਕਰਦੇ ਪਏ ਹਾਂ ਜੇ ਅਸੀਂ ਗੱਲਾਂ ਹੀ ਪੁਰਾਣੀਆਂ ਕਰਨੀਆਂ ਨੇ। ਸੋ ਅਸੀਂ ਉਮੀਦ ਕਰਦੇ ਹਾਂ ਕਿ ਇਹਦੇ ਵਿੱਚੋਂ ਕੋਈ ਨਵਾਂ ਰਾਹ ਨਿਕਲੂਗਾ ਜੋ ਜਨਤਾ ਉਮੀਦ ਕਰਦੀ ਹੈ, ਕਿਉਂਕਿ 2024 ਦੀਆਂ ਇਲੈਕਸ਼ਨਸ ਵੀ ਸਿਰ 'ਤੇ ਨੇ। ਕੁਝ ਨਵੀਂ ਗੱਲ ਹੋਵੇ, ਕੋਈ ਨਵੀਂ ਸੋਚ ਹੋਵੇ, ਕੋਈ ਨਵੀਂ ਵਿਚਾਰਧਾਰਾ ਹੋਵੇ ਜਿਹਦੇ ਨਾਲ ਜਨਤਾ ਵੀ ਖੜੀ ਹੋ ਸਕੇ, ਜਨਤਾ ਦੇ ਵੀ ਪੱਲੇ ਕੁਝ ਪਵੇ, ਇਹ ਜਨਤਾ ਚਾਹੁੰਦੀ ਹੈ। ਸੋ ਆਪਾਂ ਅੱਗੇ ਤੁਰੀਏ। ਅੱਗੇ ਤੁਰਨ 'ਚ ਇਹ ਹੈ ਜੀ ਕਿ ਖੜਗੇ ਸਾਹਿਬ ਫਿਰ ਆ ਗਏ ਨੇ ਜੀ। ਉਹ ਕਹਿੰਦੇ ਨੇ ਕਿ ਭਾਜਪਾ ਨੇ ਮਨੀਪੁਰ ਤੇ ਹਰਿਆਣਾ ਵਿੱਚ ਬਲਦੀ ਦੇ ਉੱਤੇ ਤੇਲ ਪਾਇਆ ਹੈ। ਇਹ ਖੜਗੇ ਸਾਹਿਬ ਜੋ ਕਾਂਗਰਸ ਦੇ ਰਾਸ਼ਟਰੀ ਅਧਿਅਕਸ਼ ਨੇ, ਪ੍ਰਧਾਨ ਨੇ। ਹਾਂ, ਖੜਗੇ ਸਾਹਿਬ ਦਾ ਬਿਆਨ ਜਿਹੜਾ ਹੈਗਾ ਇਸ ਕਰਕੇ ਹੈਗਾ ਕਿ ਕਹਿੰਦੇ ਕਿ ਲਗਾਤਾਰ 2 ਪ੍ਰਦੇਸ਼ਾਂ ਵਿੱਚ, ਸੂਬਿਆਂ ਵਿੱਚ ਜੋ ਹਿੰਸਾਤਮਕ ਘਟਨਾਵਾਂ ਹੋਈਆਂ ਉਹਦਾ ਕੋਈ ਵੀ ਜ਼ਿੰਮੇਵਾਰ ਨਹੀਂ ਬਣਿਆ ਔਰ ਲੋਕ ਉੱਥੋਂ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਆ, ਖੂਨ ਖਰਾਬਾ ਹੋਇਆ, ਮਰੇ ਆ ਔਰ ਔਰਤਾਂ ਦੀ ਬੇਇੱਜ਼ਤੀ ਹੋਈ ਆ ਔਰ ਉਹ ਪੂਰੇ ਹਿੰਦੁਸਤਾਨ 'ਚ ਨਹੀਂ ਪੂਰੇ ਵਿਸ਼ਵ ਵਿੱਚ ਵੱਡੀ ਬੇਇੱਜ਼ਤੀ ਦਾ ਕਾਰਨ ਬਣ ਗਈ ਆ। ਸਾਡਾ ਇਮੇਜ ਬਿਲਕੁਲ ਡਿਸਟਰੋਏ ਹੋ ਗਿਆ, ਖਤਮ ਹੋ ਗਿਆ। ਔਰ ਅਸੀਂ ਉਹਨਾਂ ਨੇ ਲੋਕਾਂ ਦਾ ਇਹ ਹੈਗਾ ਕਿ ਆਪਣੀਆਂ ਹੀ ਔਰਤਾਂ ਨੂੰ, ਆਪਣੀਆਂ ਧੀਆਂ ਭੈਣਾਂ ਨੂੰ ਇਹ ਨੰਗਨ ਕਰ ਦਿੰਦੇ ਆ। ਇਹ ਆਪਣੇ ਆਪ 'ਚ ਬੜਾ ਟਰੈਡੀਸ਼ਨਲ ਔਰ ਬੜਾ ਪਰੰਪਰਾ ਨਾਲ ਜੁੜਿਆ ਦੇਸ਼ ਹੈ ਅਤੇ ਕੀ ਕਰ ਰਿਹਾ। ਉਹਨਾਂ ਨੇ ਆਪਣੇ ਬਿਆਨ ਵਿੱਚ ਇਹ ਕਿਹਾ ਗਿਆ ਕਿ ਇਹਨਾਂ ਨੇ, ਇਹ ਜਿਹੜੀ ਸਰਕਾਰ ਮੌਜੂਦਾ ਹੈਗਾ, ਇਹਨਾਂ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ। ਇਹ ਹੈਗਾ ਕਿ ਜਦੋਂ ਅੱਗ ਬਲਦੀ ਉੱਤੇ ਤੇਲ ਸੁੱਟਦੇ, ਹੋਰ ਕਹਿੰਦੇ ਕੰਟਰੋਲ ਕਰਨ ਦੀ ਬਜਾਏ, ਉੱਥੇ ਸ਼ਾਂਤੀ ਬਹਾਲ ਕਰਨ ਦੀ ਬਜਾਏ ਇਹਨਾਂ ਨੇ ਹੋਰ ਹੀ ਕੰਮ ਕੀਤੀ ਹੈ, ਨੁਕਤਾਚੀਨੀ ਕੀਤੀ ਆ। ਜਦੋਂ ਕਿ ਕਹਿੰਦੇ ਕਿ ਉੱਥੇ ਸਰਕਾਰ ਬਦਲ ਦੇਣੀ ਚਾਹੀਦੀ ਸੀ, ਰਾਸ਼ਟਰਪਤੀ ਰਾਜ ਲਾਗੂ ਕਰ ਦਿੰਦੇ, ਗਵਰਨਰੀ ਰਾਜ ਕਰ ਦਿੰਦੇ ਉੱਥੋਂ ਦਾ ਔਰ ਉਹਦੇ ਵਿੱਚ ਸਿਕਿਉਰਿਟੀ ਨੂੰ ਟਾਈਟ ਕਰ ਦਿੰਦੇ ਔਰ ਲੋਕਾਂ ਨੂੰ ਸਖਤੀ ਨਾਲ ਨਜਿੱਠਦੇ ਅਤੇ ਰੁਕ ਜਾਂਦਾ ਸੀ ਕੰਮ, ਜਿੱਦਾਂ ਹਰਿਆਣੇ ਵਿੱਚ ਨੂੰਹ ਵਿੱਚ ਸਾਰਾ ਕੁਝ ਵਾਪਰਿਆ। ਔਰ ਦੂਜਾ ਉਹਨਾਂ ਨੇ ਇਹ ਬਿਆਨ ਵਿੱਚ ਕਿਹਾ ਕਿ ਸਰਕਾਰਾਂ ਇਹਨਾਂ ਦੀਆਂ ਉੱਥੇ ਹੈਗੀਆਂ। ਜੇ ਕਿਤੇ ਆਂਦਾ ਸਾਡੀਆਂ ਸਰਕਾਰਾਂ ਹੁੰਦੀਆਂ, ਇੰਡੀਆ ਗੱਠਜੋੜ ਦੀ ਕੋਈ ਸਰਕਾਰ ਹੁੰਦੀ ਤੇ ਇਹਨਾਂ ਨੇ ਬੋਲਣੋਂ ਬੰਦ ਨਹੀਂ ਸੀ ਹੋਣਾ ਔਰ ਉਹਦੇ ਵਿੱਚ ਸਾਰੇ ਪੱਤਰਕਾਰਾਂ ਨੇ, ਸਾਰੇ ਮੀਡੀਆ ਨੇ ਔਰ ਸਾਰੇ ਜਿਹੜੇ ਪ੍ਰਿੰਟ ਮੀਡੀਆ ਨੇ, ਇਹਨਾਂ ਨੇ ਖਬਰਾਂ ਦੇ ਅੰਬਾਰ ਲਾ ਦੇਣੇ ਸੀ। ਹੁਣ ਇਹਦਾ ਉਹ ਮੀਡੀਆ ਕੁਛ ਨਹੀਂ ਬੋਲਿਆ, ਉਹਦੇ 'ਤੇ ਕੁਛ ਨਹੀਂ ਦਿਖਾਇਆ। ਇਹ ਕਹਿੰਦੇ ਕੋਈ ਤਿਲਕ ਕੇ ਡਿੱਗ ਪੈਂਦਾ ਜਾਂ ਕੋਈ ਕਿਤੇ ਬੰਦਾ ਕਿਸੇ ਬੰਦੇ ਨੂੰ ਧੱਕਾ ਦਿੰਦਾ ਤਾਂ ਉਹਦੀ ਖਬਰ ਤੋਂ ਵੱਡੀ ਤੋਂ ਵੱਡੀ ਬਣਾ ਦੇ, ਮਸਾਲਾ ਲਾ ਕੇ। ਜਿੱਥੇ ਕੁਝ ਵਾਪਰਦਾ ਲੋਕਾਂ ਤੱਕ ਗੱਲ ਪਹੁੰਚਣੀ ਚਾਹੀਦੀ ਆ, ਉਹ ਉੱਥੋਂ ਤੱਕ ਉਹਨਾਂ ਨੇ ਲੁਕਾ ਕੇ ਰੱਖੀਆਂ ਗੱਲਾਂ ਤਾਂ ਕਿ ਲੋਕਾਂ ਤੱਕ ਪਹੁੰਚ ਕੇ ਅਤੇ ਲੋਕਾਂ ਨੂੰ ਪਤਾ ਨਾ ਲੱਗੇ ਕਿ ਇਹਨਾਂ ਦੀ ਜਿਹੜੀ ਇਹ ਸਾਰੀ ਦੁਰਦਸ਼ਾ ਹੈ, ਇਹਨਾਂ ਦੀ ਜਿਹੜਾ ਦਿਸ਼ਾਹੀਣ ਸਰਕਾਰ ਹੈ ਕੀ ਕਰ ਰਹੀ ਹੈ। ਇੱਕ ਬਾਕਾਇਦਾ ਉਹਨਾਂ ਦਾ ਇਸ ਬਿਆਨ ਵਿੱਚ ਆਇਆ ਕਿ ਇਹਨੂੰ ਰੋਕਣ ਦਾ ਕੰਮ ਜੁੰਮਾ ਉਹਨਾਂ ਦਾ ਸੀ ਕਿ ਨਾ ਕਿ ਆਪੋਜੀਸ਼ਨ ਦਾ। ਜਦੋਂ ਕਿ ਕਹਿੰਦੇ ਸਾਡੇ ਰਾਹੁਲ ਗਾਂਧੀ ਸਾਹਿਬ ਉੱਥੇ ਗਏ ਆ, ਉੱਥੇ ਉਹਨਾਂ ਲੋਕਾਂ ਨੂੰ ਮਿਲੇ ਆ ਜਿਹੜੇ ਵਿਚਾਰੇ ਇਹਨਾਂ ਘਟਨਾਵਾਂ ਨਾਲ ਗ੍ਰਸਤ ਹੋਏ ਆ, ਉਹਨਾਂ ਨੂੰ ਘਰੋਂ ਘਰ ਜਾ ਕੇ ਮਿਲੇ ਆ। ਕਈ ਜਗ੍ਹਾ 'ਤੇ ਇਹਨਾਂ ਦੀਆਂ ਬਾਈ ਰੋਡ ਨਹੀਂ ਗਏ, ਹੈਲੀਕਾਪਟਰ 'ਤੇ ਗਏ ਆ
ਔਰ ਅਸੀਂ ਉਹਨਾਂ ਲੋਕਾਂ ਦੇ ਦੁੱਖ 'ਚ ਦੁੱਖ ਵੰਡਾਇਆ, ਸਾਂਝਾ ਕੀਤਾ। ਪਰ ਇਹ ਉੱਥੇ ਨਹੀਂ ਗਏ ਔਰ ਨਾ ਬੋਲੇ ਆ। ਅਮਿਤ ਸ਼ਾਹ ਤਾਂ ਗਏ ਜਾਂ ਪਾਰਟੀ ਉਹਨਾਂ ਦੀ ਉੱਥੇ ਮੀਟਿੰਗ ਹੋਈ ਆ, ਔਰ ਇਹਨਾਂ ਦੇ ਜਿਹੜੇ ਸਿਰ ਕੱਟ ਨੇਤਾ ਨੇ ਉਹ ਨਹੀਂ ਗਏ। ਇਹ ਉਹਨਾਂ ਨੇ ਕਿਹਾ, ਉਹਨਾਂ ਦਾ ਕਹਿਣਾ ਬਣਦਾ ਓਪੋਜੀਸ਼ਨ ਆ, ਲੋਕਾਂ ਦੀ ਗੱਲ, ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਹੈਗਾ। ਇਹ ਤਦ ਕਰਕੇ ਉਹਨਾਂ ਨੇ ਬਿਆਨ ਦਿੱਤਾ। ਦੇਖੋ ਗੱਲ ਇਹੀ ਹੈ ਜੀ। ਔਰ ਮਨੀਪੁਰ ਤੇ ਹਰਿਆਣਾ ਦੇ ਵਿੱਚ ਦੋਵੇਂ ਥਾਂ ਦੇ ਉੱਤੇ ਬੀਜੇਪੀ ਦੀ ਗਵਰਨਮੈਂਟ ਹੈ। ਸਹੀ ਗੱਲ। ਔਰ ਸੈਂਟਰ ਦੇ ਵਿੱਚ ਵੀ ਬੀਜੇਪੀ ਦੀ ਗਵਰਨਮੈਂਟ ਹੈ। ਔਰ ਹਮੇਸ਼ਾ ਡਬਲ ਇੰਜਨ ਦੀ ਗੱਲ ਕੀਤੀ ਜਾਂਦੀ ਹੈ। ਉਹਨੇ ਮਨੀਪੁਰ ਦੇ ਵਿੱਚ, ਹਰਿਆਣਾ ਦੇ ਵਿੱਚ ਡਬਲ ਇੰਜਨ ਫੇਲ ਹੋ ਗਿਆ। ਹੁਣ ਇਹ ਪਬਲਿਕ ਦੀ ਆਵਾਜ਼ ਹੈ। ਬਿਲਕੁਲ ਸਹੀ ਗੱਲ। ਵੀ ਉੱਥੇ ਕਿਉਂ ਨਹੀਂ ਕੰਮ ਕੀਤਾ ਡਬਲ ਇੰਜਨ? ਇਹ ਪੰਜਾਬ 'ਚ ਜਾਂਦੇ ਕਿ ਵੀ ਇੱਥੇ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ, ਇੱਥੇ ਗਵਰਨਰੀ ਰਾਜ ਲਾਗੂ ਹੁੰਦਾ, ਇੱਥੇ ਜੀ ਆਹ ਹੋ ਗਿਆ, ਜਦੋਂ ਕਿ ਲੋਕ ਇੱਥੇ ਸ਼ਾਂਤੀ ਨਾਲ ਬੈਠੇ ਆ। ਪਬਲਿਕ ਨੂੰ ਪੁੱਛੋ ਵੀ ਇੱਥੇ ਕੀ ਹੋ ਰਿਹਾ, ਔਰ ਜਿੱਥੇ ਹੋ ਰਿਹਾ ਉੱਥੇ ਕੁਛ ਵੀ ਨਹੀਂ। ਇਹ ਕਹਿੰਦੇ ਨੇ ਜਦੋਂ ਦੂਜੇ ਦੇ ਜਦੋਂ ਘਰ ਅੱਗ ਲੱਗੀ ਹੁੰਦੀ ਹੈ ਉਹਨੂੰ ਅੱਗ ਨਜ਼ਰ ਆਉਂਦੀ ਹੈ, ਜਦੋਂ ਆਪਣੇ ਘਰ 'ਚ ਅੱਗ ਲੱਗੀ ਹੈ ਬਸੰਤਰ ਆ, ਇਹ ਬਸੰਤਰ ਆ ਜੀ, ਅੱਗ ਨਹੀਂ ਹੈਗੀ। ਇਹ ਸ਼ਬਦਾਵਲੀ ਵੇਖੋ, ਇਹ ਹੁੰਦੀ ਆ। ਫਿਰ ਅੱਗ ਨੂੰ ਅੱਗ ਨਹੀਂ ਕਹਿੰਦੇ। ਪੰਜਾਬ ਦੇ ਵਿੱਚ ਜਾਂ ਬਾਕੀ ਵਿੱਚ ਹਰਿਆਣਾ, ਪੰਜਾਬ ਦੇ ਨਾਲ ਦੇ ਸੂਬੇ ਹਰਿਆਣਾ 'ਚ ਸਾਰਾ ਕੁਝ ਹੋ ਗਿਆ, ਉੱਥੇ ਕਿਉਂ ਨਹੀਂ ਹੋ ਗਿਆ ਸਾਰਾ ਕੁਝ? ਲੋਕ ਸਿਆਣੇ ਆ, ਪਤਾ ਹੈ ਲੋਕਾਂ ਨੂੰ, ਜਿਹੜੀ ਆਪੋਜੀਸ਼ਨ ਨੂੰ ਪਤਾ ਹੈਗਾ, ਜਿਹੜੀ ਪਬਲਿਕ ਹੈਗੀ ਆ, ਜਿਹੜੀ ਲੋਕਤੰਤਰ ਨੂੰ ਮਾਣ ਰਹੀ ਪਬਲਿਕ ਆ, ਉਹਨਾਂ ਨੂੰ ਪਤਾ ਕਿ ਕੀ ਹੋ ਰਿਹਾ ਤੇ ਕਿਉਂ ਇਹ ਨਹੀਂ ਹੋਣਾ ਚਾਹੀਦਾ। ਬਿਲਕੁਲ, ਕਿਉਂਕਿ ਪਬਲਿਕ ਇਹ ਵੀ ਕਹਿੰਦੀ ਹੈ ਕਿ ਫਿਰ ਮਨੀਪੁਰ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਕਿਉਂ ਨਹੀਂ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਂਦਾ, ਕਿਉਂ ਨਹੀਂ ਗਵਰਨਰ ਦਾ ਰਾਜ ਲਾਗੂ ਕੀਤਾ ਜਾਂਦਾ? ਕਿਉਂਕਿ ਉੱਥੇ ਤਾਂ ਤੁਹਾਡੀਆਂ ਆਪਣੀਆਂ ਸਰਕਾਰਾਂ ਨੇ। ਪੰਜਾਬ ਦੇ ਵਿੱਚ ਤੁਸੀਂ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਗੱਲ ਕਰਦੇ ਹੋ, ਕੌਣ ਗੱਲ ਕਰਦੇ ਨੇ? ਗਵਰਨਰ ਸਾਹਿਬ ਦੀ ਚਿੱਠੀ ਆਉਂਦੀ ਹੈ ਸੀਐਮ ਸਾਹਿਬ ਨੂੰ। ਸੋ ਇਹ ਗੱਲਾਂ ਜਿਹੜੀਆਂ ਨੇ ਨਾ ਲੋਕਾਂ ਨੂੰ ਸਮਝ ਆ ਰਹੀਆਂ ਨੇ, ਕੋਈ ਲੋਕ ਮੂਰਖ ਨਹੀਂ ਹੈਗੇ, ਉਹਨਾਂ ਨੂੰ ਸਭ ਸਮਝ ਆ ਰਹੀ ਹੈ ਕਿ ਰਾਜਨੀਤੀ ਦੀ ਖੇਡ ਕੀ ਚੱਲਦੀ ਪਈ ਹੈ ਔਰ ਰਾਜਨੀਤੀ ਕੀ ਖੇਡ ਖੇਡਦੀ ਪਈ ਹੈ। ਇਹ ਸਭ ਨੂੰ ਪਤਾ ਹੈ, ਆਮ ਲੋਕਾਂ ਦੇ ਤੱਕ ਇਹ ਸਾਰੀ ਗੱਲ ਪਹੁੰਚਦੀ ਹੈ, ਕਿਉਂਕਿ ਲੋਕ ਸਿਆਣੇ ਨੇ, ਦੋ ਰੋਟੀਆਂ ਸਭ ਖਾਂਦੇ ਨੇ। ਵੈਸੇ ਜਿਹੜੀ ਸਰਕਾਰ ਬਣਦੀ ਹੈ ਜਦੋਂ, ਉਹਦਾ ਕੀ ਕੰਮ ਹੁੰਦਾ? ਉਹਦਾ ਕੰਮ ਇਹ ਹੁੰਦਾ ਕਿ ਜਿੱਥੇ ਕੋਈ ਲੋਕ ਆਪ ਹੁਦਰੀ ਕਰਦੇ, ਗੱਲਾਂ ਤਸ਼ੱਦਦ ਕਰਦੇ ਆ ਜਾਂ ਸ਼ੁਰਾਬਾਜੀ ਕਰਦੇ ਆ, ਗੋਲੀ ਚਲਾਉਂਦੇ ਆ, ਉਹਨਾਂ ਨੂੰ ਰੋਕਣ ਲਈ ਫੋਰਸਾਂ ਬਣਾਈਆਂ ਗਈਆਂ। ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਸ ਸੂਬੇ 'ਚ, ਉਸ ਦੇਸ਼ ਦੇ ਕੋਨੇ-ਕੋਨੇ 'ਚ ਉੱਥੇ ਰੋਕਣ ਉਹਨਾਂ ਨੂੰ। ਔਰ ਦੂਜੀ ਗੱਲ ਹੁੰਦੀ ਹੈ ਸਹੂਲਤਾਂ ਲੋਕਾਂ ਨੂੰ ਦੇਣੀਆਂ, ਜੋ ਮੰਗਦੇ ਉਹ ਦਿਓ, ਲੋਕਾਂ ਦੇ ਆਵਾਜਾਈ ਸੁਰੱਖਿਅਤ ਕਰੋ, ਲੋਕਾਂ ਦੇ ਲਈ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਉਹਨਾਂ ਨੂੰ ਚੰਗੀਆਂ ਸਹੂਲਤਾਂ ਦਿਓ, ਰਹਿਣ ਦਾ ਬੰਦੋਬਸਤ ਕਰੋ। ਜਿੱਦਾਂ ਤੁਸੀਂ ਗੱਲ ਕੀਤੀ ਸ਼ੁਰੂ ਵਿੱਚ ਹੀ ਕਿ ਫੁੱਟਪਾਥ 'ਤੇ ਲੋਕ ਬੈਠੇ ਨੇ ਔਰ ਉਹਨਾਂ ਦਾ ਕੋਈ ਸਵਾਰਥ ਨਹੀਂ ਕਿਸੇ ਨਾਲ, ਰੋਟੀ ਦਾ ਸਵਾਰਥ ਹੈਗਾ, ਛੱਤ ਦਾ ਸਵਾਰਥ ਹੈਗਾ, ਰਹਿਣ ਦਾ, ਕੱਪੜਾ ਲੱਤਾ ਲੈਣ ਦਾ ਹੈ ਨਾ। ਉਹਨਾਂ ਨੇ ਉਹ ਛੱਤ ਲੈਣੀ ਹੈ ਅਤੇ ਕੱਪੜਾ ਲੈਣਾ ਅਤੇ ਰੋਟੀ ਲੈਣੀ ਹੈ, ਉਹਨਾਂ ਦਾ ਹੋਰ ਕੀ ਮਨਸ਼ਾ ਹੈਗੀ, ਉਹ ਨਹੀਂ ਪੂਰਾ ਕਰ ਸਕਦੀ ਸਰਕਾਰ। ਤੇ ਫਿਰ ਕਾਹਦੀ ਸਰਕਾਰ ਹੈ? ਸਿਰਫ ਤਖ਼ਤ 'ਤੇ ਬਹਿਣ ਲਈ ਔਰ ਐਲਾਨਨਾਮਾ ਕਰਨ ਲਈ, ਮੈਨੀਫੈਸਟੋ ਜਾਰੀ ਕਰਨ ਲਈ, ਗੱਡੀਆਂ ਤੇ ਹਵਾਈ ਜਹਾਜ਼ਾਂ ਤੇ ਝੂਟੇ ਲੈਣ ਲਈ, ਇਹੀ ਸਰਕਾਰਾਂ ਇਹਦੇ ਲਈ ਬਣਦੀਆਂ ਨੇ। ਦੇਖੋ ਜੀ ਬਲਕਾਰ ਜੀ, ਜਦੋਂ ਕਾਂਗਰਸ ਪਾਵਰ ਵਿੱਚ ਸੀ, ਜਦੋਂ ਮਿਸਿਸ ਇੰਦਰਾ ਗਾਂਧੀ ਵੀ ਪਾਵਰ ਵਿੱਚ ਸੀ, ਉਦੋਂ ਵੀ ਜੋ ਗਲਤ ਗੱਲਾਂ ਹੋਈਆਂ, ਪਬਲਿਕ ਦੀ ਆਵਾਜ਼ ਉੱਠੀ ਹੈ ਕਿ ਗਲਤ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਜੋ ਅੱਜ ਬੀਜੇਪੀ ਦੀ ਗਵਰਨਮੈਂਟ ਹੈ, ਅੱਜ ਕੁਝ ਗਲਤ ਹੋ ਰਿਹਾ ਹੈ ਤਾਂ ਪਬਲਿਕ ਦੀ ਆਵਾਜ਼ ਉੱਠਦੀ ਹੈ ਕਿ ਗਲਤ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਚਾਹੇ ਬੀਜੇਪੀ ਦੀ ਗਵਰਨਮੈਂਟ ਹੋਵੇ, ਚਾਹੇ ਕਾਂਗਰਸ ਦੀ ਗਵਰਨਮੈਂਟ ਹੋਵੇ, ਚਾਹੇ ਕਿਸੇ ਹੋਰ ਪਾਰਟੀ ਦੀ ਗਵਰਨਮੈਂਟ ਹੋਵੇ, ਜੋ ਗਲਤ ਗੱਲਾਂ ਨੇ ਉਹਦੇ ਲਈ ਪਬਲਿਕ ਆਵਾਜ਼ ਉਠਾਉਂਦੀ ਹੈ ਕਿ ਇਹ ਗਲਤ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਇਹਨਾਂ ਕੰਮਾਂ ਵਾਸਤੇ, ਇਹਨਾਂ ਗਲਤ ਕੰਮਾਂ ਵਾਸਤੇ ਤੁਹਾਨੂੰ ਨਹੀਂ ਚੁਣਿਆ ਅਸੀਂ, ਤੁਹਾਨੂੰ ਅਸੀਂ ਚੁਣਿਆ ਸਾਡਾ ਭਲਾ ਕਰਨ ਵਾਸਤੇ, ਦੇਸ਼ ਦਾ ਭਲਾ ਕਰਨ ਵਾਸਤੇ। ਤੁਸੀਂ ਆਪਣਾ ਹੀ ਭਲਾ ਕਰੀ ਜਾਂਦੇ ਹੋ। ਜੋ ਵੀ ਗਲਤੀ ਕਰੇਗਾ ਪਬਲਿਕ ਦੀ ਆਵਾਜ਼ ਉੱਠੇਗੀ, ਚਾਹੇ ਕੋਈ ਵੀ ਕਿਉਂ ਨਾ ਹੋਵੇ। ਸੋ ਸਭ ਨੂੰ ਪਬਲਿਕ ਦੀ ਆਵਾਜ਼ ਦੀ ਕਦਰ ਕਰਨੀ ਚਾਹੀਦੀ ਹੈ, ਕਿਉਂਕਿ ਪਬਲਿਕ ਦੀ ਆਵਾਜ਼ ਦੇ ਵਿੱਚ ਹੀ ਪਰਮਾਤਮਾ ਦੀ ਆਵਾਜ਼ ਹੁੰਦੀ ਹੈ, ਪਰਮੇਸ਼ਵਰ ਦੀ ਆਵਾਜ਼ ਹੁੰਦੀ ਹੈ। ਇਹੀ ਸਾਡੇ ਮਹਾਂਪੁਰਖ ਸਾਨੂੰ ਸਮਝਾਉਂਦੇ ਨੇ ਔਰ ਇਸ ਗੱਲ ਦੀ ਸੋਝੀ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਜੀ। ਸੋ ਅੱਗੇ ਚੱਲੀਏ। ਹਾਂਜੀ, ਭਗਵੰਤ ਮਾਨ ਜੀ ਤੇ ਆਉਨੇ ਹੁਣ ਪੰਜਾਬ ਦੇ ਵਿੱਚ ਆਈਏ ਆਪਾਂ, ਦੁਨੀਆ ਤੋਂ ਭਾਰਤ ਦੇ ਵਿੱਚ ਆ ਗਏ, ਹੁਣ ਭਾਰਤ ਤੋਂ ਪੰਜਾਬ ਵੱਲ ਆਉਨੇ ਆ। ਤੇ ਭਗਵੰਤ ਮਾਨ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਸਿਰਫ ਬਿਆਨਬਾਜ਼ੀ ਤੇ ਫੋਕੇ ਐਲਾਨ ਹੀ ਕਰਦੇ ਨੇ, ਮਤਲਬ ਫੋਕੇ ਐਲਾਨ ਕਰਦੇ ਨੇ, ਬਿਆਨਬਾਜ਼ੀ ਕਰਦੇ ਨੇ। ਇਹ ਪ੍ਰਧਾਨ ਮੰਤਰੀ ਦੇ ਉੱਤੇ ਗੱਲ ਕਰਦੇ ਪਏ ਨੇ ਸੀਐਮ ਪੰਜਾਬ ਭਗਵੰਤ ਮਾਨ। ਹਾਂ, ਇਹ ਜਦੋਂ ਕੇਜਰੀਵਾਲ ਸਾਹਿਬ ਆਏ ਆ, ਜਦੋਂ ਇਹਨਾਂ ਨੇ ਇੱਥੇ ਸਕੂਲ ਦਾ ਉਦਘਾਟਨ ਕੀਤਾ ਔਰ ਇਹਦੇ ਵਿੱਚ ਪੱਤਰਕਾਰ ਇਹਨਾਂ ਦੇ ਆਏ ਔਰ ਇਹਨਾਂ ਨੇ ਐਲਾਨ ਕੀਤੇ ਕਈ ਕੁਛ, ਉਹਦੇ ਵਿੱਚ ਇਹਨਾਂ ਨੇ ਜਦੋਂ ਕੇਂਦਰ ਦੀ ਗੱਲ ਚੱਲੀ ਹੈ ਤੇ ਇਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੌਜੂਦਾ ਜਿਹੜੇ ਮੋਦੀ ਸਾਹਿਬ ਨੇ, ਇਹ ਸਿਰਫ ਤੇ ਸਿਰਫ ਆਪਣੇ ਐਲਾਨਨਾਮੇ ਔਰ ਫੋਕੇ ਜਿਹੜੇ ਆ ਉਹ ਵਾਅਦੇ ਪਬਲਿਕ ਨਾਲ ਕਰਦੇ ਆ, ਜਿਨ੍ਹਾਂ ਦਾ ਕੋਈ ਪ੍ਰੈਕਟੀਕਲ ਰੂਪ ਜਿਹੜਾ ਨਹੀਂ ਪਹੁੰਚਦਾ। ਔਰ ਉਹਦੇ ਵਿੱਚ ਕਹਿੰਦੇ ਬੜਾ ਜ਼ੋਰ ਦੇ ਕੇ ਬੋਲਦੇ ਆ ਕਿ ਅਸੀਂ ਆਹ ਕਰ ਦਾਂਗੇ, ਆਹ ਸਹੂਲਤ ਦੇ ਦਾਂਗੇ। ਉਹਨਾਂ ਨੇ ਕਿਹਾ ਕਿ ਕਈ ਡਾਟੇ ਜਿਹੜੇ ਹੈਗੇ ਉਹ ਮਿਲਦੇ ਨਹੀਂ ਗੇ, ਜਿਹੜੇ ਡਾਟੇ ਉਹਨਾਂ ਨੇ ਕਰ ਦਿੱਤੇ ਆ, ਜਿਹੜੇ ਮਹਿੰਗਾਈ ਬਾਰੇ ਬੋਲ ਰਹੇ ਆ,
ਜਿਹਦੇ ਵਿੱਚ ਕਹਿੰਦੇ ਆ ਦੁੱਧ ਇੰਨੇ ਦਾ, ਤੇਲ ਇੰਨੇ ਦਾ, ਉਹਦੇ ਵਿੱਚ ਉਹ ਕਹਿੰਦੇ ਜਦੋਂ ਪ੍ਰੈਕਟੀਕਲ ਤੇਲ ਤੇ ਦੁੱਧ ਜਿਹੜਾ ਉਹ ਇਸ ਰੇਟ ਤੇ ਹੈਗਾ। ਦਾਲਾਂ ਦਾ ਗੱਲ ਕਰਦੇ ਆ ਔਰ ਉਹ ਕਹਿੰਦੇ ਜੇ BJP ਜਾਂ ਨਾ ਹੁੰਦੀ, ਜੇ ਹੋਰ ਸਰਕਾਰ ਹੁੰਦੀ ਤੇ ਇਹਦਾ ਰੇਟ ਇੰਨਾ ਹੋ ਜਾਂਦਾ। ਇਹ ਹੁਣ ਇਹ ਕਹਿ ਰਹੇ ਆ। ਉਹਨਾਂ ਨੇ ਇਹ ਵੀ ਕਿਹਾ ਕਿ 200 ਰੁਪਏ ਹੁਣ ਜਿਹੜਾ ਸਿਲੰਡਰ, ਜਿਹੜਾ ਗੈਸ ਸਿਲੰਡਰ ਆ ਉਹ ਸਸਤਾ ਕਰ ਦਿੱਤਾ। ਜਦੋਂ 2014 ਤੋਂ ਆਏ ਹੈ ਉਦੋਂ ਤੋਂ ਕਿਉਂ ਨਹੀਂ ਕੀਤਾ? ਹੁਣ ਇਹਨਾਂ ਨੂੰ ਚੇਤਾ ਆ ਗਿਆ ਵੀ ਇਲੈਕਸ਼ਨ ਆ ਗਈ ਆ। ਉਹ ਵੀ ਆਂਦਾ ਜਿਹੜਾ ਰੋਜ਼ਮਰਾ ਦੀ ਲੋਕ ਖਰਚੇ 'ਚ ਹੈਗਾ, ਜਿਹੜਾ ਗਰੀਬ ਆਦਮੀ ਆ, ਦਿਹਾੜੀਦਾਰ, ਉਹ ਕਿੱਦਾਂ ਲਊਗਾ 1200 ਦਾ ਜਾਂ 1150 ਦਾ, 1200 ਦੇ ਕਰੀਬ ਆ, 1180 ਦਾ। ਹੁਣ 200 ਰੁਪਏ ਘਟਾਇਆ। ਉਹ ਕਹਿੰਦੇ ਵੀ ਊਠ ਤੋਂ ਛਾਣ ਨਹੀਂ ਲਾ ਕੇ ਕੋਈ ਭਾਰ ਨਹੀਂ ਘਟਦਾ ਹੁੰਦਾ। ਇਹਦੇ ਨਾਲ ਇਹ ਪਬਲਿਕ ਹੈਗੇ, ਸਿਰਫ ਪੰਜਾਬ ਨੂੰ ਫਾਇਦਾ ਨਹੀਂ ਹੋਣਾ, ਪੂਰੇ ਦੇਸ਼ ਨੂੰ ਫਾਇਦਾ ਹੈਗਾ ਔਰ ਉਹਦੇ ਵਿੱਚ ਹੈਗਾ। ਉਹ ਕਹਿੰਦੇ ਅਸੀਂ ਜੋ ਕੁਝ ਕਿਹਾ ਸੀ ਅਸੀਂ ਕੀਤਾ ਵਾ, ਬਾਕੀ ਵੀ ਕਰਾਂਗੇ। ਉਹਨੇ ਆਪਣਾ ਵੀ ਕਿਹਾ ਕਿ ਅਸੀਂ ਵੀ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਵੇਖਿਆ, ਸਾਡੇ ਵੀ ਕੁਝ ਵਾਅਦੇ ਰਹਿੰਦੇ ਆ, ਜਿਹਦੇ ਵਿੱਚ ਇਹਨਾਂ ਨੇ ਜਿਹੜਾ 1000 ਰੁਪਏ ਬੀਬੀਆਂ ਨੂੰ ਦੇਣਾ, ਉਹਦਾ ਇਹਨਾਂ ਨੂੰ ਜਿਹੜਾ ਤੌਖਲਾ ਸਤਾ ਰਿਹਾ ਹੈਗਾ। ਜੇ ਤਾਂ ਬੀਬੀਆਂ ਨਾਰਾਜ਼ ਹੋ ਜਾਣਗੀਆਂ, ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੂੰ ਇਹਦਾ ਸਾਰਾ ਜਿਹੜਾ ਪ੍ਰਭਾਵ ਝੱਲਣਾ ਪਊਗਾ। ਔਰ ਇਹਨਾਂ ਨੇ ਇਹ ਵੀ ਗੱਲ ਕੀਤੀ ਆ। ਔਰ ਇਹਦੇ ਨਾਲ ਜਿਹੜੀ ਆਪ ਪਾਰਟੀ ਦੇ ਬਾਰੇ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਬਿਜਲੀ ਸਸਤੀ ਕਰ ਦਿੱਤੀ ਆ ਔਰ ਫ੍ਰੀ ਕਰ ਦਿੱਤੀ ਆ, ਔਰ ਪ੍ਰਧਾਨ ਮੰਤਰੀ ਸਾਹਿਬ ਨੇ ਆਂਦਾ ਵੀ ਜੋ ਕਿਹਾ ਵਾ ਉਹ ਨਹੀਂ ਕੀਤਾ, ਤੇ ਕਹਿੰਦਾ ਹੁਣ ਬਿਲਕੁਲ ਕੰਢੇ 'ਤੇ ਖੜੇ ਆ। ਤੇ ਹੁਣ ਇਹ ਤੋਂ ਬਾਅਦ ਜਿਹੜੇ ਵੀ ਕਿਤੇ ਹਨੇਰੀ ਆਈ ਲੋਕਾਂ ਦੇ ਵਿਚਾਰਾਂ ਦੀ, ਉਹਨਾਂ ਦੇ ਜਿਹੜੇ ਦੂਜੀ ਪਾਰਟੀ ਨਾਲ ਧਿਆਨ ਦੀ, ਤੇ ਇਹ ਫਿਰ ਕੰਢੇ ਤੋਂ ਹੀ ਦੂਜੇ ਪਾਸੇ ਚੱਲ ਜੂਗਾ ਔਰ ਦੂਜੀ ਪਾਰਟੀ ਆ ਜੂਗੀ। ਤੁਹਾਨੂੰ ਪਤਾ ਭਗਵੰਤ ਮਾਨ ਜਦੋਂ ਬੋਲਦੇ ਆ ਬੜੀ ਦਲੀਲ ਨਾਲ, ਤੇ ਬੜੇ ਸਟੇਜ 'ਤੇ ਜਿਹੜੇ ਆ ਔਰ ਮਸ਼ਕਰੀਆਂ ਕਰਨੋਂ ਨਹੀਂ ਹਟਦੇ, ਕਿਉਂਕਿ ਆਰਟਿਸਟ ਨੇ ਨਾ ਜੀ। ਹਾਂ, ਪਿਛੋਕੜ ਇਹਨਾਂ ਦਾ ਇਹ ਪਿਛੋਕੜ ਆਰਟਿਸਟ ਬੋਲਦਾ, ਤੇ ਫਿਰ ਉਹ ਆਰਟਿਸਟ ਬੋਲਦਾ ਠੱਠਾ ਪਾ ਦਿੰਦੇ ਜਿਹੜੀਆਂ ਗੱਲਾਂ। ਅੱਗੇ ਤੇ ਮੁੱਖ ਮੰਤਰੀ ਹੁੰਦੇ ਨੇ ਜੀ, ਤੇ ਵਿੱਚੋਂ ਆਰਟਿਸਟ ਬੋਲਦਾ, ਫਿਰ ਉਹ ਆਰਟਿਸਟ ਜਾਗ ਪੈਂਦਾ ਨਾ ਬਿਲਕੁਲ, ਉਦੋਂ ਫਿਰ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ। ਸਟੇਜ ਦੇ ਤਾਂ ਬੋਲਣ ਦੇ ਅੱਛੇ, ਤਾਂ ਨਹੀਂ ਬੋਲਣ ਦੇ। ਸੋ ਆਪਾਂ ਅੱਗੇ ਵਧੀਏ ਜੀ, ਜ਼ਰੂਰ। ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਸਕੂਲ ਆਫ ਐਮੀਨੈਂਸ ਆਪਾਂ ਹਮੇਸ਼ਾ ਗੱਲ ਕਰਦੇ ਹਾਂ, ਤਾਂ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਨਾਂ ਹੀ ਬਦਲੇ ਨੇ, ਤੁਸੀਂ ਉਹਨੂੰ ਸਕੂਲ ਆਫ ਐਮੀਨੈਂਸ ਕਹਿਣਾ ਸ਼ੁਰੂ ਕਰ ਦਿੱਤਾ ਹੈ, ਪਰ ਤਸਵੀਰ ਨਹੀਂ ਬਦਲੀ। ਤਸਵੀਰ ਉਹੀ ਹੈ, ਕੰਮਕਾਰ ਉਹੀ ਚੱਲਦਾ ਪਿਆ, ਸਿਰਫ ਨਾਮ ਬਦਲ ਦਿੱਤਾ, ਬੋਰਡ ਬਦਲ ਦਿੱਤੇ, ਉਹਦੇ ਨਾਲ ਤਸਵੀਰ ਤਾਂ ਨਹੀਂ ਬਦਲ ਜਾਂਦੀ। ਉਹ ਤੇ ਫਿਰ ਪ੍ਰੈਕਟੀਕਲੀ ਕੰਮ ਕਰਨਾ ਪਏਗਾ। ਉਹੀ ਸਾਰੀਆਂ ਗੱਲਾਂ ਨੇ ਕਿ ਬਿਆਨਬਾਜ਼ੀਆਂ ਵੀ ਹੁੰਦੀਆਂ ਨੇ, ਐਲਾਨਨਾਮੇ ਵੀ ਹੁੰਦੇ ਨੇ, ਪਰ ਪ੍ਰੈਕਟੀਕਲ ਕੀ ਹੈ, ਅਮਲੀ ਤੌਰ ਤੇ ਕੀ ਹੋ ਰਿਹਾ ਹੈ? ਇਹਦੇ ਵਿੱਚ ਜਿਹੜਾ ਇਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹੇ ਸੀ ਪਹਿਲੋਂ, ਉਹਦੇ 'ਤੇ ਵੀ ਆਲੋਚਨਾ ਹੋਈ ਆ। ਉਹਦੇ ਵਿੱਚ ਵੀ ਲੋਕਾਂ ਨੇ ਕਿਹਾ ਕਿ ਬਿਲਡਿੰਗਾਂ ਉਹੀ ਸੀਗੀਆਂ ਜਿਹੜੇ ਅੱਗੇ ਚੱਲ ਰਹੇ ਸੀ ਹਸਪੀਟਲ, ਉਹਨਾਂ ਨੂੰ ਇਹਨਾਂ ਨੇ ਮੁਹੱਲਾ ਕਲੀਨਿਕ ਦੇ ਵਿੱਚ ਕਨਵਰਟ ਕਰ ਦਿੱਤਾ। ਕੋਈ ਨਵੇਂ ਬਹੁਤੇ ਖੋਲ੍ਹੇ ਨਹੀਂ, ਜਦੋਂ ਕਿ ਇਹਨਾਂ ਕੋਲ ਨਫਰੀ ਉਹ ਨਹੀਂ, ਡਾਕਟਰ ਵੀ ਉਨੇ ਹੀ ਆ, ਨਰਸਾਂ ਵੀ ਉਨੀਆਂ ਹੀ ਹੈਗੀਆਂ, ਉਨੇ ਆਪਰੇਸ਼ਨ ਥੀਏਟਰ ਹੈਗੇ ਆ, ਨਵਾਂ ਕੀ ਲੈਂਦਾ। ਔਰ ਦੂਜੀ ਇਸ ਵੇਲੇ ਆਲੋਚਨਾ ਹੋ ਰਹੀ ਹੈ ਜਿੱਦਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤੀ ਸੀ, ਇੰਦਰਵੀਰ ਨਿੱਜਰ ਨੇ ਕੀਤਾ ਸੀਗਾ, ਇਹਨਾਂ ਦੇ ਨੁਮਾਇੰਦੇ ਆ, ਇਹਨਾਂ ਦੇ MLA ਆ, ਉਹ ਜਿਹੜਾ ਰਣਜੀਤ ਨਗਰ ਅੰਮ੍ਰਿਤਸਰ ਐਮੀਨੈਂਸ ਸਕੂਲ ਦਾ ਉਦਘਾਟਨ ਕੀਤਾ ਸੀ। ਉਹਦੇ ਵਿੱਚ ਇਹਨਾਂ ਨੇ ਪਹਿਲੀ ਗੱਲ ਤਾਂ ਇੱਕ ਗਲਤ ਕੀਤੀ ਕਿ ਟੀਚਰ ਲੈਣ ਦੇ ਬਾਅਦ ਉਹ ਵਿਚਾਰੇ ਟੀਚਰ ਆ ਗਏ, ਉਹਨਾਂ ਨੇ ਬੱਚੇ ਪੜ੍ਹਾਏ ਨਹੀਂ, ਉਹਦੋਂ ਬੱਸਾਂ 'ਤੇ ਉਹ ਆ ਗਏ, ਕੁਝ ਕਿਰਾਏ 'ਤੇ ਬੰਦੇ ਲਿਆ ਕੇ ਬਿਠਾਤੇ ਉੱਥੇ, ਔਰ ਕੁਝ ਬੱਚੇ ਬਿਠਾਤੇ, ਬਾਕੀ ਆਇਆ ਕੋਈ ਨਹੀਂ, ਜਿਹੜੀ ਆ ਕੇ ਪੇਡ ਆ ਗਏ। ਇਹ ਵੀ ਲੋਕਾਂ ਨੇ ਆਲੋਚਨਾ ਕੀਤੀ ਹੈ। ਦੂਜਾ ਨੇ ਕਿਹਾ ਕਿ ਉਹੀ ਇਮਾਰਤ ਉਹਦੇ ਵਿੱਚ ਸਮਾਰਟ ਸਕੂਲ ਤਾਂ ਪਹਿਲਾਂ ਚੱਲ ਰਿਹਾ ਸੀ, ਇਹਦੇ ਵਿੱਚ ਨਵਾਂ ਕੀ ਪਾਤਾ, ਸਿਲੇਬਸ ਵੀ ਉਹੀ ਹੈ, ਟੀਚਿੰਗ ਮੈਥਡ ਜਿਹੜਾ ਉਹੀ ਹੈ ਬੱਚਿਆਂ ਲਈ, ਔਰ ਉਹਦੇ ਵਿੱਚ ਕੀ ਕਰਤਾ, ਰਿਜ਼ਲਟ ਵੇਖੋ ਆਉਣ ਵਾਲਾ ਬੱਚਿਆਂ ਦੇ ਕਿੱਦਾਂ ਦਾ ਰਿਜ਼ਲਟ ਹੈਗਾ। ਪ੍ਰੋਫੈਸ਼ਨਲ ਐਜੂਕੇਸ਼ਨ ਤਾਂ ਇਹਨਾਂ ਅਪਲਾਈ ਕੀਤੀ ਨਹੀਂ ਗਈ, ਜਿਸ 'ਚ ਬੱਚੇ ਆਰਟ ਸਿੱਖਣ, ਕੰਮ ਕਰ ਲੈਣ। ਕਿਤਾਬੀ ਭਾਸ਼ਾ ਹੀ ਰਹੀ, ਉਹਦੇ ਵਿੱਚ ਕੀ ਹੈਗਾ? ਔਰ ਇਹਨਾਂ ਦੇ ਸਲਾਹਕਾਰ ਕਿਹੜੇ ਨੇ ਤੇ ਦੱਸਦੇ ਕਿਹੜੇ ਹੈਗੇ, ਪੈਸਾ ਬਰਬਾਦ ਹੀ ਹੋ ਰਿਹਾ, ਉਹਦੇ ਵਿੱਚ ਕੀ ਨਿਕਲਦਾ ਹੈਗਾ। ਔਰ ਉਹ ਜੋ ਲੋਕ ਹੈਗੇ, ਤੁਹਾਡੀ ਗੱਲ ਸਹੀ ਹੈ, ਤੁਸੀਂ ਕਿਹਾ ਕਿ ਲੋਕ ਜਿਹੜੇ ਆ ਉਹ ਗੱਲ ਨੂੰ ਫੜ ਲੈਂਦੇ ਆ, ਜਿਹਦੇ ਵਿੱਚ ਵੀ ਆ ਲੋਕ ਜਿਹੜੇ ਆ ਉਹ ਰਗ ਰਗ ਤੋਂ ਵਾਕਫ ਆ ਹਰ ਸਰਕਾਰ ਦੇ। ਉਹਨਾਂ ਨੇ ਕਹਿ ਤਾ ਵੀ ਐਜੂਕੇਸ਼ਨ ਦੇ ਵਿੱਚ ਕੋਈ ਸੁਧਾਰ ਨਹੀਂ ਗਾ, ਕੋਈ ਇਹਦੇ ਵਿੱਚ ਕੋਈ ਨਵੀਂ ਇਨੋਵੇਸ਼ਨ ਨਹੀਂ ਹੋ ਗਈ। ਉਹਦੇ ਵਿੱਚ ਚਾਹੇ ਇਹਨਾਂ ਨੇ ਬਾਹਰੋਂ ਜਿਹੜੇ ਟੀਚਰ ਭੇਜੇ ਸੀ, ਹੈੱਡ ਟੀਚਰ ਭੇਜੇ ਉੱਥੇ, ਪ੍ਰਿੰਸੀਪਲ, ਔਰ ਉਹਦੇ ਵਿੱਚ ਜਿਹੜੇ ਲੈਕਚਰਾਰ ਉਹ ਭੇਜੇ ਆ, ਔਰ ਹੈੱਡ ਮਿਸਟਰਸ ਲੇਡੀਜ਼ ਉਹ ਗਈਆਂ, ਉਹ ਤਾਂ ਪੜ੍ਹਾਉਂਦੇ ਹੀ ਨਹੀਂ ਗੇ, ਟਾਈਮ ਟੇਬਲ ਹੀ ਬਣਾਉਂਦੇ ਉਹ ਤਾਂ ਆਪਣੇ ਦਫ਼ਤਰ 'ਚ ਬਹਿ ਕੇ ਸੁਪਰਵਾਈਜ਼ ਕਰਦੇ। ਪੜ੍ਹਾਉਣ ਵਾਲੇ ਤੇ ਟੀਚਰ ਹੈਗੇ ਆ, ਜਿਸ ਦੇ ਵੱਖਰੇ ਵੱਖਰੇ ਸਬਜੈਕਟ 'ਤੇ ਆ, ਮੈਥ ਟੀਚਰ ਹੈਗੇ ਆ, ਸੋਸ਼ਲ ਸਟੱਡੀ ਦੇ ਹੈਗੇ ਆ, ਫਿਜ਼ਿਕਸ ਕੈਮਿਸਟਰੀ ਦੇ ਹੈਗੇ ਆ। ਉਹਨਾਂ ਟੀਚਰਾਂ ਨੂੰ ਭੇਜਣਾ ਚਾਹੀਦਾ ਜਿਹਨਾਂ ਨੇ ਪੜ੍ਹਾਉਣਾ ਹੈਗਾ। ਔਰ ਉਹ ਹੁਣ ਕਰਕੇ ਪਾਰਾ ਸਾਰੇ ਦਾ ਸਾਰਾ ਹੀ ਉਹਨਾਂ ਨੇ ਕਹਿਤਾ ਵੀ ਇਹ ਪ੍ਰਣਾਲਾ ਉੱਥੇ ਦਾ ਉੱਥੇ ਰਹਿ ਗਿਆ, ਕਹਿਣ ਨਾਲ ਕੁਛ ਆ, ਕਰਨ ਨਾਲ ਕੁਛ ਹੈਗਾ, ਰਿਹਾ ਉੱਥੇ ਦਾ ਉੱਥੇ ਹੀ ਆ। ਔਰ ਬੱਚੇ ਕੀ ਪੜ੍ਹ ਲੈਣਗੇ? ਔਰ ਬੱਚੇ ਤਾਂ ਸਾਡੇ ਬਾਹਰ ਭੱਜੇ ਜਾਂਦੇ ਆ, ਉਹ ਕਿੱਦਾਂ ਰੁਕਣਗੇ? ਬੱਚੇ ਤਾਂ 12ਵੀਂ ਤੋਂ ਬਾਅਦ ਪਹਿਲੋਂ ਜਾਂਦੇ, ਸਕੂਲ ਕਾਲਜ ਤੇ ਪਹਿਲੋਂ ਵਿਹਲੇ ਆ। ਇਹਨਾਂ ਨੇ ਬਿਲਡਿੰਗਾਂ ਵਿੱਚ ਕੀ ਕਰਨੀ, ਮੁੜ ਕੇ ਤੂੜੀ ਪਾਉਣੀ ਉਹ 'ਚ, ਉਹੀ ਆ ਜਿਹਨੂੰ ਸਾਂਝੇ ਖਾਲੀ ਹੋ ਜਾਂਦੇ, ਤੂੜੀ ਪਾਉਣ ਵਾਲੀ ਗੱਲ ਹੀ ਆ। ਬੱਚੇ ਤਾਂ ਬਾਹਰ ਭੱਜ ਗਏ,
ਬੱਚਿਆਂ ਨੂੰ ਪਤਾ ਹੈਗਾ ਕਿ ਇੱਥੇ ਐਜੂਕੇਸ਼ਨ ਦਾ ਕੋਈ ਇੱਦਾਂ ਦਾ ਮੁੱਲ ਵੀ ਹੈ ਨਹੀਂ ਨਾ। ਜੇ ਪੜ੍ਹ ਜਾਂਦੇ ਬੱਚੇ ਇੱਥੋਂ ਦੀ ਐਜੂਕੇਸ਼ਨ ਤਾਂ ਉਹਦਾ ਕਿਤੇ ਜੋਬ ਹੈ ਨਹੀਂ, ਹੈ ਨਾ। ਜੇ ਜੋਬ ਵੀ ਬਾਹਰੋਂ ਦੇ ਰਹੇ ਆ, ਜਿਹਦੇ ਵਿੱਚ ਬਹੁਤ ਇਹਨਾਂ ਨੇ ਕੀਤਾ। ਹਰਿਆਣੇ ਤੋਂ ਕੁਝ ਰਾਜਸਥਾਨ ਦੇ ਮੁੰਡਿਆਂ ਨੂੰ ਇੰਸਪੈਕਟਰ ਪੁਲਿਸ ਦੇ ਬਣਾਇਆ, ਟੀਚਰ ਬਣਾਇਆ, ਉਹ 'ਚ ਮਜੀਠਾ ਸਾਹਿਬ ਨੇ ਔਰ ਸੁਖਬੀਰ ਬਾਦਲ ਨੇ ਅੰਕੜੇ ਕੱਢੇ ਬਾਹਰ ਦੇ। ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਰਲ ਮਿਲ ਕੇ ਜਦੋਂ ਸਾਰੇ ਲੋਕ ਵਹਿੰਦੇ ਆ, ਪੰਜਾਬ ਕਿੱਡਾ ਕੁ ਵੱਡਾ, ਇਹ ਗੱਲ ਮੂੰਹ ਪਹੁੰਚ ਜਾਂਦੀ ਹੈ, ਡੋਰ ਟੂ ਡੋਰ ਪਹੁੰਚ ਜਾਂਦੀ ਹੈ। ਇਹ ਗੱਲ ਜਿਹੜੀ ਹੈਗੀ ਹੈ, ਇਹਨਾਂ ਨੂੰ ਇਹਦਾ ਖਮਿਆਜਾ ਭੁਗਤਣਾ ਪਊ। ਬਿਲਕੁਲ ਸਹੀ ਗੱਲ ਹੈ। ਗੱਲਾਂ ਦੇ ਨਾਲ ਰੰਗਲਾ ਪੰਜਾਬ ਨਹੀਂ ਬਣਨਾ, ਗੱਲਾਂ ਨਾਲ ਪੜੋਲ ਨਹੀਂ ਬਣਦੇ, ਪੜੋਲ ਨਹੀਂ ਬਣਨੇ, ਰੰਗਲਾ ਪੰਜਾਬ ਨਹੀਂ ਬਣਨਾ। ਅਸੀਂ ਰੰਗਲਾ ਪੰਜਾਬ ਬਣਾਉਣਾ, ਅਸੀਂ ਰੰਗਲਾ ਪੰਜਾਬ ਬਣਾਉਣਾ। ਕਿੱਦਾਂ, ਕਿਵੇਂ? ਗੱਲਾਂ ਨਾਲ ਇਹ ਤਾਂ ਦੱਸੋ। ਕਰਦੇ ਤਾਂ ਪਏ ਆ, ਕਿੱਦਾਂ ਕਰਦੇ ਪਏ ਹੋ, ਕਿਵੇਂ ਕਰਦੇ ਪਏ ਹੋ? ਬਿਲਕੁਲ ਹਵਾ ਨਾਲ ਜਿਹੜਾ ਨਹੀਂ ਬਣਦਾ ਕੁਛ, ਮਨਾਰ ਨਹੀਂ ਬਣਦੇ ਹਵਾ ਨਾਲ, ਤੇ ਨਾ ਗੱਲਾਂ ਨਾਲ ਕੜਾਹ ਬਣਦਾ, ਜਿਹੜਾ ਉਹੀ ਬਣਦਾ ਪ੍ਰੈਕਟੀਕਲ ਵਿਵਹਾਰ। ਬਿਲਕੁਲ, ਜਦੋਂ ਪਬਲਿਕ ਕਹਿੰਦੀ ਹੈ ਸਾਹਮਣੇ ਦਿਖਾਓ ਤਾਂ ਫਿਰ ਅੱਗੋਂ ਜਵਾਬ ਆਏਗਾ ਇੰਨੇ ਸਾਲ ਹੋ ਗਏ ਬਾਕੀ ਸਰਕਾਰਾਂ ਨੇ ਕੀ ਕੀਤਾ ਸੀ, ਸਾਡੇ ਕੋਲ ਕੋਈ ਜਾਦੂ ਹੈਗਾ ਜਿਹੜਾ ਅਸੀਂ ਰਾਤੋਂ ਰਾਤ ਕਰਕੇ ਦੇ ਦਈਏ? ਇਹ ਕੋਈ ਜਵਾਬ ਹੈ? ਗੱਲਾਂ ਕਰਨ ਲੱਗੇ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ, ਵੱਡੀਆਂ ਵੱਡੀਆਂ ਐਡਵਰਟੀਜ਼ਮੈਂਟਸ, ਥਾਂ ਥਾਂ ਦੇ ਉੱਤੇ ਹੋਰਡਿੰਗਸ, ਅਸੀਂ ਆਹ ਕਰ ਦਿੱਤਾ, ਬਿਜਲੀ ਮੁਫਤ ਕਰ ਦਿੱਤੀ। ਜਿੰਨਾ ਪੈਸਾ ਖਰਚ ਹੁੰਦਾ ਹੋਰਡਿੰਗਸ ਦੇ ਉੱਤੇ, ਉਹਨੇ ਪੈਸੇ ਨਾਲ ਤੇ ਕੋਈ ਚੰਗਾ ਕੰਮ ਵੀ ਹੋ ਸਕਦਾ। ਇਹ ਕਾਹਦੇ ਵਾਸਤੇ? ਇੱਕ ਮੁਹਾਵਰਾ ਹੈਗਾ, ਉਹ 'ਚ ਹੈਗਾ, ਆਪੇ ਮੈਂ ਰੱਜੀ ਪੁੱਜੀ ਤੇ ਆਪੇ ਮੇਰੇ ਬੱਚੇ ਜੀਣ। ਉਹ ਆ ਹੁਣ ਇਹਨਾਂ ਨੇ ਜਿਹੜੀ ਸਰਕਾਰ ਆਉਂਦੀ, ਇਹ ਇਕੱਲੇ ਨਹੀਂ ਗੇ, ਜਿਹੜੀ ਵੀ ਸਰਕਾਰ ਆਉਂਦੀ ਆ ਉਹ ਸੜਕਾਂ 'ਤੇ ਵੱਡੇ ਵੱਡੇ ਜਿਹੜੇ ਪੋਸਟਰ ਲਾ ਦਿੰਦੇ ਆ। ਔਰ ਉਹਦੇ ਤੋਂ ਬਾਅਦ ਦੂਜੀਆਂ ਜਿਹੜੀਆਂ ਸਰਕਾਰਾਂ ਜੇ ਉਹ ਵੀ ਇੱਦਾਂ ਕਰਦੀਆਂ ਨੇ ਤੇ ਇਹ ਵੀ ਉਸ ਤਰ੍ਹਾਂ ਕਰ ਰਹੀਆਂ। ਇਹ ਸਾਡੀ ਇੱਕ ਮਨਸਾਇਕੀ ਆ ਕਿ ਬੱਲੇ ਬੱਲੇ ਕਰਾ ਦਿਓ ਗੱਲਾਂ ਨਾਲੇ। ਐਕਚੁਅਲੀ ਸਾਰੀਆਂ ਪਾਰਟੀਆਂ ਨਾ ਇਲੈਕਸ਼ਨ ਮੋਡ ਦੇ ਵਿੱਚ ਹਮੇਸ਼ਾ ਹੀ ਰਹਿੰਦੀਆਂ ਨੇ ਕਿ ਦੇਸ਼ ਵਾਸਤੇ, ਦੇਸ਼ ਵਾਸੀਆਂ ਵਾਸਤੇ, ਸੂਬੇ ਵਾਸਤੇ ਕੋਈ ਹੋ ਗਿਆ ਤੇ ਹੋ ਗਿਆ, ਉਹ ਇੱਕ ਵੱਖਰੀ ਗੱਲ ਹੈ। ਜੋ ਹੋ ਗਿਆ। ਬਾਕੀ ਇਲੈਕਸ਼ਨਸ ਕਿਵੇਂ ਜਿੱਤਣੀਆਂ ਨੇ, ਅੱਗੇ ਸੱਤਾ ਦੇ ਉੱਤੇ ਕਿਵੇਂ ਕਾਬਜ਼ ਰਹਿਣਾ, ਇਹ ਸ਼ੁਰੂ ਤੋਂ ਹੀ ਕੋਸ਼ਿਸ਼ ਕਰੋ। ਇਸ ਕਰਕੇ ਜ਼ਰੂਰੀ ਹੈ ਥਾਂ ਥਾਂ ਦੇ ਉੱਤੇ ਹੋਰਡਿੰਗਸ ਲੱਗਣਾ। ਸਾਰੀਆਂ ਸਰਕਾਰਾਂ ਇਲੈਕਸ਼ਨ ਮੋਡ ਦੇ ਵਿੱਚ ਹੀ ਰਹਿਣਗੀਆਂ। ਜਿਸ ਵੀ ਪਲੇਟਫਾਰਮ 'ਤੇ ਜਾਣਗੇ, ਉੱਥੇ ਜਿਸ ਕਰਕੇ ਗਏ ਨੇ ਉਹਦੀ ਗੱਲ ਘੱਟ ਹੋਏਗੀ, ਜ਼ਿਆਦਾ ਗੱਲ ਦੂਜੇ ਵਿਰੋਧੀ ਪਾਰਟੀਆਂ ਨੂੰ ਨਿੰਦਣ ਦੀ ਗੱਲ ਹੋਏਗੀ। ਉਹ ਕਹੇਗਾ ਤੈਨੂੰ ਸਮਝ ਨਹੀਂ ਹੈਗੀ, ਉਹ ਕਹਿੰਦਾ ਤੈਨੂੰ ਸਮਝ ਨਹੀਂ ਹੈਗੀ, ਉਹ ਕਹਿੰਦਾ ਤੈਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ, ਉਹ ਕਹਿੰਦਾ ਤੈਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ। ਹੁਣ ਦੱਸੋ, ਆਹ ਤਮਾਸ਼ਾ ਦੇਖਣ ਵਾਸਤੇ ਪਬਲਿਕ ਬੈਠੀ ਹੋਈ ਹੈ। ਵੈਸੇ ਇਹ ਹਰ ਪਾਰਟੀ ਨੇ, ਇਹਨਾਂ ਇਕੱਲੇ ਨਹੀਂ, ਇਹਨਾਂ ਨੇ ਰੱਖੇ ਹੁੰਦੇ ਪਹਾੜੇ ਦੇ ਟੱਟੂ, ਜਿਹੜੇ ਤੁਸੀਂ ਨੇ ਬਾਗੜ ਬਿੱਲੇ, ਜਿਹੜੀਆਂ ਕਾਲੀਆਂ ਭੇਡਾਂ, ਉਹ ਜਿਹੜੇ ਸਾਰੇ ਜਿਹਨਾਂ ਨੂੰ ਅਸੀਂ ਨਾਂ ਇਸ ਤਰ੍ਹਾਂ ਦੇ ਦਿੱਤੇ ਆ, ਦਰਸ਼ਕ ਸਮਝਦੇ ਆ ਉਹ ਬੜਾ ਕੁਛ ਗਲਤ ਕੰਮ ਕਰਕੇ ਆਪਣਾ ਵਿਅਕਤੀਗਤ ਜਿਹੜਾ ਫਾਇਦਾ ਲੈਂਦੇ ਆ। ਉਹ ਆਪਣੇ ਬੱਚਿਆਂ ਨੂੰ ਨੌਕਰੀਆਂ 'ਤੇ ਲਵਾ ਦਿੰਦੇ ਆ, ਇਮਾਰਤਾਂ ਬਣਾ ਲੈਂਦੇ ਆ, ਪਿੰਡਾਂ ਦੇ ਵਿੱਚ ਗੱਲਾਂ ਕਰਕੇ ਲੋਕਾਂ ਨੂੰ ਪਿੱਛੇ ਲਾ ਲੈਂਦੇ ਆ। ਆਹ ਸਰਕਾਰ ਦੇਖ ਲਓ, ਆਹ ਚੋਣ ਨਿਸ਼ਾਨ ਆ, ਜੋ ਕਹੋਗੇ ਉਹੀ ਹੋ ਜਾਊਗਾ। ਸਾਡੇ ਪਿੰਡ ਦਾ ਮੁਹਾਂਦਰਾ ਬਦਲ ਜਾਊਗਾ, ਸਾਹਮਣੇ ਖੱਬੇ ਹੱਥ ਗੇਟ ਬਣ ਜਾਊਗਾ, ਦੂਜੇ ਪਾਸੇ ਪੁਲੀਆਂ ਨਾਲੀਆਂ ਬਣਾ ਦਾਂਗੇ, ਹੈ ਨਾ, ਬਾਕੀ ਬਾਗ ਬਗੀਚਾ ਬਣਾ ਦਾਂਗੇ, ਪਾਰਕਾਂ ਤਾਂ ਅਸੀਂ ਪੂਰੀਆਂ ਬਣਾ ਦੇਣੀਆਂ, ਛੱਪੜ ਟੋਬੇ ਜਿਹੜੇ ਪੂਰ ਦਾਂਗੇ। ਉਹ ਗੱਲਾਂ ਕਰਕੇ ਹੀ ਪਿੱਛੇ ਲਾ ਲੈਂਦੇ। ਉਹਨਾਂ ਨੂੰ ਕਿਹਾ ਜਾਂਦਾ ਪਹਾੜੇ ਦੇ ਟੱਟੂ, ਉਹਨਾਂ ਕੋਲ ਪੈਸਾ ਲੈ, ਉਹੀ ਚਿੱਟੇ ਚਿੱਟੇ ਕੱਪੜੇ ਪਾਏ ਜਿਹਨਾਂ ਨੂੰ ਚਿੱਟ ਕੱਪੜੀਏ ਵੀ ਕਹਿੰਦੇ ਆ। ਸੋ ਕਈ ਨਾਂ ਨੇ ਇਹਨਾਂ ਦੇ। ਇਹਨਾਂ ਦਾ ਕੰਮ ਧੰਦਾ ਕੀ ਹੈ ਕਿਸੇ ਨੂੰ ਸਮਝ ਨਹੀਂ ਆਉਂਦੀ। ਸਫੈਦ ਪੋਸ਼ ਵੀ ਆਉਂਦੇ ਨੇ, ਜੋ ਮਰਜ਼ੀ ਕਹਿ ਲਓ, ਪਰ ਇਹਨਾਂ ਦਾ ਕੰਮ ਇਹ ਆ ਕਿ ਘੇਰ ਕੇ ਕਿਵੇਂ ਲੈ ਕੇ ਆਉਣੇ ਨੇ ਲੋਕ ਵੋਟਾਂ ਪਾਉਣ ਵਾਸਤੇ। ਸਹੀ ਗੱਲ, ਇਹ ਕੰਮ ਹੈ ਇਹਨਾਂ ਦਾ। ਔਰ ਜੋ ਸਾਰੀ ਸਿਆਸੀ ਪਾਰਟੀਆਂ ਨੇ ਉਹਨਾਂ ਕੋਲੇ ਬੰਦੇ ਹੁੰਦੇ ਨੇ ਜ਼ਰੂਰ, ਚਾਹੇ ਕਹਿ ਲਓ ਕਾਰਿਆਕਰਤਾ, ਚਾਹੇ ਕਹਿ ਲਓ ਕਾਰਕੁਨ, ਵੋਲੰਟੀਅਰਸ, ਜੋ ਮਰਜ਼ੀ ਨਾਂ ਦੇ ਦਿਓ। ਇਹਨਾਂ ਦਾ ਕੰਮ ਇਹੀ ਹੁੰਦਾ ਕਿ ਵੋਟਰਸ ਨੂੰ ਘੇਰ ਕੇ ਕਿਵੇਂ ਲੈ ਕੇ ਆਉਣਾ ਔਰ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਕਿਵੇਂ ਵੋਟਾਂ ਪਾਉਣੀਆਂ ਨੇ ਤਾਂ ਕਿ ਪਾਰਟੀ ਸੱਤਾ ਦੇ ਉੱਤੇ ਕਾਬਜ਼ ਹੋ ਸਕੇ। ਬਾਕੀ ਪਬਲਿਕ ਦੇ ਵਾਸਤੇ ਜੋ ਕੁਝ ਹੋ ਗਿਆ ਤਾਂ ਹੋ ਗਿਆ, ਸੂਬੇ ਵਾਸਤੇ, ਦੇਸ਼ ਵਾਸਤੇ, ਦੇਸ਼ ਵਾਸੀਆਂ ਵਾਸਤੇ ਕੁਝ ਹੋ ਗਿਆ ਤੇ ਹੋ ਗਿਆ। ਅਸੀਂ ਸੱਤਾ ਦੇ ਵਿੱਚ ਕਾਇਮ ਕਿਵੇਂ ਰਹਿਣਾ, ਕੋਸ਼ਿਸ਼ ਇਹ ਹਮੇਸ਼ਾ ਰਹਿੰਦੀ ਹੈ ਹਰ ਪੋਲੀਟੀਕਲ ਪਾਰਟੀ ਦੀ। ਔਰ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਜਦੋਂ ਆਪਣੇ ਵਿਰੋਧੀਆਂ ਨੂੰ ਨਾ ਨਿੰਦਣ ਤੇ ਆਪਣੀ ਤਾਰੀਫ ਆਪੇ ਨਾ ਕਰਨ। ਬਿਲਕੁਲ, ਇਹ ਪੱਕੀ ਗੱਲ ਹੈ। ਔਰ ਇਹ ਇਲੈਕਸ਼ਨ ਮੋਡ ਹੈ, ਹਮੇਸ਼ਾ ਇਲੈਕਸ਼ਨ ਦੇ ਮੂਡ ਵਿੱਚ ਹੀ ਰਹਿੰਦੇ ਨੇ। ਉਸੇ ਚ ਹੁੰਦੀ ਆ ਉਹ ਇਲੈਕਸ਼ਨ ਦੀ ਗੱਲ ਕਰਨੀ ਨਾ, ਬਿਲਕੁਲ ਇਲੈਕਸ਼ਨ ਦੀ ਗੱਲ ਕਰਨੀ ਹੈ। ਔਰ ਹੁਣ ਆ ਦੇਖ ਲਓ, ਆ ਫਿਰ ਇਲੈਕਸ਼ਨ ਦੀ ਗੱਲ ਆ ਗਈ ਜੀ। ਅਮਿਤ ਸ਼ਾਹ ਜੀ ਕੀ ਕਹਿ ਰਹੇ ਨੇ, ਸਾਡੇ ਹੋਮ ਮਿਨਿਸਟਰ, ਤੇਲ ਵਿੱਚ ਪਾਣੀ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨਿਤਿਸ਼ ਕੁਮਾਰ। ਉਹਨੇ ਜਿਹੜਾ ਨਵਾਂ ਗੱਠਜੋੜ ਬਣਿਆ ਇੰਡੀਆ, ਹੁਣ ਉਹਦੇ 'ਚ ਨਿਤਿਸ਼ ਜੀ ਵੀ ਨੇ, ਮਮਤਾ ਬੈਨਰਜੀ ਵੀ ਨੇ, ਉਹਦੇ 'ਚ ਖੜਕੇ ਸਾਹਿਬ ਨੇ, ਉਹਦੇ 'ਚ ਕੇਜਰੀਵਾਲ ਨੇ, ਰਾਹੁਲ ਗਾਂਧੀ, ਤਮਾਮ ਸਾਰੇ, ਲਾਲੂ ਜੀ ਨੇ। ਸੋ ਇਹ ਨਿਤਿਸ਼ ਜੀ ਦੇ ਉੱਤੇ ਗੱਲ ਹੋ ਰਹੀ ਹੈ ਕਿ ਉਹ ਤੇਲ ਦੇ ਵਿੱਚ ਪਾਣੀ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੇਲ ਤੇ ਪਾਣੀ ਤੇ ਕਦੇ ਮਿਲਦੇ ਨਹੀਂ, ਉਹ ਤਾਂ ਵੱਖੋ ਵੱਖ ਹੀ ਰਹਿੰਦੇ ਨੇ। ਹੁਣ ਇਹ ਕੋਸ਼ਿਸ਼ ਕਿਉਂ ਕਰ ਰਹੇ ਨੇ ਜਿਹਦੇ ਬਾਰੇ ਅਮਿਤ ਸ਼ਾਹ ਕਹਿ ਰਹੇ ਨੇ, ਇਹ ਤੁਸੀਂ ਦੱਸੋ। ਅਮਿਤ ਸ਼ਾਹ ਜੀ ਗਏ ਨੇ, ਜਿਹੜੇ ਹੋਮ ਮਿਨਿਸਟਰ ਨੇ, ਗ੍ਰਹਿ ਮੰਤਰੀ ਨੇ, ਉੱਥੇ ਬਿਹਾਰ ਦੇ ਵਿੱਚ ਉਹਨਾਂ ਨੇ ਉਹਨਾਂ ਲੋਕਾਂ ਨੂੰ ਸੰਬੋਧਨ ਕੀਤਾ ਔਰ ਸੰਬੋਧਨ ਦੇ ਵਿੱਚ ਇਹੀ ਕਿਹਾ ਕਿ ਇੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਨਿਤਿਸ਼ ਕੁਮਾਰ ਜੀ,
ਇਹ ਲਾਲੂ ਪ੍ਰਸਾਦ ਯਾਦਵ ਦੀ ਇੱਕ ਪਾਰਟੀ ਹੈ, ਰਾਸ਼ਟਰੀ ਸਮਾਜ ਪਾਰਟੀ, ਉਹਦੇ ਨਾਲ ਗੱਠਜੋੜ ਕਰਕੇ ਔਰ ਉਹਨੂੰ ਨਾਲ ਮਿਲਾ ਕੇ ਉਹਨਾਂ ਦਾ ਬੇਟਾ ਜਿਹੜਾ ਉਹ ਤੇਜਸਵੀ, ਉਹ ਉੱਥੇ ਉਪ ਮੁੱਖ ਮੰਤਰੀ ਹੈ। ਔਰ ਉਹਦੇ ਇਹ ਦੋ ਪਾਰਟੀਆਂ ਦਾ ਆਪਸੀ ਕਦੀ ਅੱਜ ਤੱਕ ਮਿਲਾਪ ਨਹੀਂ ਹੋਇਆ। ਇਹ ਜੇ ਉਦਾਹਰਨ ਦੇ ਤੌਰ 'ਤੇ ਮੈਂ ਕਹਾਂ ਤਾਂ ਤੇਲ ਨਾਲ ਪਾਣੀ ਮਿਲਾ ਲਿਆ ਔਰ ਕਦੀ ਮਿਲਦਾ ਨਹੀਂ। ਪਾਣੀ ਦੇ ਵਿੱਚ ਤੇਲ ਸੁੱਟੋਗੇ ਤਾਂ ਕਦੀ ਮਿਲਦਾ ਨਹੀਂ, ਉਹੀ ਆ ਉਹਦਾ। ਇਹ ਗੱਲ ਹੋ ਗਈ। ਦੂਜੀ ਗੱਲ ਉਹਨਾਂ ਕਹੀ ਕਿ ਜੇ ਪ੍ਰਧਾਨ ਮੰਤਰੀ ਦੁਬਾਰਾ ਨਹੀਂ ਬਣਨਗੇ ਮੋਦੀ ਸਾਹਿਬ, ਤੇ ਘੁਸ ਬੈਠੀ ਅੰਦਰ ਆ ਜਾਣਗੇ ਹਵਾਇਆ ਨੇਪਾਲ, ਬੰਗਲਾਦੇਸ਼, ਬਾਹਰਲੇ ਸੂਬਿਆਂ ਤੋਂ। ਉਹ ਅੱਗੇ ਵੀ ਆਉਂਦੇ ਆ, ਅੱਗੇ ਪ੍ਰਧਾਨ ਮੰਤਰੀ ਦੀ ਅਗਵਾਈ ਨਾਲ ਬੜਾ ਕੁਝ ਰੋਕਿਆ ਗਿਆ। ਪਰ ਉਹਨਾਂ ਨੂੰ ਇਹ ਵੀ ਬੰਦਾ ਪੁੱਛੇ ਕਿ ਤੁਸੀਂ ਤਾਂ ਹੋਮ ਮਿਨਿਸਟਰ ਤਾਂ ਤੁਸੀਂ ਜੇ, ਤੁਸੀਂ ਸਾਰਾ ਕੁਝ ਕਰ ਰਹੇ ਜੇ। ਉਹ ਤਾਂ ਚਲੋ ਹੈੱਡ ਨੇ, ਉਹ ਤਾਂ ਉਹ ਹੈਗੇ ਆ, ਪਰ ਹੋਮ ਮਿਨਿਸਟਰ ਨੇ ਵੇਖਣਾ ਹੁੰਦਾ, ਵਿਦੇਸ਼ ਮੰਤਰੀ ਨੇ ਵੇਖਣਾ ਹੁੰਦਾ, ਸਿਕਿਉਰਿਟੀ ਨੇ ਵੇਖਣਾ ਹੈਗਾ, ਜਿਹੜੀ ਤਨਖਾਹਾਂ ਲੈਂਦੇ ਆ। ਹੁਣ ਡੰਡੇ ਫੜ ਕੇ ਲੋਕ ਤਾਂ ਨਹੀਂ ਬੈਠੇ ਰਹਿਣਗੇ ਵੀ ਲੋਕ ਆ ਰਹੇ, ਸ਼ਰਨਾਰਥੀ ਆ ਰਹੇ, ਅੰਦਰ ਵੜ ਆਏ ਆ। ਇਹ 1975 ਦੇ ਵਿੱਚ ਵੀ, ਜਦੋਂ 71 ਦੀ ਲੜਾਈ ਦੇ ਵਿੱਚ ਵੀ, ਜਦੋਂ ਬੰਗਲਾਦੇਸ਼ ਦੀ ਲੜਾਈ ਹੋਈ ਆ, ਉਹਦੇ ਵਿੱਚ ਵੀ ਸ਼ਰਨਾਰਥੀ ਆ ਗਏ। ਔਰ ਉਦੋਂ ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਸੀਗੇ, ਬਹੁਤ ਸ਼ਰਨਾਰਥੀ ਆ ਕੇ ਦਿੱਲੀ ਬੈਠ ਗਏ ਸੀਗੇ ਔਰ ਉਹਨਾਂ ਨੂੰ ਉਹਨਾਂ ਨੇ ਬਿਠਾਇਆ ਕਿ ਲਾਇਆ। ਉਦੋਂ ਬਾਅਦ ਉਹਨਾਂ 'ਤੇ ਹਮਲਾ ਕਰ ਦਿੱਤਾ, ਬੰਗਲਾਦੇਸ਼ ਨੂੰ ਵੱਖਰਾ ਕਰਾ ਦਿੱਤਾ ਔਰ ਜਿਹਦੇ ਵਿੱਚ ਜਿਹਦੇ ਵਿੱਚ ਜਿੱਤ ਪ੍ਰਾਪਤ ਹੋਈ ਸੀ ਇੰਡੀਆ ਨੂੰ। ਹੁਣ ਇਹ ਦੇਖੋ ਕਿ ਕਿੱਦਾਂ ਲੋਕਾਂ ਦੇ ਮਨ ਨੂੰ ਆਪਣੇ ਵੱਲ ਮੋੜਨਾ। ਜੀ ਹੁਣ ਤੁਸੀਂ ਦੱਸੋ ਕਿ ਪ੍ਰਾਈਮ ਮਿਨਿਸਟਰ ਸਾਹਿਬ ਦੀ ਗੱਲ ਕਰ ਰਹੇ ਨੇ ਕਿ ਉਹਨਾਂ ਦਾ ਆਉਣਾ ਇਸ ਕਰਕੇ ਜ਼ਰੂਰੀ ਹੈ, ਨਹੀਂ ਤੇ ਘੁਸਪੈਠੀ ਆ ਜਾਣਗੇ। ਗੱਲ ਉਹਨਾਂ ਹੀ ਕਰਨੀ। ਹੁਣ ਤੁਸੀਂ ਦੱਸੋ ਪ੍ਰਾਈਮ ਮਿਨਿਸਟਰ ਸਾਹਿਬ ਬਾਰਡਰ ਤੇ ਜਾ ਕੇ ਬੈਠਣਗੇ, ਘੁਸਪੈਠੀਆਂ ਨੂੰ ਰੋਕਣ ਵਾਸਤੇ ਬੈਠਣਗੇ। ਨੇਪਾਲੀ ਤਾਂ ਅੱਗੇ ਇੱਧਰ ਹੈ, ਸਿਕਿਉਰਿਟੀ ਨੇ ਕੰਮ ਕਰਨਾ ਹੈ। ਤੇ ਮੁੰਡੇ ਇੱਧਰ ਬਹੁਤ ਕੰਮ ਕਰ ਰਹੇ ਆ। ਗੱਲ ਦੱਸੋ ਕਿ ਉਹ ਤੇ ਸਿਕਿਉਰਿਟੀ ਨੇ ਕੰਮ ਕਰਨਾ। ਤੁਸੀਂ ਲੋਕਾਂ ਦੀ ਸਾਈਕੋਲੋਜੀ ਦੇ ਵਿੱਚ ਕਿੱਦਾਂ ਇਹ ਗੱਲ ਬਿਠਾਉਣਾ ਚਾਹੁੰਦੇ ਹੋ ਕਿ ਸਾਡਾ ਆਉਣਾ ਕਿਉਂ ਜ਼ਰੂਰੀ ਹੈ? ਵੈਸੇ ਜਿਹੜੀ ਗੱਲ ਕਰਨੀ ਉਹ ਤਾਂ ਕੀਤੀ ਨਹੀਂ ਇਹਨਾਂ ਨੇ। ਜਿਹੜਾ ਅਨੰਤਨਾਗ ਵਿੱਚ ਮੇਜਰ, ਕਰਨਲ ਔਰ ਉਹਦੇ ਵਿੱਚ DSP ਉਹਦੇ ਕਿੰਨੇ ਮਾਰੇ ਗਏ ਆ ਪਾਕਿਸਤਾਨ ਦੇ ਬਾਰਡਰ 'ਤੇ, ਅਨੰਤਨਾਗ JNK ਦੇ ਵਿੱਚ, ਜਿਹਦੇ ਵਿੱਚ ਜਿੱਧਰੋਂ ਖਤਰਾ ਹੈਗਾ, ਜਿੱਧਰੋਂ ਪਾਕਿਸਤਾਨ ਦੇ ਲੋਕ ਨੇ, ਅੱਤਵਾਦੀ ਨੇ, ਉਹਨਾਂ ਦੀ ਗੱਲ ਨਹੀਂ ਕੀਤੀ। ਜੇ ਗੱਲ ਕੀਤੀ ਹੈ ਤਾਂ ਗਰੀਬ ਦੇਸ਼ ਨੇਪਾਲ ਆ, ਨੇਪਾਲ ਨਾਲ ਕਦੀ ਲੜਾਈ ਨਹੀਂ ਹੋਈ, ਬੰਗਲਾਦੇਸ਼ ਨਾਲ ਕਦੀ ਲੜਾਈ ਨਹੀਂ, ਉਹਨਾਂ ਨਾਲ ਸਾਡੇ ਸਾਂਝ ਪਿਆਲੀ ਬਹੁਤ ਵਧੀਆ ਹੈਗੀ ਆ। ਔਰ ਜੇ ਅੰਦਰ ਆਉਂਦੇ ਵੀ ਆ ਤਾਂ ਕੰਮ ਹੀ ਕਰਦੇ, ਇੱਥੇ ਮਿਹਨਤ ਹੀ ਕਰਦੇ ਆ। ਇੱਕ ਗੱਲ ਹੈ, ਪਬਲਿਕ ਦੀ ਆਵਾਜ਼ ਹੈ ਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਾਡਾ ਆਉਣਾ ਇਸ ਕਰਕੇ ਜ਼ਰੂਰੀ ਹੈ ਕਿ ਜੇ ਅਸੀਂ ਨਾ ਆਏ ਤਾਂ ਘੁਸਪੈਠੀ ਆ ਜਾਣਗੇ। ਤੁਸੀਂ ਇਹ ਗੱਲ ਕਹਿ ਰਹੇ ਹੋ। ਹੁਣ ਤੁਸੀਂ ਉਹ ਮੌਜੂਦ ਹੋ, ਤੁਹਾਡੀ ਸਰਕਾਰ ਹੈ ਔਰ ਤੁਹਾਡੀਆਂ ਆਪਣੀਆਂ ਗਵਰਨਮੈਂਟਸ ਨੇ ਮਨੀਪੁਰ ਦੇ ਵਿੱਚ ਔਰ ਹਰਿਆਣਾ ਦੇ ਵਿੱਚ। ਉੱਥੇ ਕੀ ਕੀਤਾ? ਬਿਲਕੁਲ ਉੱਥੇ ਕਿਉਂ ਨਹੀਂ ਉਹ ਹਿੰਸਾ ਰੁਕੀ? ਉੱਥੇ ਕਿਉਂ ਗੜਬੜ ਹੋਈ? ਉੱਥੇ ਕਿਉਂ ਔਰਤ ਦਾ ਅਪਮਾਨ ਹੋਇਆ? ਤੁਸੀਂ ਉਹ ਹੈਗੇ ਹੋ ਨਾ ਸੱਤਾ 'ਚ, ਉੱਥੇ ਵੀ ਤੁਸੀਂ ਹੈਗੇ ਹੋ। ਇਹ ਤਾਂ ਦੇਸ਼ ਦਾ ਇੰਟਰਨਲ ਸਿਕਿਉਰਿਟੀ ਹੈ। ਬਿਲਕੁਲ ਉੱਥੇ ਤੁਹਾਡਾ ਡਬਲ ਇੰਜਨ ਫੇਲ ਹੋ ਗਿਆ। ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਬਾਰਡਰ ਤੋਂ ਪਾਰ ਘੁਸਪੈਠੀ ਆਣਗੇ ਜੇ ਅਸੀਂ ਨਾ ਆਏ ਤਾਂ। ਉਹ ਤਾਂ ਸਿਕਿਉਰਿਟੀ ਦਾ ਕੰਮ ਹੈ। ਮਤਲਬ ਲੋਕਾਂ ਦਾ ਮਨ ਤੁਸੀਂ ਇੱਦਾਂ ਡਾਈਵਰਟ ਕਰਦੇ ਹੋ ਆਪਣੇ ਵੱਲ ਕਿ ਸਾਡਾ ਆਉਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਦੇਸ਼ ਦੀ ਸਿਕਿਉਰਿਟੀ ਦਾ ਮਾਮਲਾ ਹੈ। ਉਹ ਤਾਂ ਹਰੇਕ ਦੇਸ਼ ਵਾਸਤੇ, ਹਰੇਕ ਪਾਰਟੀ ਵਾਸਤੇ ਔਰ ਫੌਜੀਆਂ ਵਾਸਤੇ ਔਰ ਸੈਨਿਕਾਂ ਵਾਸਤੇ ਔਰ ਸਿਕਿਉਰਿਟੀ ਵਾਸਤੇ, ਸਭ ਦੇ ਵਾਸਤੇ ਸਿਕਿਉਰਿਟੀ ਦਾ ਮਾਮਲਾ ਹੈ। ਗੱਲ ਇਹ ਹੈ ਕਿ ਮੁੱਦਿਆਂ ਦੀ ਗੱਲ ਤੇ ਆਓ ਨਾ, ਕਿ ਜਿਹੜੇ ਮੁੱਦੇ ਹੱਲ ਕਰਨੇ ਨੇ। ਆਫ ਕੋਰਸ ਸਿਕਿਉਰਿਟੀ ਦਾ ਇਲਾਜ ਹੋਣਾ ਚਾਹੀਦਾ ਹੈ, ਬਾਹਰੋਂ ਘੁਸਪੈਠੀ ਆਣੇ ਰੁਕਣੇ ਚਾਹੀਦੇ ਨੇ, ਦੇਸ਼ ਦੀ ਇੰਟਰਨਲ ਸਿਕਿਉਰਿਟੀ ਦਾ ਵੀ ਹੱਲ ਹੋਣਾ ਚਾਹੀਦਾ ਹੈ। ਪਰ ਤੁਹਾਡਾ ਆਉਣਾ ਕਿਉਂ ਜ਼ਰੂਰੀ ਹੈ, ਇਹ ਜਸਟੀਫਾਈ ਪੂਰੀ ਤਰ੍ਹਾਂ ਕਰਨਾ ਚਾਹੀਦਾ ਪਬਲਿਕ ਨੂੰ, ਕਿਉਂਕਿ ਪਬਲਿਕ ਦੀ ਆਵਾਜ਼ ਕੁਝ ਹੋਰ ਉੱਠਦੀ ਪਈ ਹੈ। ਆਵਾਜ਼ ਸਮੇਂ ਦੀ ਵੀ ਹੈ, ਵਕਤ ਵੀ ਜਿਹੜਾ ਖਤਮ ਹੋਇਆ ਔਰ ਮੇਰਾ ਖਿਆਲ ਹੈ ਅਸੀਂ ਆਪਣੇ ਦਰਸ਼ਕਾਂ ਕੋ ਆਗਿਆ ਮੰਗੀ ਜਾਣ। ਬਿਲਕੁਲ ਜੀ, ਔਰ ਤੁਸੀਂ ਸਾਨੂੰ ਆਪਣੇ ਵਿਚਾਰ ਇਨਬਾਕਸ ਕਰੋ ਔਰ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲੋ ਬਲਕਾਰ ਜੀ, ਸਤਿ ਸ੍ਰੀ ਅਕਾਲ ਜੀ।